ਸਵਾਗਤ ਜੀ ਤੁਹਾਡਾ ਸਾਰਿਆਂ ਦਾ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਫੋਕਸ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ ਤੇ ਖਬਰਾਂ ਦੀਆਂ ਖਬਰਾਂ, ਗੱਲਾਂ ਦੀਆਂ ਗੱਲਾਂ, ਜੋ ਮਰਜ਼ੀ ਕਹਿ ਲਓ ਤੁਸੀਂ, ਅਸੀਂ ਆਪਣੇ ਟਾਈਮ ਤੇ ਹਾਜ਼ਰ ਹੋ ਜਾਈਦਾ ਤੇ ਅੱਜ ਵੀ ਆਪਣੇ ਸਮੇਂ ਮੁਤਾਬਕ ਅਸੀਂ ਆ ਪਹੁੰਚੇ ਹਾਂ ਜੀ। ਤੇ ਕੋਸ਼ਿਸ਼ ਇਹ ਰਹੂਗੀ ਕਿ ਵੀ ਜੋ ਕੱਲ ਹੋਇਆ ਉਹਦੀ ਗੱਲ ਵੀ ਕਰ ਲਈਏ, ਜੋ ਅੱਜ ਹੋਣਾ ਉਹਦਾ ਇਸ਼ਾਰਾ ਵੀ ਦੇ ਦਈਏ ਤੇ ਜੋ ਹੁਣ ਦੇ ਅਸਾਰ ਲੱਗਦੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਦੀ ਵੀ ਥੋੜ੍ਹੀ ਗੱਲ ਆਪ ਜੀ ਦੇ ਨਾਲ ਕਰ ਲਵਾਂਗੇ। ਬਾਕੀ ਇਹ ਪੂਰੇ ਦਾ ਪੂਰਾ ਪ੍ਰਭਾਵ ਕਿਹਾ ਤਾਂ ਕੁਝ ਹੋਰ ਜਾ ਰਿਹਾ, ਅਸਰ ਕੁਝ ਹੋਰ ਨਜ਼ਰ ਆ ਰਿਹਾ, ਆਸਾਂ ਕੁਝ ਹੋਰ ਨੇ, ਹੋਈ ਕੁਝ ਹੋਰ ਜਾਂਦਾ। ਪਰ ਚਲੋ ਜੋ ਵੀ ਆ ਹੈ ਤੇ ਹੈ ਹੀ ਆ। ਨਾਲ ਨੇ WhatsApp ਹੋਰ WhatsApp ਚੜ੍ਹਦੀ ਕਲਾ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਹਾਰਾਜ। ਸਿਹਤਾਂ ਕਿੱਦਾਂ? ਸਿਹਤਾਂ ਬਲ ਨੇ ਵਧੀਆ। ਅੱਛਾ ਮਹਿਸੂਸ ਕਰ ਰਹੇ ਤੁਸੀਂ? ਨਹੀਂ ਠੀਕ ਹੈ। ਦੇਖੋ ਉਧਰਲੇ ਪਾਸੇ ਥਾਂ ਥਾਂ ਹੀ ਲੋਕ ਹੁਣ ਬਹਿ ਗਏ, ਕੰਮਾਂ ਕਾਰਾਂ ਦੇ ਉੱਤੇ ਲੱਗ ਗਏ ਆ, ਸਕੂਲ ਖੁੱਲ੍ਹ ਗਏ ਆ। ਪੰਜਾਬ ਵਾਲਿਆਂ ਨੇ ਤਾਂ ਸਗੋਂ ਹੁਣ ਕੋਵਿਡ ਦੀਆਂ ਪਾਬੰਦੀਆਂ ਸਾਰੀਆਂ ਹਟਾਤੀਆਂ। ਆਸ ਉਮੀਦ ਇਹ ਕਰਦੇ ਆ ਕਿ ਹੁਣ ਰੈਲੀਆਂ ਵੀ ਨਹੀਂ ਹੋਣੀਆਂ, ਜਾਮ ਵੀ ਨਹੀਂ ਲੱਗਣੇ। ਹੁਣ ਨਾ ਤਾਂ ਲੋਕਾਂ ਦੇ ਕੋਲੇ ਸੋਸ਼ਲ ਮੀਡੀਆ ਦੇ ਉੱਤੇ ਪ੍ਰਚਾਰ ਦਾ ਹੀ ਸਭ ਕੁਝ ਆਉਣਾ ਹੈ। ਹੁਣ ਹੋ ਸਕਦਾ ਕਿ ਕੋਈ ਕੰਮ ਦੀ ਗੱਲ ਵੀ ਹੋਵੇ। ਹਾਂ ਇਹ ਤਾਂ ਗੱਲ ਹੈਗੀ ਹੈ, ਪਰ ਜੇ ਤੁਸੀਂ ਗੱਲ ਕਰੋ ਵੀ ਬਿਲਕੁਲ ਹੀ ਸਾਰਾ ਕੁਝ ਖਤਮ ਹੋ ਗਿਆ, ਇੱਦਾਂ ਵੀ ਨਹੀਂ ਆ। ਅੱਜ ਸਹੁੰ ਚੁੱਕ ਸਮਾਗਮ ਆ ਵਿਧਾਨ ਸਭਾ ਦਾ ਤੇ ਸੁੱਖ ਨਾਲ ਸਾਰੇ ਪੰਜਾਬ ਦੇ ਚੁਣੇ ਹੋਏ ਜਿਹੜੇ ਵਿਧਾਇਕ ਨੇ 117 ਚੋਂ ਜੇ ਮੰਨ ਲਓ ਵੀ ਮੁੱਖ ਮੰਤਰੀ ਸਾਹਿਬ ਤੇ ਪ੍ਰੋਟੈਮ ਸਪੀਕਰ ਸਾਹਿਬ ਨੇ ਚੱਕ ਲਈ ਸਹੁੰ ਤੇ 115 ਅਜੇ ਬਾਕੀ ਆ ਜੀ। ਤੇ 115 ਨੇ ਸਹੁੰ ਚੁੱਕਣੀ ਆ ਤੇ ਫਿਰ ਇਕੱਲੇ ਹਲਕੇ ਚੋਂ ਅਜੇ ਬਹੁਤੇ ਨੇੜੇ ਵਾਲੇ ਬੰਦੇ ਤੇ ਹੋਣਗੇ ਨਾ। ਅੱਜ ਫਿਰ ਸਹੁੰ ਚੁੱਕਣੀ ਨਾ, ਫਿਰ ਤਾਂ ਕਰਕੇ ਫਿਰ ਤੁਹਾਨੂੰ ਪਤਾ ਮੈਂ ਫਿਰ ਬਿਜ਼ੀ ਆ। ਵੈਸੇ ਨਹੀਂ ਕਹੀ ਜਾਂਦੇ ਬੰਦੇ ਫੋਨ ਕਰਕੇ ਉਹ ਫਿਰ ਕਿੱਦਾਂ ਨਹੀਂ ਅੱਜ ਨਹੀਂ ਮੇਰੇ ਕੋਲ ਜਾਇਆ ਜਾਣਾ। ਉਹ ਫਿਰ ਤੈਨੂੰ ਪਤਾ ਫਿਰ ਉੱਥੇ ਸਹੁੰ ਜੀ ਚੁੱਕਣੀ ਯਾਰ, ਸਹੁੰ ਤਾਂ ਉਹਨਾਂ ਚੁੱਕਣੀ ਤੂੰ ਨਾ। ਉਹ ਯਾਰ ਫਿਰ ਹੁੰਦਾ ਕਿਸੇ ਵੇਲੇ ਕੋਈ ਕੰਮ। ਨਹੀਂ ਇੱਦਾਂ ਨਹੀਂ, ਉਹਨਾਂ ਨੇ ਸਹੁੰ ਚੁੱਕਣੀ। ਬਹੁਤਾ ਕਹਿੰਦੇ ਸੀ ਨਾਲ ਚੱਲਣਾ ਹੀ, ਖਾਸ ਬੰਦੇ 4 ਕੀ ਚੱਲੇ ਆ। 4 ਕੀ ਬਸ ਉਹ ਇੱਕੋ ਹੀ ਕਾਰ 'ਚ, ਉਹਨਾਂ ਵਾਲੀ ਕਾਰ 'ਚ 2 ਕਾਰਾਂ ਨਹੀਂ, ਉਹਨਾਂ ਵਾਲੀ ਕਾਰ ਦੇ ਵਿੱਚ ਬਸ MLA ਸਾਹਿਬ ਹੋਣੇ ਆ, 3 ਅਸੀਂ ਹੋਣਾ ਆ। ਉਹ ਜਿਹੜੇ ਪਹਿਲੇ ਦਿਨ ਤੋਂ ਹੀ ਖਾਸ ਬੰਦੇ ਆ ਉਹ ਫਿਰ ਉੱਥੇ ਜਾਣਾ ਤੇ ਹੋ ਸਕਦਾ ਨਾ ਮੁੜ ਹੋਵੇ। ਉਹ ਕਹਿੰਦੇ ਸੀ ਫਿਰ ਉੱਥੇ ਆਪਣੇ MLA ਹੋਸਟਲ ਦੇ ਵਿੱਚ ਹੀ ਰਹਿਣਾ ਹੈ। ਕਮਰਾ ਫਿਰ ਬੁੱਕ ਹੁੰਦਾ ਨਾ ਹੁਣ ਆਪਣਾ, ਤੇ ਸਾਰਿਆਂ ਨੂੰ ਨਹੀਂ ਜਾਣ ਦਿੰਦੇ ਉੱਥੇ। ਖਾਸ ਬੰਦੇ ਜਿਹੜੇ ਪੰਜਾਬ 'ਚੋਂ ਹੋਣੇ ਆ, ਖਾਸ ਬੰਦੇ। ਨਾਲੇ ਵੀ ਤੈਨੂੰ ਪਤਾ ਫਿਰ ਹੁਣ ਉਹ ਬਹੁਤਾ ਹੀ ਖਹਿੜਾ ਕਰਦੇ, ਕਹਿੰਦੇ ਹੁਣ ਤੂੰ ਤੇ ਮੇਰੇ ਨਾਲ ਜਾਣਾ ਹੀ ਜਾਣਾ ਨਾ ਸਹੁੰ ਚੁੱਕਣ, ਹੋਰ ਕੋਈ ਜਾਵੇ ਨਾ ਜਾਵੇ। ਨਹੀਂ ਤਾਂ ਮੈਂ ਵੀ ਨਹੀਂ ਜਾਣਾ, ਇਹਦਾ ਵੀ ਕਹਿੰਦੇ ਹੁੰਦੇ ਗਈ। ਉਹ ਕਹਿੰਦੇ ਨਹੀਂ ਤਾਂ ਮੈਂ ਵੀ ਨਹੀਂ ਜਾਣਾ। ਮਤਲਬ ਇਹ ਨਹੀਂ ਅਸੀਂ ਕਹਿੰਦੇ ਵੀ ਦੇਖੋ ਜਾਣਾ ਨਹੀਂ ਚਾਹੀਦਾ, ਜਾਂ ਜਿਹੜੇ ਬੰਦੇ ਗਏ ਕਿਤੇ ਉਹ ਆਪਣੀ ਗੱਲ ਤੋਂ ਨਾਰਾਜ਼ ਨਾ ਹੋ ਜਾਣ। ਚੰਗੀ ਗੱਲ ਹੈ ਵੀ ਉਹਨਾਂ ਨੂੰ ਟਾਈਮ ਮਿਲਿਆ, ਕਿਉਂਕਿ ਇਦੋਂ ਪਹਿਲਾਂ ਪੰਜਾਬ ਦੇ ਵਿੱਚ ਵੱਖਰੀਆਂ ਪਾਰਟੀਆਂ ਦੇ ਜਿੰਨੇ ਵੀ ਲੀਡਰ ਸੀ ਉਹਨਾਂ ਨਾਲ ਤੇ ਸਗੋਂ ਖਾਸ ਬੰਦੇ ਵੀ ਵਾਹਵਾ ਹੁੰਦੇ ਸੀ ਨਾ। ਉਹ ਕਹਿੰਦੇ ਵੀ ਇੱਕ ਤਾਂ ਉਹਨਾਂ ਦੀ ਆਪਣੀ ਗੱਡੀ ਆ, 3-4 ਨਾਲ ਖਾਸ ਗੱਡੀਆਂ, ਉਹਨਾਂ 'ਚੋਂ ਇੱਕ ਅੱਧੀ ਆਪਣੀ ਆ। ਨਹੀਂ ਇੱਦਾਂ ਹੀ ਹੁੰਦੀ ਹੈ ਨਾ। ਹੁਣ ਘੱਟੋ ਘੱਟ ਇੱਥੋਂ ਤੱਕ ਗੱਲ ਪਹੁੰਚੀ ਵੀ ਇੱਕੋ ਹੀ ਗੱਡੀ, ਉਹਦੇ 'ਚੋਂ ਇੱਕ ਖਾਸ ਸੀਟ ਦੇ ਉੱਪਰ ਬਹਿਣਾ। ਤੁਸੀਂ ਇਹ ਦੇਖੋ ਕਿ 1997 ਤੋਂ ਲਾ ਲਓ ਜਾਂ ਨੇੜੇ ਹੀ ਲਾ ਲਓ, 2002 ਤੋਂ ਲਾ ਲਓ, ਇਹਨਾਂ ਸਾਲਾਂ ਦੇ ਵਿੱਚ 15-20 ਸਾਲਾਂ ਦੇ ਵਿੱਚ ਜਿੰਨੀ ਵਾਰੀ ਵੀ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਲੱਗਾ, ਚਾਹੇ ਉਹ 1 ਦਿਨ ਦਾ ਸੀ, ਚਾਹੇ 3 ਦਾ ਸੀ, ਚਾਹੇ 4 ਦਾ ਸੀ, ਤੇ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਜਦੋਂ ਬਾਈਕਾਟ ਕਰਕੇ ਬਾਹਰ ਆਉਂਦੇ ਸੀ ਵਿਧਾਇਕ, ਜਾਂ ਬਾਈਕਾਟ ਤੋਂ ਬਿਨਾਂ ਸੈਸ਼ਨ ਪੂਰਾ ਹੋਣ ਤੋਂ ਬਾਅਦ ਬਾਹਰ ਆਉਂਦੇ ਸੀ, ਪੱਤਰਕਾਰਾਂ ਦੀਆਂ ਨਜ਼ਰਾਂ ਟਿਕੀਆਂ ਹੁੰਦੀਆਂ ਸੀ। ਐਤਕੀ ਮਾਹੌਲ ਵੱਖਰਾ ਹੈ। ਨਜ਼ਰਾਂ ਕੀ ਟਿਕੀਆਂ ਹੁੰਦੀਆਂ ਸੀ? ਪਹਿਲਾਂ ਜਦੋਂ ਸਟਾਰਟ ਹੋਣਾ ਸੈਸ਼ਨ ਤੇ ਉਦੋਂ ਪੱਤਰਕਾਰਾਂ ਨਾਲ ਪ੍ਰਕਾਸ਼ ਸਿੰਘ ਬਾਦਲ ਹੋਰੀ ਵੀ ਆ ਗਏ ਨੇ। ਉਹ ਦੇਖੋ ਗੱਡੀ ਦੇ ਵਿੱਚ ਉਤਰੇ ਨੇ, ਆਓ ਉਹਨਾਂ ਤੋਂ ਪੁੱਛਦੇ ਆ ਕਿ ਉਹਨਾਂ ਦਾ ਕੀ ਕਹਿਣਾ ਹੈ। ਸੁਖਬੀਰ ਸਿੰਘ ਬਾਦਲ ਸਾਹਿਬ ਆਏ ਨੇ, ਉਹ ਕੈਪਟਨ ਸਾਹਿਬ ਉੱਤਰ ਆਏ ਆ, ਉਹ ਬੀਬੀ ਰਜਿੰਦਰ ਕੌਰ ਭੱਠਲ ਆਏ ਨੇ, ਉਹ ਬੈਂਸ ਸਾਹਿਬ ਆਏ ਨੇ, ਬੜੇ ਤੇਜ਼ ਤਰਾਰ ਲੀਡਰ ਨੇ, ਨਾਲ ਉਹਨਾਂ ਦੇ ਭਰਾ ਨੇ ਬਲਵਿੰਦਰ ਸਿੰਘ ਬੈਂਸ ਹੋਰੀ। ਉਹ ਦੇਖੋ ਨਵਜੋਤ ਸਿੰਘ ਸਿੱਧੂ ਹੋਰੀ ਆ ਗਏ। ਅੱਜ ਦੇਖਦੇ ਆ ਕਿ ਵਿਧਾਨ ਸਭਾ ਦੇ ਵਿੱਚ ਡਾਂਗ ਖੜਕਦੀ ਕਿ ਨਹੀਂ ਖੜਕਦੀ। ਉਹ ਦੇਖੋ ਮਜੀਠੀਆ ਸਾਹਿਬ ਤੁਰੇ ਆਉਂਦੇ ਆ, ਮੁੱਛਾਂ ਨੂੰ ਦਿੱਤਾ ਵੱਟ ਉਹਨਾਂ ਨੇ। ਉਹ ਦੇਖੋ ਪਰਲੇ ਪਾਸੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਹੀ ਸਿਕੰਦਰ ਸਿੰਘ ਮਲੂਕਾ ਤੁਰੇ ਆਉਂਦੇ ਆ। ਉਹ ਦੇਖੋ ਪਰਲੇ ਪਾਸੇ ਜੇ ਕਾਂਗਰਸ ਪਾਰਟੀ ਵਾਲਿਆਂ ਦੀ ਗੱਲ ਕਰਨੀ ਹੋਵੇ ਤਾਂ ਕਿੰਨੇ ਬੰਦੇ ਤੁਰੇ ਆਉਂਦੇ ਨੇ, ਜਾਣੀ ਇੱਕ ਤੋਂ ਬਾਅਦ ਇੱਕ, ਜਿੰਨੇ ਮਰਜ਼ੀ ਨਾਂ ਤੁਸੀਂ ਲੈ ਲਓ। ਐਤਕੀ ਪੱਤਰਕਾਰ ਕਿਹਨੂੰ ਕਹਿਣਗੇ ਕਿ ਭਾਈ ਉਹ ਵੀ ਆਉਣ ਲੱਗੇ ਆ? ਫਿਰ ਕੀ ਕਹਿਣਗੇ ਜੀ ਇਹ ਬੜੇ ਲੰਬੇ ਸਮੇਂ ਦੇ ਚੁਣੇ ਆਉਂਦੇ ਆ। ਐਤਕੀ ਤਾਂ ਬਹੁਤੇ ਬੰਦੇ ਨਵੇਂ ਹੋਣੇ ਆ ਤੇ ਉਹਨਾਂ ਬਹੁਤੇ ਬੰਦਿਆਂ ਨੂੰ ਤਾਂ ਫਿਰ ਇਹ ਵੀ ਨਹੀਂ ਹਿਸਾਬ ਲੱਗਣਾ ਕਿ ਭਾਈ ਜਾਂਦੇ ਹੋਏ ਕੀ ਬੋਲੀਏ ਤੇ ਆਉਂਦੇ ਹੋਏ ਕੀ ਬੋਲੀਏ, ਕਿਉਂਕਿ ਉਹਨਾਂ ਦਾ ਕੰਮ ਕਰਨਾ। ਗੱਲ ਫਿਰ ਉਹੀ, ਮੇਰਾ ਖਿਆਲ ਅੱਜ ਲਗਾਤਾਰ ਤੀਜਾ ਦਿਨ ਆ ਆਪਾਂ ਦੇਵ ਮਾਨ ਹੋਰਾਂ ਦੀ ਗੱਲ ਕਰਦੇ। ਕੁਦਰਤੀ ਮੇਰੇ ਦਿਮਾਗ 'ਚ ਉਦਾਹਰਨ ਆ ਗਈ ਹੈ ਪੁਰਾਣੀ। ਉਹ ਜਿੱਦਣ ਪਹਿਲੇ ਦਿਨ ਗਏ ਸੀ ਦਰਬਾਰ ਸਾਹਿਬ ਮੱਥਾ ਟੇਕਣ, ਉਦੋਂ ਕਹਿੰਦੇ ਵੀ ਮੈਂ ਆਟੋ ਤੇ ਚੜਿਆ ਆਵਾਂ ਤੇ ਜਨਾਬ ਹੋਰਾਂ ਡੱਕ ਲਿਆ। ਕਹਿੰਦੇ ਹਾਂ ਕਿੱਧਰ ਬਈ? ਉਹ ਕਹਿੰਦੇ ਉੱਧਰ ਜਾਣਾ ਹੈ ਅੰਦਰ ਮਹਾਰਾਜ ਅੱਜ। ਉਹ ਨਹੀਂ ਇੱਧਰ VIP ਅੱਜ ਐਂਟਰੀ, ਤੁਹਾਡਾ ਇੱਥੇ ਕੋਈ ਕੰਮ ਨਹੀਂ। ਉਹ ਕਹਿੰਦੇ ਮੈਂ ਮਹਾਰਾਜ ਉੱਥੋਂ ਨਾਭਿਓਂ MLA ਆ, ਮੇਰਾ ਨਾਂ ਗੁਰਦੀਪ ਸਿੰਘ ਮਾਨ ਆ। ਅੱਛਾ ਭਾਜੀ, ਕਹਿੰਦੇ ਯਾਰ ਇੱਦਾਂ ਕਦੀ ਆਏ ਨਹੀਂ ਨਾ MLA, ਤਾਂ ਕਰਕੇ ਪਤਾ। ਅੱਛਾ ਭਾਜੀ। ਉਹ ਕਹਿੰਦੇ ਵੀ ਹੁਣ ਫਿਰ, ਉਹ ਕਹਿੰਦੇ ਜੀ ਹੁਣ ਕਿੱਦਾਂ ਆਟੋ ਤੇ? ਹੁਣ ਫਿਰ ਕੋਈ ਗੱਲ ਨਹੀਂ, ਕਹਿੰਦੇ ਪਿੱਛੇ ਬਹੁਤ ਮੈਂ ਚਲਾਉਣਾ ਆਟੋ। ਹੁਣ
ਇਹੋ ਜਿਹਾ ਕੰਮ ਹੁਣ ਪਹਿਲੀ ਵਾਰ ਮਹਿਕਮੇ ਵਾਲੇ ਵੀ ਵੇਖਣ ਡਿਆ, ਤੇ ਹੋ ਸਕਦਾ ਵੀ ਵਿਧਾਨ ਸਭਾ ਦੇ ਵਿੱਚ ਵੀ ਜਦੋਂ ਪਹੁੰਚਦੇ ਹੋਣ ਤੇ ਆਪਣੇ ਭਾਈਚਾਰੇ ਨੇ ਹੋਣਾ, 1 ਮਿੰਟ ਯਾਰ ਨਿਗਾਹ ਰੱਖੀ, ਸ਼ਕਲ ਤੇ ਮਿਲਦੀ ਲੱਗਦੀ, ਅੱਛਾ ਇਹ ਫਿਰ ਉੱਥੋਂ ਵਾਲੇ ਹੀ ਆ, ਹਾਂਜੀ ਹਾਂਜੀ ਉਹ ਵੀ ਆ ਗਏ ਨੇ ਜੀ। ਪਰ ਹੁਣ ਜਿਸ ਹਿਸਾਬ ਨਾਲ ਗਿਣਤੀ ਹੈ ਨਾ, ਪਹਿਲਾਂ ਤਾਂ ਹੁੰਦਾ ਸੀ ਵੀ ਚਲੋ ਨਵੇਂ ਥੋੜ੍ਹੇ ਆ ਜੀ, ਐਤਕੀ ਜੇ ਕੁੱਲ ਮਿਲਾ ਕੇ ਵੇਖਿਆ ਜਾਵੇ ਤੇ ਸਾਰੇ ਹੀ ਨਵੇਂ ਆ ਲਗਭਗ। ਨਹੀਂ ਇਹ ਹੁੰਦਾ ਪਹਿਲਾਂ ਸੀਗਾ ਕਿ ਪੰਜਾਂ ਦੇ ਮਗਰ ਇੱਕ, 6-10 ਦੇ ਮਗਰ ਇੱਕ ਨਵਾਂ, ਉਹ ਫਿਰ ਆਲੇ ਦੁਆਲੇ ਜੇ ਤੋਂ ਮਰਜ਼ੀ ਪੁੱਛ ਲਵੇ ਜੀ ਹੁਣ ਕੀ ਹੋਣਾ, ਐਤਕੀ ਪੁੱਛਣਾ ਕਿਹਨੂੰ, ਐਤਕੀ ਤਾਂ ਯਾਨੀ ਹਿਸਾਬ ਜਿਹਾ ਲਾ ਕੇ ਚੱਲਣਾ ਪੈਣਾ। ਮੈਨੂੰ ਲੱਗਦਾ ਕਿ ਚੰਗਾ ਇਹਨਾਂ ਨੂੰ ਸ਼ੁਰੂ ਤੋਂ ਹੀ ਇਦਾਂ ਦੀ ਆਦਤ ਨਵੇਂ ਵਿਧਾਇਕਾਂ ਨੂੰ ਪੈਣੀ ਚਾਹੀਦੀ ਆ ਕਿ ਸੈਸ਼ਨ 'ਚ ਸਾਰਾ ਸਮਾਂ ਬਹਿਣਾ, ਛੁੱਟੀ ਨਹੀਂ ਕਰਨੀ, ਲੇਟ ਨਹੀਂ ਆਉਣਾ, ਹਾਜ਼ਰੀ ਲਵਾ ਕੇ ਆ ਕੇ ਸੌਣਾ ਨਹੀਂ, ਘਰੇ ਸੌਂ ਕੇ ਆਉਣਾ, ਫਾਈਲਾਂ ਲੈ ਕੇ ਆਉਣੀਆਂ, ਖਾਲੀ ਹੱਥ ਲਟਕਾਉਂਦੇ ਨੇ ਆਉਣਾ। ਮੈਂ ਤਾਂ ਇਹ ਵੀ ਕਹਿਣਾ ਕਿ ਸੁੱਖਾਂ ਹੀ ਸੁੱਖਣ ਵਾਲੀ ਗੱਲ ਹੈ, ਬਾਈਕਾਟ ਦੀ ਆਦਤ ਨਾ ਪਵੇ ਨਵਿਆਂ ਨੂੰ। ਨਹੀਂ ਉਹ ਪੈਣੀ ਵੀ ਨਹੀਂ ਗਈ, ਕਿਉਂਕਿ ਬਾਈਕਾਟ ਕਰਨਾ ਕਿਹਦੇ ਨਾਲ ਹੈ ਪਹਿਲਿਆਂ ਦਾ ਤਾਂ ਹੁੰਦਾ ਹੈ ਨਾ ਵੀ ਹਾਂ ਵੀ ਆਪਣਾ ਵੀ ਬਾਈਕਾਟ ਹੈ। ਹੁਣ ਇਹ ਹੋ ਸਕਦਾ ਵੀ ਬਾਈਕਾਟ ਦਾ ਕਰਕੇ ਥੋੜੇ ਜਿਹੇ ਬੰਦੇ ਨਾ ਆਉਣ ਤੇ ਉੱਥੇ ਅੰਦਰ ਪਤਾ ਹੀ ਨਹੀਂ ਲੱਗੇ ਯਾਰ ਅੱਜ ਆਪਾਂ ਸਾਰੇ ਆਏ, ਕਹਿੰਦੇ ਲਗਭਗ ਸਾਰੇ ਹੀ ਜਾਪਦੇ ਮੇਜ਼ ਤੇ ਭਰੇ ਹੀ ਆ ਜੀ, ਹੈ ਨਾ। ਇਹ ਆਸ ਵੈਸੇ ਕਰਦੇ ਆ। ਇੱਕ ਮੈਨੂੰ ਹੋਰ ਲੱਗਦੀ ਆ, ਬਾਈਕਾਟ ਕਰਨ ਵਾਲੀ ਸਭ ਤੋਂ ਵੱਡੀ ਧਿਰ ਤਾਂ ਕਾਂਗਰਸ ਹੀ ਆ ਨਾ, ਤੇ ਕਾਂਗਰਸ ਪਾਰਟੀ ਦੇ ਵਿੱਚ ਜਿੰਨਾ ਖਲਾਰਾ ਪਿਆ, ਤੇ ਹੋ ਸਕਦਾ ਕਿ ਪੱਤਰਕਾਰਾਂ ਨੂੰ ਇਹ ਕਹਿਣਾ ਪਿਆ ਕਰੇ ਕਾਂਗਰਸ ਦੇ ਇੱਕ ਧੜੇ ਦੇ 2.25 ਐਮਐਲਏ ਬਾਈਕਾਟ ਕਰ ਗਏ ਆ, ਬਾਕੀ 6 ਧੜਿਆਂ ਦੇ ਕੁਝ ਜਣੀ ਪੌਣੇ 16 ਐਮਐਲਏ ਉੱਥੇ ਬੈਠੇ ਆ। ਹਾਲਾਤ ਤਾਂ ਇਦਾਂ ਦੇ ਆ ਨਾ ਕਿ ਕੌਣ ਬਾਈਕਾਟ ਹੋ ਸਕਦਾ। ਕੋਈ ਕਾਂਗਰਸੀ ਕਹੇ ਆਹ ਗੱਲ ਗਲਤ ਹੈ ਜੀ, ਆਓ ਬਾਈਕਾਟ ਕਰੀਏ, ਨਾਰੇ ਲਾਉਂਦੇ ਜਦੋਂ ਦਰਵਾਜ਼ੇ ਯਾਰ ਪਿੱਛੇ ਤਾਂ ਕੋਈ ਵੀ ਨਹੀਂ ਆਇਆ, ਕਿਉਂਕਿ ਬਾਕੀਆਂ ਦਾ ਧੜਾ ਹੋਰ ਹੋਣਾ ਨਾ। ਨਹੀਂ ਇਹ ਤੇ ਗੱਲ ਹੈਗੀ ਐਤਕੀ। ਹੋ ਸਕਦਾ ਮਤਲਬ ਅੱਧੀ ਕਾਂਗਰਸ ਜਿਹੜੀ ਉਹ ਆਖੇ ਵੀ ਅੱਧੀ ਕਾਂਗਰਸ ਵੱਲੋਂ ਬਾਈਕਾਟ, ਅੱਧਿਆਂ ਵੱਲੋਂ ਮਨਮਟਾਵ, ਅੱਧਿਆਂ ਵੱਲੋਂ ਸਪੋਰਟ। ਬਿਲਕੁਲ ਠੀਕ ਹੈ। ਇਹ ਵੀ ਹੋ ਸਕਦਾ ਸੰਧਾਲੀਆ ਸਾਹਿਬ ਇਹ ਨਾ ਮੰਨਿਆ ਜਾਵੇ ਕਿ ਸਾਰੇ ਆਮ ਆਦਮੀ ਪਾਰਟੀ ਦੇ ਨਵੇਂ ਨੇ, ਅਕਾਲੀ ਦਲ ਦੇ ਲੋਕਾਂ ਦੁਆਰਾ ਵੋਟਾਂ ਪਾ ਕੇ ਚੁਣੇ ਹੋਏ 33% ਦੀ ਐਮਐਲਏ ਵੀ ਨਵੇਂ ਨੇ, ਕਿਉਂਕਿ 3 ਨਹੀਂ ਤੇ ਗਨੀਬ ਕੌਰ ਮਜੀਠੀਆ ਬੀਬੀ ਜੀ ਉਹ ਪਹਿਲੀ ਵਾਰੀ ਚੁਣੇ ਗਏ ਆ, 33% ਉਹਨਾਂ ਦੇ ਹੋ ਗਏ। ਇਧਰਲੇ ਪਾਸਿਓਂ ਜੇ ਦੇਖੀਏ ਤਾਂ ਭਾਜਪਾ ਦੇ 50% ਦੀ ਐਮਐਲਏ ਨਵੇਂ ਨੇ, 2 ਆ ਉਹਨਾਂ ਦੇ ਕੋਲੇ, ਤੇ ਜੰਗੀ ਲਾਲ ਮਹਾਜਨ ਹੋਰੀ ਪਹਿਲੀ ਵਾਰੀ ਚੁਣੇ ਗਏ ਆ। ਤੇ ਜਿਹੜੇ ਅਦਰਸ ਦੇ ਕੋਟੇ 'ਚ ਅਨਿਆ ਇੱਕੋ ਹੀ ਜਿੱਤੇ ਨੇ, ਰਾਣਾ ਇੰਦਰ ਪ੍ਰਤਾਪ, ਉਹ 100% ਜਿਹੜੇ ਨਵੇਂ ਆ ਇੱਕੋ ਹੀ ਨੇ ਤੇ ਇੱਕੋ ਇੱਕ ਨਵੇਂ ਨੇ। ਨਹੀਂ ਇਹ ਇੱਕ ਗੱਲ ਨੋਟ ਕਰਨ ਵਾਲੀ ਆ, ਅੱਜ 2 ਬੰਦਿਆਂ ਦੀ ਨਿਗਾਹ ਰਹਿਣੀ ਜੀ। ਇੱਕ ਤਾਂ ਇਹ ਰਾਣਾ ਇੰਦਰ ਪ੍ਰਤਾਪ ਹੋਰੀ, ਕਿਉਂਕਿ ਅੱਜ ਉਹਨਾਂ ਨੂੰ ਗਿਣਿਆ ਕਿਹੜੇ ਪਾਸੇ ਜਾਂਦਾ ਵੀ ਉਹ ਆਪਣੀ ਆਜ਼ਾਦ ਹਸਤੀ ਕਾਇਮ ਰੱਖਦੇ, ਜਾਂ ਫਿਰ ਉਹ ਕਹਿੰਦੇ ਵੀ ਆਪਾਂ ਫਿਰ ਕਾਂਗਰਸ ਦੀ ਝੋਲੀ 'ਚ ਸੀਟ ਪਾਤੀ। ਦੂਜੀ ਗੱਲ ਗਨੀਵ ਕੌਰ ਮਜੀਠੀਆ ਹੋਰੀ, ਕਿਉਂਕਿ ਜਦੋਂ ਆਪਾਂ ਪਿਛਲੀ ਵਾਰਾਂ ਵੀ ਦੇਖਿਆ ਸੀ ਤਾਂ ਉਦੋਂ ਵੀ ਈਵਨ ਬਾਦਲ ਸਾਹਿਬ ਵੀ ਨਹੀਂ ਸੀ ਗਏ ਉਸ ਦਿਨ ਸਹੁੰ ਚੁੱਕਣ, ਬਾਅਦ ਦੇ ਸਪੀਕਰ ਦੇ ਕਮਰੇ ਸਹੁੰ ਚੁੱਕੇ ਵੀ ਅੱਜ ਉਹ ਜਾਂਦੇ ਨੇ, ਜਾਂ ਫਿਰ ਉਹ ਵੀ ਕੋਈ ਨਹੀਂ ਕਹਿੰਦੇ ਵੀ ਕਰ ਲੈਣ ਦੇ ਉਹਨਾਂ ਨੂੰ ਆਪਣਾ ਸਮਾਗਮ, ਆਪਾਂ ਬਾਅਦ ਸਹੁੰ ਚੁੱਕ ਲਵਾਂਗੇ। ਇਹ ਵੀ ਹੋ ਸਕਦਾ। ਨਹੀਂ ਸੰਭਾਵਨਾ ਆ, ਸੰਭਾਵਨਾ ਹੈਗੀ ਆ। ਤੇ ਬਾਕੀ ਸੰਧਾਲੀਆ ਸਾਹਿਬ ਦੇਖੋ, ਵਿਧਾਨ ਸਭਾ ਦਾ ਸੈਸ਼ਨ ਅੱਜ ਤੱਕ ਕਿਉਂਕਿ ਸਹੁੰ ਹੀ ਚੁੱਕਣੀ ਆ, ਬਾਕੀ ਕੰਮ ਬਾਅਦ 'ਚ ਹੋਣੇ ਆ, ਪਰ ਇੰਨੀ ਗੱਲ ਜ਼ਰੂਰ ਹੈ ਕਿ ਥੋੜਾ ਜਿਹਾ ਹਿਸਾਬ ਕਿਤਾਬ ਲਾ ਕੇ ਚੱਲਣਾ ਚਾਹੀਦਾ। ਆਪਾਂ ਆਉਣਾ ਤਾਂ ਹੈਗਾ ਭਗਵੰਤ ਮਾਨ ਸਾਹਿਬ ਦੇ ਸਹੁੰ ਚੁੱਕ ਸਮਾਗਮ ਵੱਲ। ਮੈਨੂੰ ਇਹ ਲੱਗਦਾ ਸੀ ਕਿ ਆਪਾਂ ਨਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆ ਜਿਹੜਾ ਨਵਾਂ ਤਰੇੜਾਂ ਦਰਾੜਾਂ ਆਉਣ ਲੱਗੀਆਂ, ਆਪਾਂ ਉਹਨਾਂ ਦੀ ਗੱਲ ਕਰਕੇ ਤੇ ਕਾਂਗਰਸੀਆਂ ਤੋਂ ਹੁੰਦੇ ਹੋਏ ਭਗਵੰਤ ਮਾਨ ਸਾਹਿਬ ਤੇ ਮਕਾਵਾਂਗੇ ਅੱਜ। ਇੱਦਾਂ ਕਰ ਲਓ, ਠੀਕ ਹੈ ਜੀ। ਹੁਣ ਪਰ ਜੇ ਸਹੁੰ ਚੁੱਕਣ ਦੀ ਗੱਲ ਚੱਲੀ ਤੇ ਨਿੱਜਰ ਸਾਹਿਬ ਦੀ ਗੱਲ ਕਰ ਲਈਏ। ਉਹ ਕਰ ਲਓ ਫਿਰ, ਚਲੋ। ਪ੍ਰੋ ਟਾਈਮ ਸਪੀਕਰ ਸਾਹਿਬ ਬਣੇ ਨੇ, ਕਿਉਂਕਿ ਗੱਲ ਉਹਨਾਂ ਨਾਲ ਜਿੰਨੀ ਕੀਤੀ ਆਪਣੀ ਭਾਈਚਾਰੇ ਵਾਲਿਆਂ, ਉਹ ਕਹਿੰਦੇ ਬਹੁਤ ਬਹੁਤ ਵਧਾਈਆਂ, ਕਹਿੰਦੇ ਬੜਾ ਧੰਨਵਾਦ ਆ। ਤੇ ਨਿੱਜਰ ਸਾਹਿਬ ਫਿਰ ਹੁਣ ਜ਼ਿੰਮੇਵਾਰੀ ਵੱਡੀ ਮਿਲ ਗਈ, ਉਹ ਕਹਿੰਦੇ ਰਾਤੀ ਫੋਨ ਆਇਆ ਮੈਨੂੰ ਤੇ ਪਤਾ ਵੀ ਨਹੀਂ ਪਹਿਲਾਂ। ਭਗਵੰਤ ਮਾਨ ਸਾਹਿਬ ਕਹਿੰਦੇ ਵੀ ਉਹ ਤੁਸੀਂ ਨਾ ਜੀ ਆ ਜਾਓ, ਤੁਹਾਨੂੰ ਪ੍ਰੋ ਟਾਈਮ ਸਪੀਕਰ ਬਣਾਉਣਾ ਤੇ ਤੁਹਾਨੂੰ ਸਹੁੰ ਚੁੱਕਣੀ। ਮੈਂ ਕਿਹਾ ਜੀ ਮੈਂ ਆ ਜਾਣਾ। ਉਹ ਕਹਿੰਦੇ ਵੀ ਕਿੱਦਾਂ ਦਾ ਮਹਿਸੂਸ ਹੋ ਰਿਹਾ? ਕਹਿੰਦੇ ਜੀ ਮਹਿਸੂਸ ਹੈ ਜੇ ਮੈਨੂੰ ਪਹਿਲਾਂ ਨਹੀਂ ਹੁਣ ਹਟਿਆ ਵੀ ਮੈਂ ਐਮਐਲਏ ਬਣ ਗਿਆ, ਤੁਸੀਂ ਮੈਨੂੰ ਗਾਹ ਆਖੀ ਜਾਂਦੇ ਮੈਂ ਪ੍ਰੋ ਟਾਈਮ ਸਪੀਕਰ ਬਣ ਗਿਆ। ਇਹ ਕਾਰਨ ਆ ਵੀ ਇੱਕ ਗੱਲ ਮੈਂ ਕਹਿਣੀ ਚਾਹੁੰਦਾ। ਉਹ ਕਹਿੰਦੇ ਕਹੋ। ਉਹ ਕਹਿੰਦੇ ਵੀ ਯਾਰ ਜੇ ਕਿਤੇ ਪਹਿਲਿਆਂ ਕੰਮ ਕੀਤਾ ਹੁੰਦਾ ਨਾ ਤੇ ਸਾਨੂੰ ਇਸ ਪਾਸੇ ਨਾ ਆਉਣਾ ਪੈਂਦਾ। ਮੇਰਾ ਕੰਮ ਬਹੁਤ ਵਧੀਆ ਚੱਲਦਾ ਸੀ, ਮੈਂ ਆਪਣੇ ਥਾਂ 'ਤੇ ਸੈੱਟ ਸੀਗਾ, ਪਰ ਇਹ ਕਿਤੇ ਨਾ ਕਿਤੇ ਜਗ੍ਹਾ ਖਾਲੀ ਛੱਡੀ। ਦੋਵੇਂ ਪੋਲੀਟੀਕਲ ਪਾਰਟੀਆਂ ਦੀ ਗੱਲ ਕਰਦੇ, ਤਾਂ ਕਰਕੇ ਆਮ ਬੰਦੇ ਆਏ। ਤੇ ਆਮ ਬੰਦੇ ਵੀ ਹੁਣ ਕਹਿੰਦੇ ਇੱਦਾਂ ਦੇ ਆਏ ਵੀ ਜਿਹੜੀ ਉਹ ਇੱਥੇ ਸਾਡੇ ਉੱਥੇ ਮੁਲਾਜ਼ਮ ਨੇ ਜਿਹੜੇ ਉੱਥੇ ਪੱਕੇ ਵੇਖਦੇ ਹੋਣਗੇ ਕਈਆਂ ਤੋਂ ਵੀ ਯਾਰ ਐਤਕੀ ਸੱਚੀ ਬੰਦੇ ਨਵੇਂ ਹੀ ਤੁਰੇ ਫਿਰਦੇ ਯਾਰ, ਉਹ ਪਹਿਲਿਆਂ 'ਚ ਕੋਈ ਲੱਭਦਾ ਹੀ ਨਹੀਂ ਹੈ ਨਾ। ਹੋ ਸਕਦਾ ਵੀ ਉੱਥੇ ਕੋਈ ਡੱਬਿਆਂ ਦੇ ਵਿੱਚ 5-4 ਫੋਟੋਆਂ ਵੀ ਕੁਛ ਕੁ ਦੀਆਂ ਮੜ ਕੇ ਰੱਖੀਆਂ ਹੁਣ, ਕਹਿੰਦਾ ਯਾਰ ਆਹ ਵੇਖਾਂ ਫੋਟੋਆਂ ਦੇ ਹੱਥ ਮਾਰ ਗਈ ਨਾ, ਫੋਟੋਆਂ ਵਾਲਾ ਤਾਂ ਕੋਈ ਵੀ ਨਹੀਂ ਹੈਗਾ ਇਹਨਾਂ ਦੇ। ਸੋ ਇਹ ਇੱਕ ਨਵੀਂ ਪਿਰਤ ਐਤਕੀ ਪੈ ਗਈ। ਹੁਣ ਉਹ ਵੀ ਨਵੇਂ ਨੇ, ਗਾਂ ਜਿਹਨਾਂ ਨੂੰ ਸਹੁੰ ਚੁਕਾਉਣੀ ਉਹ ਵੀ ਨਵੇਂ ਨੇ। ਅੱਜ ਫਿਰ ਕੰਮ ਨਵਾਂ ਜਿਹਾ ਹੀ ਹੈ ਸਾਰਾ ਕੁਝ, ਪੂਰਾ ਨਵਾਂ ਆ। ਦੇਖੋ ਆਰਜੀ ਤੌਰ ਤੇ ਉੱਤੇ ਸਪੀਕਰ ਦੀ ਡਿਊਟੀ ਉਹਨਾਂ ਨੂੰ ਮਿਲੀ ਹੈ, ਬਹੁਤ ਵਧੀਆ। ਵੈਸੇ ਨਿੱਜਰ ਸਾਹਿਬ ਨੂੰ ਨਾ 8 ਦਿਨਾਂ ਦੇ ਵਿੱਚ 3 ਅਹੁਦੇ ਮਿਲੇ ਆ। 2 ਦਾ ਪਤਾ, 1 ਦਾ ਨਹੀਂ ਕਿਸੇ ਨੂੰ ਪਤਾ, ਬਹੁਤਾ ਉਹ ਚਰਚਿਤ ਨਹੀਂ ਹੋਇਆ। ਇੱਕ ਤਾਂ ਐਮਐਲਏ ਬਣ ਗਿਆ। ਅਗਲੇ ਦਿਨ ਹੀ ਇੱਕ ਬਹੁਤ ਵੱਡੀ ਸੰਸਥਾ ਹੈ ਸਿੱਖ ਭਾਈਚਾਰੇ ਦੀ, ਮੈਂ ਹੁਣ ਨਾਂ ਨਹੀਂ ਲੈਣਾ, ਮੈਂ ਸਿਰਫ ਟਿੱਪਣੀਆਂ ਚਾਹੁੰਦਾ।
ਉਹਦੇ ਜਿਹੜੇ ਮੁਖੀ ਸੀ ਉਹਨਾਂ ਦਾ ਅਚਨਚੇਤੀ ਦੇਹਾਂਤ ਹੋ ਗਿਆ ਤੇ ਉਹਦੀ ਪ੍ਰਧਾਨਗੀ ਵੀ ਇਹਨਾਂ ਨੂੰ ਮਿਲੀ। ਹੂੰ। ਉਹਦੇ ਤੋਂ ਬਾਅਦ ਹੁਣ ਬਾਕੀ ਵਿਧਾਇਕਾਂ ਨੇ ਜੇ ਸਹੁੰ ਚੁੱਕਣੀ ਆ ਤੇ ਇਹਨਾਂ ਨੂੰ ਆਰਜੀ ਤੌਰ ਦੇ ਉੱਤੇ ਪੰਜਾਬ ਵਿਧਾਨ ਸਭਾ ਦਾ ਸਪੀਕਰ ਲਾਤਾ। ਸ਼ਾਇਦ ਇਹ ਪੰਜਾਬ ਵਿਧਾਨ ਸਭਾ 'ਚ ਪਹਿਲਾ ਹੀ ਮੌਕਾ ਹੋਵੇ, ਮੈਂ ਸ਼ਾਇਦ ਸ਼ਬਦ ਵਰਤ ਰਿਹਾ, ਕਿ ਕਿਸੇ ਪਹਿਲੀ ਵਾਰ ਚੁਣੇ ਗਏ ਵਿਧਾਇਕ ਨੂੰ ਆਰਜੀ ਸਪੀਕਰ ਦੇ ਤੌਰ ਦੇ ਉੱਤੇ ਸਹੁੰ ਚੁੱਕਣ ਦਾ ਮੌਕਾ ਪੰਜਾਬ ਦੇ ਵਿੱਚ ਮਿਲਿਆ ਹੋਵੇ। ਨਹੀਂ ਤਾਂ ਹੁੰਦਾ ਕਿ ਜਿਹੜਾ ਬੰਦਾ ਸੀਨੀਅਰ ਹੈ ਕੋਈ, ਜਿਹੜਾ 2 3 4 5 ਵਾਰੀ ਜਿੱਤਿਆ, ਉਹਨਾਂ ਨੂੰ ਮੌਕਾ ਦਈਏ। ਪਰ ਕਿਉਂਕਿ ਉਹ ਪਹਿਲੀ ਗੱਲ ਹੈ ਕਿ ਉਹਨਾਂ ਨੇ ਕਾਫੀ, ਉਹਨਾਂ ਕੋਲ ਤਜਰਬਾ ਹੈ, ਪੜ੍ਹਾਈ ਲਿਖਾਈ ਕਾਫੀ ਹੈ, ਤੇ ਕਦੇ ਵੀ ਕਿਸੇ ਨੇ ਉਹਨਾਂ ਨੂੰ ਇਦਾਂ ਬੋਲਦੇ ਚੱਲਦੇ ਨਹੀਂ ਦੇਖਿਆ ਕਿ ਉਹਨਾਂ ਦੇ ਵਿੱਚ ਠਰਮਾ ਨਾ ਹੋਵੇ। ਹੁਣ ਆਰਜੀ ਸਪੀਕਰ ਬਣੇ ਨੇ, ਵਧੀਆ। ਉਧਰ 2 ਇਸ਼ਾਰੇ ਮਿਲੇ। ਆ ਜਾਓ। ਪਹਿਲਾ ਇਸ਼ਾਰਾ ਤੇ ਇਹ ਸੀ ਵੀ ਜਿਹੜੀ ਚਰਚਾ ਚੱਲਦੀ ਸੀ ਵੀ ਕਿ ਸ਼ਾਇਦ ਉਹ ਸਰਬਜੀਤ ਕੌਰ ਮਾਣੂਕੇ ਹੋਰਾਂ ਨੇ ਸਪੀਕਰ ਬਣਨਾ ਜੀ, ਉਹ ਅਜੇ ਚਰਚਾ ਉੱਦਾਂ ਹੀ ਆ ਤੇ ਅਜੇ ਉਹ ਬਣ ਸਕਦੇ ਆ ਕਿਉਂਕਿ ਅਜੇ ਪਰਮਾਨੈਂਟ ਇਹਨਾਂ ਨੂੰ ਕੀਤਾ ਨਹੀਂ। ਦੂਜੀ ਚਰਚਾ ਇਹ ਵੀ ਚੱਲਦੀ ਸੀ ਵੀ ਯਾਰ ਜੇ ਕਿਸੇ ਪੁਰਾਣਿਆਂ ਦੇ ਵਿੱਚੋਂ ਕਿਸੇ ਨੂੰ ਸਪੀਕਰ ਬਣਾਣੇ ਤੇ ਫਿਰ ਕੱਲ ਉਹ ਕਹਿੰਦੇ ਹੁਣ ਮੰਤਰੀ ਵੀ 10 ਕੀ ਬਣਾਉਣੇ ਆ ਹੈ ਨਾ, ਦੇ ਯਾਰ ਪਹਿਲਾਂ ਸਪੀਕਰ ਵਾਲੇ ਪਾਸੇ ਡਾ ਲਿਆ, ਮੁੜ ਕੇ ਯਾਰ ਹੁਣ ਮੰਤਰੀ ਵੀ ਬਣਾਉਣਾ। ਉਹ ਕਹਿੰਦੇ ਵੀ ਨਹੀਂ ਨਵਾਂ ਬੰਦਾ ਲਾਓ ਤੁਸੀਂ ਸਪੀਕਰ, ਪੁਰਾਣਿਆਂ ਨੂੰ ਕੋਈ ਹੋਰ ਜ਼ਿੰਮੇਵਾਰੀ ਦੇਵਾਂਗੇ। ਮਤਲਬ ਕਈਆਂ ਨੂੰ ਆਸ ਵੱਜ ਗਈ ਹੋਣੀ ਆ। ਬਾਕੀ ਸੰਧਾਲੀਆ ਸਾਹਿਬ ਜੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਆਈ ਹੈ, ਦੇਖੋ ਸੁਖਬੀਰ ਸਿੰਘ ਬਾਦਲ ਹੋਰੀ ਬਹੁਤ ਜ਼ਿਆਦਾ ਐਕਟਿਵ ਨੇ। ਐਤਕੀ ਅਕਾਲੀ ਦਲ ਨੂੰ ਪਤਾ ਸੀ ਕਿ ਜਦੋਂ ਬੰਦੇ 3 ਹੀ ਜਿੱਤੇ ਹੈ, ਕੁਝ ਇੱਕ ਦੀਆਂ ਜ਼ਮਾਨਤਾਂ ਤੱਕ ਵੀ ਗੱਲ ਗਈ ਹੈ, ਤਾਂ ਔਖਾ ਜ਼ਰੂਰ ਹੋ ਜਾਣਾ। ਇਸੇ ਕਰਕੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਨਤੀਜਾ ਆਉਂਦਿਆਂ ਹੀ ਸਾਰ ਜਿੱਦਾਂ ਕੋਰ ਕਮੇਟੀ ਦੀ ਬੈਠਕ ਸੱਦੀ, ਵੱਡੇ ਬਾਦਲ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਵੀ ਉੱਥੇ ਲਿਆਂਦਾ। ਕੋਰ ਕਮੇਟੀ ਨੇ ਕਿਹਾ ਕਿ ਸਾਡਾ ਪੂਰਾ ਯਕੀਨ ਹੈ, ਅਸਤੀਫੇ ਦੀ ਪੇਸ਼ਕਸ਼ ਠੁਕਰਾ ਦਿੱਤੀ ਗਈ। ਨਾਲ ਹੀ ਕਹਿਤਾ ਕਿ ਕੱਲ੍ਹ ਨੂੰ ਕੋਰ ਕਮੇਟੀ ਦੇ ਮੈਂਬਰਾਂ ਨੂੰ ਕੱਲੇ ਮਿਲਣਾ, ਹਰ ਇੱਕ ਨੂੰ ਵਿਸ਼ਵਾਸ 'ਚ ਲੈਣਾ ਜ਼ਰੂਰੀ ਹੁੰਦਾ ਹੈ। ਫਿਰ ਕਿ ਜ਼ਿਲ੍ਹਿਆਂ ਦੇ ਜਥੇਦਾਰਾਂ ਨੂੰ ਮਿਲਣਾ। ਫਿਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਪ੍ਰੋਗਰਾਮ ਬਣਾਤਾ ਗਿਆ ਸੀ ਕਿ ਹਰ ਇੱਕ ਜ਼ਿਲ੍ਹੇ ਦੇ ਅੱਡ ਵਰਕਰਾਂ ਨੂੰ ਜਾ ਕੇ ਮਿਲਣਾ, ਕਿ ਜ਼ਿਲ੍ਹੇ ਦੇ ਸਾਰੇ ਅਕਾਲੀ ਵਰਕਰ ਇੱਕ ਥਾਂ ਇਕੱਠੇ ਕਰਨੇ ਆ, ਉੱਥੇ ਜਾ ਕੇ ਮਿਲਣਾ ਕਿ ਭਾਈ ਹੌਸਲਾ ਨਹੀਂ ਢਾਉਣਾ, ਕਿਉਂਕਿ ਸੰਗਰੂਰ ਸਿਰ ਤੇ ਆਇਆ ਖੜਾ ਜ਼ਿਮਨੀ ਚੋਣ। ਪਰ ਜੇ ਇਸ ਗੱਲ ਨੂੰ ਰੋਕਣ ਦੇ ਲਈ ਯਤਨ ਕੀਤਾ ਗਿਆ ਸੀ, 18% ਹੀ ਵੋਟਾਂ ਮਿਲੀਆਂ, ਕਾਫੀ ਹੁੰਦੀਆਂ ਵੈਸੇ, ਉਹ ਗੱਲ ਹੋਣੀ ਸ਼ੁਰੂ ਹੋ ਗਈ। ਸਭ ਤੋਂ ਪਹਿਲਾਂ ਤਾਂ ਬਠਿੰਡਾ ਸ਼ਹਿਰੀ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ ਦੀ ਟਿਕਟ ਤੇ ਚੋਣ ਲੜੇ ਸਰੂਪ ਚੰਦ ਸਿੰਗਲਾ, ਪਹਿਲਾਂ ਵੀ ਲੜੇ, ਸਿਰੇ ਦੇ ਲੀਡਰ ਵੀ ਰਹਿ ਚੁੱਕੇ ਸੀ। ਉਹਨਾਂ ਨੇ ਤਾਂ ਚੱਲਦੀ ਚੋਣ ਦੇ ਵਿੱਚ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਬਰਾਬਰ ਬੈਠਿਆ ਕਹਿਤਾ ਸੀ ਕਿ ਸਾਡੇ ਵਰਕਰਾਂ ਦੇ ਵਿੱਚ ਇਦਾਂ ਦੀਆਂ ਅਫਵਾਹਾਂ ਨੇ ਕਿ ਉੱਪਰੋਂ ਕੋਈ ਰਲਿਆ ਲੱਗਦਾ ਮਨਪ੍ਰੀਤ ਸਿੰਘ ਬਾਦਲ ਨਾਲ, ਤੁਸੀਂ ਕਲੀਅਰ ਕਰਕੇ ਜਾਓ। ਕਹਿੰਦੇ ਇਦਾਂ ਦੀ ਕੋਈ ਗੱਲ ਨਹੀਂ, ਤੁਸੀਂ ਡਟ ਕੇ ਚੋਣ ਲੜੋ। ਹੁਣ ਨਤੀਜਾ ਆਇਆ, ਅਕਾਲੀ ਦਲ ਵੱਲੋਂ ਪਹਿਲਾ ਅਸਤੀਫਾ ਬਠਿੰਡਾ, ਉਹ ਇਲਾਕਾ ਜਿੱਥੋਂ ਬੀਬੀ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਨੇ, ਬਠਿੰਡਾ ਸ਼ਹਿਰੀ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਰਹੇ ਸਰੂਪ ਚੰਦ ਸਿੰਗਲਾ ਹੋਰਾਂ ਨੇ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਛੱਡੀ ਹੈ, ਕੋਈ ਅਹੁਦਾ ਨਹੀਂ। ਤੇ ਨਾਲ ਦੋਸ਼ ਕੀ ਲਾਇਆ? ਉਹ ਕਹਿੰਦੇ ਜੀ ਲੀਡਰਸ਼ਿਪ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਰਲੀ ਹੋ ਸੀ, ਸਾਨੂੰ ਕਹਿੰਦੇ ਮੋਹਰਾ ਬਣਾਇਆ ਜਾ ਰਿਹਾ ਸੀ। ਤੁਸੀਂ ਇਹ ਦੇਖੋ ਕਿ ਜੇ ਅਕਾਲੀ ਦਲ ਦਾ ਇੱਕ ਉਮੀਦਵਾਰ ਕਹਿੰਦਾ ਕਿ ਸਾਡੀ ਲੀਡਰਸ਼ਿਪ ਅਕਾਲੀ ਦਲ ਦੀ ਕਾਂਗਰਸੀ ਉਮੀਦਵਾਰ ਮਨਪ੍ਰੀਤ ਬਾਦਲ ਨਾਲ ਰਲੀ ਸੀ, ਇਹੀ ਗੱਲ ਗਿੱਦੜਬਾਹੇ ਤੋਂ ਇੱਕ ਵਾਰ ਫੇਰ ਚੁਣੇ ਗਏ ਐਮਐਲਏ ਤੇ ਕਾਂਗਰਸੀ ਲੀਡਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਕਹੀ ਸੀ, ਸਾਰੇ ਬਾਦਲ ਹਰਾ ਦਿਓ। ਉਹਨਾਂ ਨੇ ਕਿਹਾ ਸੀ ਵੀ ਆਪਸ ਦੇ ਵਿੱਚ ਰਲੇ ਹੋ, ਤੇ ਸਾਰੇ ਬਾਦਲਾਂ ਦੇ ਵਿੱਚ ਉਹਨਾਂ ਦੀ ਆਪਦੀ ਪਾਰਟੀ ਦੇ ਬਠਿੰਡਾ ਸ਼ਹਿਰੀ ਦੇ ਕੈਂਡੀਡੇਟ ਮਨਪ੍ਰੀਤ ਸਿੰਘ ਬਾਦਲ ਵੀ ਆਉਂਦੇ ਸੀ। ਹੁਣ ਕਰਨੈਲ ਸਿੰਘ ਪੰਜੌਲੀ ਕਹਿੰਦੇ ਕਿ ਸਿੱਖੀ ਸਰੂਪ ਅਕਾਲੀ ਦਲ ਦੇ ਵਿੱਚ ਫੇਰ ਉੱਪਰ ਲਿਆਂਦਾ ਜਾਵੇ। ਸਰੂਪ ਚੰਦ ਸਿੰਗਲਾ ਅਸਤੀਫਾ ਦੇ ਦਿੰਦੇ ਆ। ਜਥੇਦਾਰ ਗੁਰਚਰਨ ਸਿੰਘ ਟੌੜਾ ਹੋਰਾਂ ਦੇ ਜਿਹੜੇ ਦੋਤਾ ਸਾਹਿਬ ਨੇ, ਹਰਿੰਦਰਪਾਲ ਸਿੰਘ ਟੌੜਾ, ਉਹ ਕਹਿੰਦੇ ਨੇ ਕਿ ਭਾਈਆ ਦੇਖ ਲਓ ਹਾਲਾਤ ਕੀ ਕਰ ਦਿੱਤੇ ਆ, ਸੁਖਾਲਾ ਨਹੀਂ ਹੈ ਇਸ ਸਥਿਤੀ ਦੇ ਵਿੱਚ ਅਕਾਲੀ ਦਲ ਨੂੰ ਇਕਜੁੱਟ ਰੱਖਣਾ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਲਈ। ਇਹ ਪਰ ਆਪਾਂ ਜਿਹੜਾ ਮੇਰਾ ਖਿਆਲ ਉਦੋਂ ਗੱਲ ਕਰ ਲਈ ਸੀ ਨਾ ਵੀ ਉਹ ਜਿਹੜਾ ਇੱਕ ਨਾ ਹੁੰਦਾ ਨਾ ਵੀ ਜਦੋਂ ਬੂਹਾ ਜਾਂ ਖੋਲੀਏ ਤੇ ਗਰਮੀਆਂ ਨੂੰ ਜਦੋਂ ਇੱਕ ਨਾ ਲੋਜ ਹੀ ਨਹੀਂ ਵੱਜਦੀ ਜੀ, ਉਹ ਵਾਲਾ ਬੂਹਾ ਉਦੋਂ ਖੁੱਲ ਗਿਆ ਤੇ ਉਦੋਂ ਵੱਡੇ ਬਾਲ ਸਾਹਿਬ ਆਏ ਸੀ, ਉੱਥੇ ਬੈਠੇ ਸੀ, ਉਹ ਇੱਕ ਨਾ ਮੇਰਾ ਖਿਆਲ ਟਾਈਮ ਲੰਘ ਗਿਆ। ਹੁਣ ਤੇ ਹੌਲੀ ਹੌਲੀ 2 4 5 ਅਸਤੀਫੇ ਆਉਣੇ ਨੇ ਤੇ ਜਿਹੜੇ ਅਸਲ ਅਸਤੀਫੇ ਦੀ ਬਚਤ ਕਰਨੀ ਸੀ ਉਹ ਹੋ ਗਈ ਲੱਗਦੀ। ਮਤਲਬ ਹੁਣ ਦੇ ਹਿਸਾਬ ਨਾਲ ਤੇ ਇਹ ਆ, ਪਰ ਬਾਕੀ ਤੁਸੀਂ ਹੁਣੇ ਜਦੋਂ ਰਾਜਾ ਵੜਿੰਗ ਸਾਹਿਬ ਦੀ ਗੱਲ ਕੀਤੀ, ਉਹ ਤਾਂ ਦੇਖੋ ਉਦੋਂ ਹੀ ਬੰਦਾ ਬਿਆਨ ਦੇਈ ਜਾਂਦਾ ਵੀ ਮੂੰਹ ਸਿਰ ਰੰਗ ਨਾ ਭਰਿਆ। ਉਹ ਕਹਿੰਦੇ ਮੈਨੂੰ ਕੋਈ ਖੁਸ਼ੀ ਨਹੀਂ ਜੇ ਆਪਣੇ ਜਿੱਤਣ ਦੀ, ਮੈਨੂੰ ਬਾਦਲਾਂ ਦੇ ਹਾਰਨ ਦੀ ਜ਼ਿਆਦੀ। ਇੱਥੋਂ ਤੱਕ ਤੇ ਉਹ ਬਿਆਨ ਦੇ ਰਹੇ ਬੰਦੇ। ਹੁਣ ਇਹ ਤਾਂ ਗੱਲ ਕਲੀਅਰ ਸੀ ਮੇਰਾ ਖਿਆਲ, ਆਪਾਂ ਇਲੈਕਸ਼ਨ ਅਜੇ ਉਦੋਂ ਅਨਾਊਂਸ ਨਹੀਂ ਸੀ ਹੋਇਆ, ਉਦੋਂ ਵੀ ਥੋੜਾ ਇਸ਼ਾਰਾ ਕੀਤਾ ਸੀ, ਇਲੈਕਸ਼ਨ ਦੇ ਦੌਰਾਨ ਤੇ ਬਹੁਤਾ ਕਰ ਨਹੀਂ ਸੀ ਸਕਦੇ। ਮੁੜ ਕੇ ਅਗਲਾ ਨਾ ਵੀ ਇਦਾਂ ਰਿਜ਼ਲਟ ਤੋਂ ਬਾਅਦ ਆਪਾਂ ਜ਼ਰੂਰ ਕਿਹਾ ਸੀ ਵੀ ਹਾਂ ਵੀਰ ਉੱਥੇ ਧੁਖਦੀ ਜੇ ਜੀ, ਫੇਰ ਨਾ ਕਿਉਂ ਜੇ ਰਿਜ਼ਲਟ ਆਇਆ ਤੇ ਫਿਰ ਕਿ ਅਚਾਨਕ ਉਹ ਧੀਰਾ ਭਲਾ ਜੀ ਤੇ ਬਲਦੀ ਸੀ। ਇਹ ਹੁਣ ਸਰੂਪ ਚੰਦ ਸਿੰਗਲਾ ਹੋਰਾਂ ਦੇ ਅਸਤੀਫੇ ਨਾਲ ਕਲੀਅਰ ਹੋ ਗਈ ਵੀ ਭਾਈ ਸਾਹਿਬ ਉਹ ਜਿਹੜੀ ਢੱਕੀ ਰਹਿੰਦੀ ਸੀ ਨਾ, ਉਹਨਾਂ ਨੇ ਢੱਕਣ ਚੱਕਤਾ। ਸੰਧਾਲੀਆ ਸਾਹਿਬ, ਹਾਰਨਾ ਇੱਕ ਵੱਖਰੀ ਗੱਲ ਹੈ ਕਿ ਵੋਟਾਂ ਘਟ ਗਈਆਂ ਵੱਧ ਗਈਆਂ, ਸਾਰੀਆਂ ਪਾਰਟੀਆਂ 'ਚ ਹਾਰ ਜਿੱਤ ਹੁੰਦੀ ਰਹਿੰਦੀ ਹੈ, ਪਰ ਇੱਕ ਉਮੀਦਵਾਰ ਇਹ ਇਲਜ਼ਾਮ ਲਾ ਦੇਵੇ ਕਿ ਲੀਡਰਸ਼ਿਪ, ਇੱਕ ਤਾਂ ਹੁੰਦਾ ਨਾ ਕਿ ਜ਼ਿਲ੍ਹੇ ਦੀ ਲੀਡਰਸ਼ਿਪ ਰਲੀ ਸੀ,
ਇੱਕ ਹੁੰਦਾ ਜੀ ਸਾਡੇ ਇੱਥੇ ਵਾਲੇ ਬੰਦੇ ਜੇ ਮੈਨੂੰ ਟਿਕਟ ਦੇ ਦਿੱਤੀ, ਜਿਹਨੂੰ ਟਿਕਟ ਨਹੀਂ ਦਿੱਤੀ ਉਹ ਰਲਿਆ ਸੀ, ਜਾਂ ਕਈ ਵਾਰੀ ਹੁੰਦਾ ਜੀ ਇਹਨਾਂ ਬੰਦਿਆਂ ਨੇ ਅੰਦਰ ਖਾਤੇ ਜੜ੍ਹਾਂ ਵੱਡੀਆਂ। ਮੈਨੂੰ ਲੱਗਦਾ ਕਿ ਸ਼ਾਇਦ ਅਕਾਲੀ ਦਲ ਦੇ ਸਿਆਸੀ ਇਤਿਹਾਸ ਦੇ ਵਿੱਚ ਵੀ ਪਹਿਲੀ ਵਾਰ ਹੋਏਗਾ ਕਿ ਕਿਸੇ ਪਾਰਟੀ, ਆਪਣੀ ਪਾਰਟੀ ਦੇ ਕੈਂਡੀਡੇਟ ਨੇ ਪਾਰਟੀ ਦੀ ਲੀਡਰਸ਼ਿਪ ਤੇ ਦੋਸ਼ ਲਾਇਆ। ਉਹ ਕਹਿੰਦੇ ਜੀ ਮੈਂ ਵੱਡੇ ਬਾਦਲ ਸਾਹਿਬ ਨੂੰ ਵੀ ਦੱਸ ਕੇ ਆਇਆ। ਹੁਣ ਇਹ ਸਾਰੀ ਪ੍ਰਕਿਰਿਆ ਦੇ ਵਿੱਚੋਂ ਕੱਲਾ ਇਹ ਨਹੀਂ ਕਿ ਅਕਾਲੀ ਦਲ ਦੇ ਲਈ ਸੰਕਟ ਹੈ, ਮਨਪ੍ਰੀਤ ਸਿੰਘ ਬਾਦਲ ਦੇ ਲਈ ਥੋੜਾ ਸੰਕਟ ਹੈ, ਕਿਉਂਕਿ ਜਦੋਂ ਪਿਛਲੇ ਸਮੇਂ ਦੇ ਵਿੱਚ ਤੁਹਾਨੂੰ ਯਾਦ ਹੋਣਾ ਉਹ ਬਠਿੰਡਾ ਹੀ ਸੀ ਨਾ। ਮੇਰਾ ਖਿਆਲ ਆ ਕਿ ਇਲੈਕਸ਼ਨ ਵੀ ਮਨਪ੍ਰੀਤ ਸਿੰਘ ਬਾਦਲ ਦੀ ਸੀ, ਜੇ ਰਾਜਾ ਵੜਿੰਗ ਖੜੇ ਸੀ ਉਦੋਂ ਨਵਜੋਤ ਸਿੰਘ ਸਿੱਧੂ ਆ ਕੇ ਇਸੇ ਥਾਂ ਤੋਂ ਹੀ ਕਹਿ ਕੇ ਗਿਆ ਸੀ, ਇਸੇ ਬਠਿੰਡਾ ਲੋਕ ਸਭਾ ਹਲਕੇ ਤੋਂ, ਕਿ ਭਾਈ ਕੋਈ ਰਲ ਮਿਲ ਕੇ ਕੰਮ ਕਰ ਚੱਲਦਾ, ਤੇ ਮੰਤਰੀ ਦਾ ਅਹੁਦਾ ਚਲਾ ਗਿਆ ਸੀ। ਯਾਨੀ ਗੱਲਾਂ ਹੁਣ ਕਈ ਜੁੜਦੀਆਂ। ਅਸੀਂ ਨਹੀਂ ਕਹਿੰਦੇ ਸੱਚ ਕਿਹਦੇ ਵਿੱਚ ਹੈ। ਹਾਂ, ਆਪਾਂ ਪ੍ਰੋਗਰਾਮ ਕਰਕੇ ਨਿਬੇੜਨਾ ਕੰਮ। ਸੁਖਬੀਰ ਸਿੰਘ ਬਾਦਲ ਸਾਹਿਬ ਨੇ ਬਠਿੰਡੇ ਪੁੱਜ ਜਾਣਾ, ਕਹਿੰਦੇ ਜੀ ਵਰਕਰਾਂ ਨੂੰ ਇਕਜੁੱਟ ਰੱਖਣਾ। ਨਹੀਂ ਚਲੋ ਉਹ ਤਾਂ ਰੱਖਿਆ ਹੀ ਜਾਣਾ, ਹੁਣ ਇਹਦੇ 'ਚ ਕਿਹੜੀ ਗੱਲ ਆ। ਕਾਰਨ ਇਹ ਆ ਵੀ ਹੁਣ 5 ਸਾਲ ਇਕਜੁੱਟ ਹੀ ਹੋਣਾ, ਹੋਰ ਕੀ ਹੋਣਾ। ਆਪਾਂ ਤਾਂ ਸਿਰਫ ਇਹ ਬੇਨਤੀ ਕਰਦੇ ਹਾਂ ਵੀ ਦੇਖੋ ਆਹ ਜਿਹੜੀ ਚੇਂਜ ਆ ਇਹਦੇ ਨਾਲ ਜੇ ਮੰਨ ਲਓ ਅੱਜ ਦੀ ਡੇਟ ਦੇ ਵਿੱਚ ਕੋਈ ਵੀ ਪੋਲੀਟੀਕਲ ਪਾਰਟੀ, ਭਾਵੇਂ ਕਾਂਗਰਸ ਹੈ, ਭਾਵੇਂ ਅਕਾਲੀ ਦਲ ਆ, ਜਾਂ ਭਾਜਪਾ ਲਾ ਲਓ, ਜਾਂ ਹੋਰ ਜਿਹੜੀ ਵੀ ਧਿਰ ਆ, ਜਿਹਨੂੰ ਇਹ ਲੱਗਦਾ ਵੀ ਹਾਂ ਵੀ ਆਮ ਆਦਮੀ ਪਾਰਟੀ ਦੀ ਸੁਨਾਮੀ ਸੀ, ਵੇਵ ਸੀ, ਅਸੀਂ ਹਾਰ ਗਏ, ਜਾਂ ਜੀ ਇਹ ਤਾਂ ਲੋਕਾਂ ਨੇ ਐਵੇਂ ਹੀ ਵੋਟਾਂ ਪਾਪੂ ਦਿੱਤੀਆਂ, ਏਡੀ ਕੋਈ ਗੱਲ ਨਹੀਂ ਸੀ। ਦੇਖੋ ਹੁਣ ਇਹਨਾਂ ਬਿਆਨਾਂ ਦੇ ਨਾਲ ਜਾਂ ਤਾਂ ਇਹ ਹੋਇਆ ਨਾ ਵੀ ਤੁਸੀਂ 4 ਵਾਰਾਂ ਬਿਆਨ ਦੇਤਾ ਨਾ, ਜਾਂ ਹੋ ਸਕਦਾ ਵੀ ਕਿਸੇ ਪੰਡਤ ਨੇ ਦੱਸਿਆ ਵੀ ਤੁਸੀਂ ਨਾ ਜੀ 108 ਵਾਰ ਕਹਿਣਾ ਹੈ ਜੀ ਆਮ ਆਦਮੀ ਪਾਰਟੀ ਦੀ ਸੁਨਾਮੀ ਦਾ ਕਰਕੇ ਅਸੀਂ ਹਾਰੇ ਤੇ ਭਗਵੰਤ ਮਾਨ ਨੇ ਅਸਤੀਫਾ ਦੇ ਦੇਣਾ, ਸਰਕਾਰ ਤੁਹਾਡੀ ਬਣ ਜਾਣੀ। ਜੇ ਤੇ ਇਦਾਂ ਹੋਣਾ ਹੋਵੇ ਫਿਰ ਤੇ ਜੀ ਸਦਕੇ ਬਿਆਨ ਦਿਓ। ਜਦੋਂ ਪਤਾ ਵੀ ਹੁਣ 27 'ਚ ਜਾ ਕੇ ਮੌਕਾ ਮਿਲਣਾ, ਉਦੋਂ ਪਹਿਲਾਂ ਕੁਝ ਨਹੀਂ। ਇਦਾਂ ਥੋੜੀ ਬੰਦੇ 56 ਤੇ ਘਟਦੇ ਸਾਰੇ 56। ਮੈਂ ਹੋਰ ਹਿਸਾਬ ਨਾਲ ਬੀਜੇਪੀ ਵਾਲਿਆਂ ਨੇ ਕਹਿੰਦੇ 54 ਦੀ ਜ਼ਮਾਨਤ ਜ਼ਬਤ ਹੋਈ, ਤੇ ਮੈਂ ਕਿਹਾ ਯਾਰ 5 ਦੀ ਹੋਰ ਕਰਨੇ ਤੇ 59 ਦੀ ਸਰਕਾਰ ਬਣ ਜਾਣੀ। ਸੰਧਾਲੀ ਸਾਹਿਬ ਚੇਤਾ ਨਾ ਭੁੱਲੇ, ਹਰਮੀਤ ਸਿੰਘ ਕਾਲਕਾ, ਤੁਸੀਂ ਇਹ ਦੇਖੋ ਕਿ 3 ਮਹੀਨਿਆਂ ਦੇ ਵਿੱਚ ਅਕਾਲੀ ਦਲ ਨੇ 2 ਲੀਡਰ ਨਹੀਂ ਗਵਾਏ, 2 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗਵਾਏ ਆ। ਪਹਿਲਾਂ ਇਲੈਕਸ਼ਨ ਚੱਲਦੀ ਦੇ ਵਿੱਚ ਜਦੋਂ ਮਨਜਿੰਦਰ ਸਿੰਘ ਸਿਰਸਾ ਹੋਰਾਂ ਨੇ ਕਿਹਾ ਜੀ ਮੈਂ ਪ੍ਰਧਾਨਗੀ ਵੀ ਛੱਡੀ, ਮੈਂ ਅਕਾਲੀ ਦਲ ਵੀ ਛੱਡਿਆ, ਮੈਂ ਭਾਰਤੀ ਜਨਤਾ ਪਾਰਟੀ ਚੱਲਿਆ। ਹੁਣ ਅਚਾਨਕ ਹਰਮੀਤ ਸਿੰਘ ਕਾਲਕਾ ਹੋਰਾਂ ਨੂੰ ਅਕਾਲੀ ਦਲ ਨੇ ਬਣਾਇਆ ਸੀ, ਸੁਖਬੀਰ ਸਿੰਘ ਬਾਦਲ ਸਾਹਿਬ ਨੇ ਬਣਾਇਆ ਸੀ ਕਿ ਭਾਈ ਨਾ ਸਿਰਸਾ ਸਾਹਿਬ ਗਏ, ਕੋਈ ਗੱਲ ਨਹੀਂ, ਪਿੱਠ 'ਚ ਛੁਰਾ ਮਾਰਿਆ, ਹਰਮੀਤ ਸਿੰਘ ਕਾਲਕਾ ਵਰਗਾ ਬੰਦਾ ਸਾਡੇ ਕੋਲ ਯੋਧਾ ਹੈਗਾ ਹੀ। ਉਹ ਵੀ ਉਦੋਂ ਬਣਾਇਆ, ਆਪਾਂ ਦੱਸ ਦਈਏ ਥੋੜੇ ਦਿਨ ਨਹੀਂ ਚੇਤਾ ਆ ਜੀ, ਜਦੋਂ ਅਚਾਨਕ ਇਹ ਖਬਰਾਂ ਆਉਣ ਲੱਗ ਪਈਆਂ ਵੀ ਯਾਰ ਮਨਜਿੰਦਰ ਸਿੰਘ ਸਿਰਸਾ ਸਾਹਿਬ ਕਹਿੰਦੇ ਮੈਂ ਛੱਡ ਗਿਆ ਸਾਰਾ ਕੁਝ, ਚੈੱਕ ਤੇ ਸਾਈਨ ਅਜੇ ਵੀ ਉਹਨਾਂ ਦੇ ਹੁੰਦੇ ਆ, ਵੀ ਇਹਦਾ ਮਤਲਬ ਇਹ ਹੋ ਗਿਆ ਵੀ ਉਹ ਬੰਦਾ ਇੰਡਾਇਰੈਕਟ ਵੇ ਨਾਲ ਅਜੇ ਵੀ ਪ੍ਰਧਾਨ ਆ। ਫਿਰ ਰਾਤੋਂ ਰਾਤ ਕਹਿੰਦੇ ਦਗੜ ਓਕੇ ਜੀ, ਓਕੇ ਗੱਲ ਹੋ ਗਈ। ਮੇਰਾ ਖਿਆਲ ਵਾਹਵਾ ਹਨੇਰਾ ਸੀ ਉਦੋਂ, ਸ਼ਾਇਦ ਪਤਾ ਨਹੀਂ ਦਿਨ ਬਦਲ ਗਿਆ ਸੀ ਕਿ ਬਦਲਣ ਵਾਲਾ ਸੀ, ਰਾਤ ਦਾ ਟਾਈਮ ਸੀ। ਤੜਕੇ ਕਿਤੇ ਲੋਕਾਂ ਨੂੰ ਪਤਾ ਲੱਗਾ, ਉਹ ਕਹਿੰਦੇ ਨਹੀਂ ਉਹ ਤਾਂ ਰਾਤੀ ਨਿਬੜ ਗਈ ਗੱਲ ਜੀ, ਹਰਮੀਤ ਸਿੰਘ ਕਾਲਕਾ ਹੋਰੀ ਪ੍ਰਧਾਨ ਨੇ, ਹੁਣ ਪ੍ਰਧਾਨ ਨੇ, ਦਸਤਖਤ ਉਹਨਾਂ ਦੇ ਹੋਣਗੇ। ਹਾਂ, ਹੁਣ ਸੰਧਾਲੀਆ ਸਾਹਿਬ ਦੇਖੋ ਹੋਇਆ ਕੀ ਪ੍ਰਭਾਵ ਤਾਂ ਪੈਂਦਾ ਹੈ ਜਦੋਂ ਪੰਜਾਬ ਦੇ ਵਿੱਚ ਸਰਕਾਰ ਬਣ ਜਾਂਦੀ ਹੈ। ਸਿਰਸਾ ਸਾਹਿਬ ਨੂੰ ਇੱਕ ਵਾਰੀ ਰਾਜ ਮੰਤਰੀ ਦਾ ਅਹੁਦਾ ਦੇ ਦਿੱਤਾ ਸੀ, ਉਦੋਂ ਤਾਂ ਸਾਰਾ ਕੁਝ ਠੀਕ ਹੈ। ਜਦੋਂ ਪੰਜਾਬ 'ਚ ਕੰਮ ਥੱਲੇ ਡਿੱਗਦਾ ਉਦੋਂ ਹੀ ਦਿੱਲੀ ਦੇ ਵਿੱਚ ਪੰਗਾ ਪੈਂਦਾ। ਪੰਜਾਬ 'ਚ ਇੱਕ ਵਾਰੀ ਪਹਿਲਾਂ ਡਿੱਗਿਆ ਸੀ ਤੇ ਉਦੋਂ ਅਕਾਲੀ ਦਲ ਦੇ ਦਿੱਲੀ ਦੇ ਵਿੱਚ ਕਰਤਾ ਧਰਤਾ ਕੌਣ ਸੀ? ਜੀਕੇ ਸਾਹਿਬ। ਉਹਨਾਂ ਨੇ ਪੋਸਟਰ ਦੇ ਉੱਤੇ ਕਿਤੇ ਫੋਟੋ ਨਹੀਂ ਸੀ ਲਾਈ ਅਕਾਲੀ ਦਲ ਦੀ, ਪੰਜਾਬ ਦੀ ਲੀਡਰਸ਼ਿਪ ਤੇ ਦਿੱਲੀ ਵਾਲੇ ਹਿਸਾਬ ਨਾਲ ਚੋਣ ਲੜੀ ਸੀ। ਮਨਜਿੰਦਰ ਸਿੰਘ ਸਿਰਸਾ ਨੇ ਫੋਟੋ ਉਦੋਂ ਲਾਈਆਂ ਸੀ। ਹੁਣ ਤਾਂ ਫੋਟੋ ਲਾਉਣ ਵਾਲੇ ਬੰਦੇ ਵੀ ਨਾਲ ਨਹੀਂ, ਜਿਹੜੇ ਫੋਟੋ ਲਾਉਣ ਵਾਲਿਆਂ ਤੋਂ ਬਾਅਦ ਬਣਾਏ ਸੀ ਉਹ ਹੁਣ ਹੋਇਆ ਕੀ? ਤੁਸੀਂ ਦੇਖੋ ਕਿ ਚਰਚਾ ਚੱਲਦੀ ਸੀ, ਹਰਮੀਤ ਸਿੰਘ ਕਾਲਕਾ ਨੇ ਨਵੀਂ ਜਥੇਬੰਦੀ ਬਣਾ ਲਈ ਅਚਾਨਕ। ਉਹ ਕਹਿੰਦੇ ਜੀ ਦੇਖੋ ਗੱਲ ਬੜੀ ਸਿੱਧੀ ਹੈ ਕਿ ਜਦੋਂ ਆਪਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਕਰਨੀ ਆ ਤੇ ਫਿਰ ਸਾਡੇ 'ਚੋਂ ਕੋਈ ਬੰਦਾ ਸਿਆਸੀ ਚੋਣ ਨਹੀਂ ਲੜੂਗਾ, ਮੇਰੇ ਪਰਿਵਾਰ 'ਚੋਂ ਵੀ ਨਹੀਂ ਲੜੂਗਾ। ਇਹ ਗੱਲ ਕਹਿੰਦੇ ਪੱਕੀ ਹੈ ਤੇ ਅਸੀਂ ਆਪਣੀ ਵੱਖਰੀ ਜਥੇਬੰਦੀ ਬਣਾ ਲੈਣੀ ਆ। ਨਾਲ ਹੀ ਸੁਖਬੀਰ ਸਿੰਘ ਬਾਦਲ ਹੋਰੀ ਕਹਿੰਦੇ ਕਿ ਕੱਢਿਆ ਜੀ ਉਹਨਾਂ ਨੂੰ ਬਾਹਰ। ਹੁਣ ਬਾਹਰ ਤਾਂ ਕੱਢ ਦਿੱਤਾ, ਉਹਨਾਂ ਦੇ ਨਾਲ ਕੌਣ ਜਾਊਗਾ? ਕਿਤੇ ਇਦਾਂ ਨਾ ਹੋਵੇ, ਕਿਉਂਕਿ ਪੰਜਾਬ 'ਚੋਂ ਥੱਲੇ ਆ ਗਏ, ਜਦ ਜਿਹੜੇ ਪੰਜਾਬ 'ਚੋਂ ਨਹੀਂ ਜਿੱਤ ਸਕੇ ਹੁਣ ਦਿੱਲੀ ਵਾਲੇ ਕਹਿੰਦੇ ਹੋਣਗੇ ਯਾਰ ਸਾਨੂੰ ਕੱਲ੍ਹ ਨੂੰ ਕਿੱਦਾਂ ਜਿਤਾ ਲੈਣਗੇ। ਇਹ ਨਾ ਹੋਵੇ ਕਿ ਕਿਤੇ ਹਰਮੀਤ ਸਿੰਘ ਕਾਲਕਾ ਹੋਰੀ ਉਧਰੋਂ ਸਿਰਸਾ ਸਾਹਿਬ ਨਾਲ ਹੀ ਇਕੱਠੇ ਹੀ ਹੁੰਦੇ ਸੀਗੇ, ਹੁਣ ਕੱਲ੍ਹ ਨੂੰ ਕਿਤੇ ਹੋਰ ਹੋ ਕੇ ਜੀਕੇ ਸਾਹਿਬ ਵੀ ਰਹਿ ਜਾਣ, ਸਰਨਾ ਸਾਹਿਬ ਵੀ ਰਹਿ ਜਾਣ, ਅਕਾਲੀ ਵੀ ਰਹਿ ਜਾਣ, ਕੋਈ ਤੀਸਰੀ ਜਥੇਬੰਦੀ ਉੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਸੰਭਾਲ ਕਰੇ। ਨਹੀਂ ਪਰ ਇਹਦੀ ਆਸ ਜ਼ਿਆਦਾ ਜਾਪਦੀ ਹੈ, ਕਿਉਂਕਿ ਦੇਖੋ ਇੱਕ ਤੇ ਅਕਾਲੀ ਦਲ ਦਿੱਲੀ ਸਰਨਾ ਸਾਹਿਬ ਵਾਲਾ, ਉਦੋਂ ਬਾਅਦ ਜੀਕੇ ਸਾਹਿਬ ਨੇ ਬਣਾ ਲਈ ਜਾਗੋ ਪਾਰਟੀ। ਹੁਣ ਕਾਲਕਾ ਸਾਹਿਬ ਕਹਿੰਦੇ ਵੀ ਹਾਂਜੀ ਸਾਡੀ ਆਪਣੀ ਧਿਰ ਹੋਣੀ, ਇਹਦਾ ਮਤਲਬ ਉਹ ਵੀ ਕੋਈ ਨਾ ਕੋਈ ਨਾਂ ਰੱਖ ਲੈਣਗੇ। ਸਿਰਸਾ ਸਾਹਿਬ ਤਾਂ ਹੈਗੇ, ਉਹ ਕਹਿੰਦੇ ਵੀ ਬਸ ਮੈਂ ਤੇ ਗਿਆ ਹੀ ਤਾਂ ਆ ਵੀ ਸਿੱਖਾਂ ਦੇ ਜਿਹੜੇ ਮਸਲੇ ਉਹ ਹੱਲ ਕਰਾਉਣੇ। ਜੇ ਆਪਾਂ ਯਾਦ ਕਰਾ ਦਿੰਦੇ ਜੋ ਉਦੋਂ ਕਿਸੇ ਨੇ ਨਹੀਂ ਗੱਲ ਕੀਤੀ ਸੀ, ਇੱਕ ਮੀਟਿੰਗ ਹੁੰਦੀ ਆ ਜਿੱਥੇ ਪੰਜਾਬ ਤੋਂ ਬਹੁਤ ਸਾਰੇ ਸਾਧੂ ਸੰਤ ਜਿਹੜੇ ਨੇ ਉਹ ਜਾਂਦੇ ਆ ਤੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨਾਲ ਮੁਲਾਕਾਤ ਹੁੰਦੀ ਜੀ। ਉਸ ਦਿਨ ਸਿਰਸਾ ਸਾਹਿਬ ਦੇ ਨਾਲ ਕਾਲਕਾ ਸਾਹਿਬ ਸੀਗੇ, ਬੈਠੇ ਸੀ ਨਾਲ। ਆਪਾਂ ਉਦੋਂ ਵੀ ਬੇਨਤੀ ਕੀਤੀ ਸੀ ਵੀ ਹਰਮੀਤ ਸਿੰਘ ਕਾਲਕਾ ਸਾਹਿਬ ਮੌਜੂਦਾ ਉਸੇ ਕੁਰਸੀ ਤੇ ਪ੍ਰਧਾਨ ਨੇ ਜਿਹੜੀ ਕੁਰਸੀ ਸਿਰਸਾ ਸਾਹਿਬ ਨੇ ਛੱਡੀ,
ਤੇ ਛੱਡਣ ਤੋਂ ਬਾਅਦ ਜੋ ਰੌਲਾ ਰੱਪਾ ਪਿਆ ਸੀ ਉਹ ਵੀ ਤੁਹਾਡੇ ਸਾਹਮਣੇ ਆ। ਤੇ ਜਿਸ ਹਿਸਾਬ ਨਾਲ ਇਸ ਵਕਤ ਉਹ ਇਕੱਠੇ ਨੇ, ਅਸੀਂ ਹੁਣ ਨਹੀਂ ਜੇ ਕੁਝ ਵੀ ਆਂਦੇ। ਅਸੀਂ ਉਦੋਂ ਕੁਝ ਨਹੀਂ ਸੀ ਆਖਿਆ, ਅਸੀਂ ਹੁਣ ਵੀ ਕੁਝ ਨਹੀਂ ਆਂਦੇ, ਹੁਣ ਤਾਂ ਉਹ ਆਪ ਹੀ ਆਂਦੇ ਆ। ਹੁਣ ਤਾਂ ਉਹ ਆਪ ਕਹਿੰਦੇ ਆ। ਮਤਲਬ ਇਹ ਕਾਰਨ ਇਹ ਹੁੰਦਾ ਵੀ ਕਈ ਵਾਰ ਇਸ਼ਾਰੇ, ਅਸੀਂ ਇਸੇ ਕਰਕੇ ਆਪ ਜੀ ਨੂੰ ਬੇਨਤੀ ਕਰ ਦਿੰਦੇ ਵੀ ਅਸੀਂ ਉਨੀ ਦੇਰ ਤੱਕ ਕੋਈ ਚੀਜ਼ ਕਨਫਰਮ ਨਹੀਂ ਕਰਦੇ, ਸਿਰਫ ਇਸ਼ਾਰਾ ਦੇ ਦਿੰਦੇ ਜੀ। ਉਦੋਂ ਬਾਅਦ ਜੇ ਕੋਈ ਇਸ਼ਾਰੋਂ ਕੋ ਸਮਝੋ ਤੇ ਪਤਾ ਨਹੀਂ ਕੀ ਕਹਿੰਦੇ ਹੁੰਦੇ ਅਗਲੇ ਬੰਦੇ, ਉਹ ਤੁਹਾਨੂੰ ਪਤਾ ਹੋਣਾ, ਪਰ ਮੈਨੂੰ ਇੰਨਾ ਪਤਾ ਵੀ ਇਸ਼ਾਰੇ ਹੋ ਗਏ ਆ। ਚਲੋ ਪਰ ਚਲ ਇੱਕ ਗੱਲ ਤੇ ਪੱਕੀ ਆ ਵੀ ਜੇ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਵੀ ਪਾਰਟੀ ਕਿਹੜੀ ਹੈ ਕਿਹੜੀ ਨਹੀਂ ਹੈ। ਜੇ ਦਿੱਲੀ ਦੇ ਵਿੱਚ ਉਹਨਾਂ ਨੂੰ ਲੱਗਿਆ ਕਿ ਯਾਰ ਗੁਰਦੁਆਰਾ ਸਾਹਿਬਾਨਾਂ ਦੀ ਸੇਵਾ ਸੰਭਾਲ ਦੀ ਗੱਲ ਕਰਨੀ, ਜਾਂ ਸਿਰਸਾ ਸਾਹਿਬ ਨੂੰ ਲੱਗਿਆ ਵੀ ਯਾਰ ਸਿੱਖੀ ਦੀ ਗੱਲ ਕਰਨੀ ਆ ਆਲ ਓਵਰ ਇੰਡੀਆ, ਵੀ ਕੋਈ ਐਸੀ ਧਿਰ ਹੋਵੇ ਜਿਹੜੀ ਸਰਕਾਰੀ ਦਰਬਾਰੇ ਸਾਡੀ ਗੱਲ ਰੱਖ ਸਕਦੀ ਹੋਵੇ, ਜਿੱਥੇ ਜਿੱਥੇ ਮਸਲੇ ਸੀ ਹੱਲ ਕਰਾ ਲਈਏ, ਜੇ ਤੇ ਉਹ ਕਰਾਉਣ 'ਚ ਕਾਮਯਾਬ ਹੁੰਦੇ ਆ ਤੇ ਵਧਾਈ ਦੇ ਪਾਤਰ ਆ, ਬਹੁਤ ਵਧੀਆ ਗੱਲ ਆ। ਉਹ ਕਹਿੰਦੇ ਅਸੀਂ ਸਿਆਸਤ ਨਹੀਂ ਕਰਨੀ, ਸਿਰਫ ਸੇਵਾ ਕਰਨੀ, ਤੇ ਵਧੀਆ ਗੱਲ ਕਰੋ, ਪਰ ਕਰਕੇ ਜ਼ਰੂਰ ਵਿਖਾਇਓ। ਇਹ ਨਾ ਹੋਵੇ ਵੀ ਅੱਜ ਨਹੀਂ ਤੇ 1.5 ਸਾਲ ਨੂੰ ਗੱਲ ਨਿਕਲ ਆਵੇ ਵੀ ਯਾਰ ਉਹਦੇ ਨਾਰਾਜ਼ਗੀ ਉਦੋਂ ਕਿਸੇ ਹੋਰ ਚੀਜ਼ ਦੀ ਸੀ ਤੇ ਨਾ ਹੀ ਐਵੇਂ ਏਸੀ ਦਾ ਲਾਈ ਗਿਆ। ਬਾਕੀ ਸੰਧਾਲੀਆ ਸਾਹਿਬ, ਅਕਾਲੀ ਦਲ ਦੇ ਕੋਲੇ ਦੁਬਾਰਾ ਉੱਠਣ ਦਾ ਸਮਾਂ ਆ, ਉੱਠ ਸਕਦੇ ਆ। 18% ਦੀ ਵੋਟਾਂ ਥੋੜੀਆਂ ਨਹੀਂ ਹੁੰਦੀਆਂ ਇੱਥੇ, ਤਾਂ 30% ਦੀ ਵੋਟਾਂ ਲੈ ਕੇ ਸਰਕਾਰਾਂ ਬਣ ਜਾਂਦੀਆਂ। ਇੱਕ ਮੈਨੂੰ ਇਤਰਾਜ਼ ਏ ਕਿਸ ਗੱਲ ਉਹੀ ਨਾ, ਮੇਰਾ ਖਿਆਲ ਜਿੱਦਣ ਦਾ ਰਿਜ਼ਲਟ ਆਇਆ ਉਦੋਂ ਦਾ ਰੋਜ਼ 18% ਦੀ ਵੋਟਾਂ ਉਹਨਾਂ ਨੂੰ ਪਈਆਂ। ਮੈਂ ਮਤਲਬ ਤੁਸੀਂ ਚਾਹੁੰਦੇ ਵੀ ਹੁਣ 18 ਨਾ ਪੈਣਗਾ? ਨਹੀਂ, ਮੈਂ ਵਾਰ-ਵਾਰ 18%। ਮੈਂ ਕਹਿੰਦਾ ਵੀ ਕਈ ਵਾਰੀ ਉਹਨਾਂ ਨੂੰ ਇਤਰਾਜ਼ ਹੁੰਦਾ ਯਾਰ ਵੀ ਸਾਨੂੰ 18% ਦੀ ਪਈਆਂ, ਤੁਸੀਂ ਕਹਿੰਦੇ ਮੈਂ 3 ਨਹੀਂ ਦੱਸਦਾ, ਮੈਂ 18 ਦੱਸਦਾ, ਵੱਧ ਦੱਸ ਰਿਹਾ। ਮੈਂ ਉਹੀ ਕਹਿ ਰਿਹਾ ਵੀ ਮਤਲਬ ਇਹ ਕਿਵੇਂ ਹੁੰਦਾ ਵੀ ਯਾਰ ਉਧਰੋਂ ਤੇ 3 ਰਹਿ ਗਈਆਂ ਜੇ, ਅਜੇ ਵੀ 18% ਵੋਟਾਂ ਆ ਵੀ ਹੈ। ਦੱਸੋ, ਦੇਖੋ ਕਈ ਬੰਦੇ ਨਾ ਅਕਾਲੀ ਦਲ ਦੇ ਵਰਕਰ ਬੜੇ ਦਿਲੋਂ ਜੁੜੇ ਹੋ ਆ, ਪੁਰਾਣੇ ਜੁੜੇ ਹੋ, ਕਹਿੰਦੇ ਜੀ ਪਾਰਟੀ ਦੇ ਨਾਲ ਆ, ਤੇ ਅਸੀਂ ਕਹਿੰਦੇ ਠੀਕ ਹੈ ਤੁਸੀਂ ਪਾਰਟੀ ਦੇ ਨਾਲ ਰਹੋ, ਪਾਰਟੀ ਵੀ ਹੁਣ ਦੇਖੇ ਕਿ ਭਾਈ ਘਾਟ ਕਿੱਥੇ ਰਹੀ ਹੈ, ਕਿਉਂਕਿ ਤੁਹਾਡੀ ਵਿਧਾਨ ਸਭਾ 'ਚ ਲੋੜ ਆ। ਤੁਹਾਡੇ ਕੋਲ 3 ਬੰਦੇ ਨੇ, ਪੰਜਾਬ ਦੇ ਲੋਕਾਂ ਦੇ ਮਸਲੇ ਠੋਕ ਕੇ ਚੱਕੋ। ਵਿਰੋਧੀ ਧਿਰ 'ਚ ਰਹਿੰਦੇ ਆਮ ਆਦਮੀ ਪਾਰਟੀ ਸਰਕਾਰ ਬਣਾ ਗਈ, ਤੁਸੀਂ ਵੀ ਬਣਾ ਸਕਦੇ ਹੋ, ਪਰ ਸੰਕਟ ਬਹੁਤ ਨੇ। ਦਿੱਲੀ ਵਾਲਾ ਸੰਕਟ, ਸਰੂਪ ਚੰਦ ਸਿੰਗਲਾ ਹੋਰ ਵਾਲਾ, ਉਹ ਇੱਕ ਬੰਦਾ ਨਹੀਂ ਜਾ ਰਿਹਾ, ਉਹ ਬੰਦਾ ਜਿਹੜਾ ਦੋਸ਼ ਲਾ ਕੇ ਜਾ ਰਿਹਾ ਉਹ ਵੱਡਾ। ਇਹਦੇ ਤੋਂ ਇਲਾਵਾ ਤੀਸਰੇ ਨੰਬਰ ਦੇ ਉੱਤੇ ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਵੀ ਕਿਹਾ ਸੀ ਕੁਛ, ਉਹਦੇ ਤੋਂ ਬਾਅਦ ਰੰਧਾਵਾ ਸਾਹਿਬ ਨੇ ਚਿੱਠੀ ਲਿਖੀ ਸੀ। ਇੱਕ ਗੱਲ ਹੋਰ ਜਿਹੜੀ ਥੋੜੀ ਜਿਹੀ ਰੜਕ ਸਕਦੀ ਹੈ ਕਿ ਮਜੀਠੀਆ ਸਾਹਿਬ ਅੰਦਰ ਨੇ, ਕਿਉਂਕਿ ਜਦੋਂ ਅਕਾਲੀ ਦਲ ਆਪਣੀ ਸਭ ਤੋਂ ਸਿਆਸੀ ਤੌਰ ਤੇ ਕਮਜ਼ੋਰ ਸਥਿਤੀ 'ਚ ਹੈ, ਉਦੋਂ ਸੁਖਬੀਰ ਸਿੰਘ ਬਾਦਲ ਹੋਰਾਂ ਤੋਂ ਬਾਅਦ ਸਭ ਤੋਂ ਵੱਧ ਸਰਗਰਮ ਰਹਿਣ ਵਾਲਾ ਬੰਦਾ ਅੰਦਰ ਹੈ। ਇਹਦੇ ਤੋਂ ਬਿਨਾਂ ਇੱਕ ਬੰਦਾ ਅੰਮ੍ਰਿਤਸਰ ਦੀ ਇੱਕ ਸੀਟ, ਅੰਮ੍ਰਿਤਸਰ ਨਾਰਥ, ਅੰਮ੍ਰਿਤਸਰ ਉੱਤਰੀ ਤੋਂ ਜਿੱਤਿਆ, ਜਿਹਨੂੰ ਕੁੰਵਰ ਵਿਜੇ ਪ੍ਰਤਾਪ ਕਹਿੰਦੇ ਆ, ਤੇ ਕੁੰਵਰ ਵਿਜੇ ਪ੍ਰਤਾਪ ਹੋਰਾਂ ਦਾ 36 ਦਾ ਅੰਕੜਾ ਰਿਹਾ। ਹਾਲਾਂਕਿ ਕੇਸ ਬੇਅਦਬੀ ਦੇ ਜਾਂ ਗੋਲੀ ਕਾਂਡ ਦੇ ਉਹ ਅਦਾਲਤ 'ਚ ਨੇ, ਤੇ ਮਾਣਯੋਗ ਅਦਾਲਤ ਨੇ ਜਿਹੜਾ ਵੀ ਫੈਸਲਾ ਕਰਨਾ ਤੱਥਾਂ ਨਾਲ ਤੇ ਸੱਚ ਦੇ ਆਧਾਰਿਤ ਕਰਨਾ। ਪਰ ਜਿੱਦਾਂ ਹੁਣ ਆਉਣ ਵਾਲੇ ਸਮੇਂ 'ਚ ਮੰਤਰੀ ਮੰਡਲ ਦੇ ਵਿੱਚ ਸਹੁੰ ਚੁੱਕੀ ਜਾਣੀ ਹੈ, ਜਿੱਦਾਂ ਹੁਣ ਇਨਕੁਆਰੀਆਂ ਹੋਣੀਆਂ, ਤੇ ਕੁੰਵਰ ਵਿਜੇ ਪ੍ਰਤਾਪ ਹੋਰੀ ਕਹਿੰਦੇ ਸੀ ਮੈਨੂੰ ਬਹੁਤ ਕੁਝ ਪਤਾ ਕਿਉਂਕਿ ਇਨਵੈਸਟੀਗੇਸ਼ਨ ਕੀਤੀ ਹੈ। ਹੁਣ ਉਹ ਬੰਦੇ ਸੱਤਾ 'ਚ ਨੇ, ਤੇ ਸੱਤਾ ਦੇ ਵਿੱਚ ਆ ਕੇ ਜੇ ਉਹਨਾਂ ਦੇ ਕੋਲੇ ਕੁਝ ਹੈਗਾ, ਯਾਨੀ ਸੰਕਟ ਹੈ। ਮੈਂ ਕਹਿੰਦਾ ਨਹੀਂ ਹਾਂ ਤੇ ਨਾ ਜਮਾ ਜਿੱਦਾਂ ਬੰਦਾ ਮਤਲਬ ਲਾਗੂ ਹੋ ਕੇ ਮੁੜਨ ਵਾਲੀ ਗੱਲ ਕੀਤੀ ਹੈ ਵੀ ਆਹ ਗੱਲ ਜ਼ਰੂਰ ਕਰਨੀ ਵੀ ਉਹ ਬੰਦੇ ਦੀ ਇੱਕ ਚਰਚਾ ਚੱਲਦੀ ਵੀ ਕੋਈ ਨਾ ਕੋਈ ਮੰਤਰੀ ਪਦ ਮਿਲ ਸਕਦਾ। ਹੁਣ ਤੁਸੀਂ ਆਪ ਦੇਖੋ ਵੀ ਪਿਛਲੇ ਸਮੇਂ ਦੇ ਵਿੱਚ ਜਦੋਂ ਉਹਨਾਂ ਨੇ ਉਹ ਛੱਡਿਆ ਉਹਦਾ ਜੀ, ਉਦੋਂ ਉਹਨਾਂ ਨੇ ਬੜੇ ਬੰਦਿਆਂ ਦਾ ਨਾਂ ਲਿਆ ਕਿ ਮਹਾਰਾਜ ਮੇਰੇ ਨਾਲ ਫਲਾਣੇ ਬੰਦੇ ਸੀ, ਕੋਈ ਜਾਂਚ ਨਹੀਂ ਸੀ ਕਰਦਾ ਜੀ, ਇਹ ਤਾਂ ਹੁਣ ਅਫਸਰ ਸੀ, ਅਫਸਰ ਉਦੋਂ ਮੰਨਦੀ ਕਿਹਦੇ ਸੀ ਜੀ, ਉਹ ਪੁੱਛੋ ਜੀ, ਉਹ ਅਜੇ ਵੀ ਅਫਸਰ ਹੋਣੇ ਆ। ਮੈਂ ਉਹੀ ਕਹਿ ਰਿਹਾ ਵੀ ਜੇ ਕੁੰਵਰ ਵਿਜੇ ਪ੍ਰਤਾਪ ਸਾਹਿਬ ਉਧਰੋਂ ਸਹੁੰ ਚੁੱਕ ਲੈਂਦੇ ਮੰਤਰੀ ਪਦ ਦੀ, ਤੇ ਫਿਰ ਉਹ ਮੈਂ ਕਹਿੰਦਾ ਜੀ ਨਹੀਂ ਵੀ ਚੁੱਕਦੇ, ਨਹੀਂ ਆਹੋ ਫਿਰ ਇਹ ਵੀ ਗੱਲ ਜੇ ਨਹੀਂ ਵੀ ਚੁੱਕਦੇ ਕੋਈ ਨਾ ਕੋਈ ਤਾਂ ਮੰਤਰੀ ਬਣੂਗਾ ਹੀ। ਹਾਂ ਚਲੋ ਗੱਲ ਹੈ ਕੁੱਲ ਮਿਲਾ ਕੇ ਇਹ ਤਾਂ ਗੱਲ ਫਿਰ ਮਤਲਬ ਸੰਧਾਲੀਆ ਸਾਹਿਬ ਹਾਲਾਤ ਸਾਰੇ ਪਾਸੇ ਇਦਾਂ ਹੀ ਆ। ਕਿਸੇ ਨੂੰ ਇਹ ਨਾ ਲੱਗੇ ਕਿ ਅਕਾਲੀਆਂ ਦੀ ਗੱਲ ਕਰਦੇ, ਅਸੀਂ ਤਾਂ ਕਹਿੰਦੇ ਚੁਣੌਤੀਆਂ ਨੇ, ਬਾਹਰ ਨਿਕਲੋ, 100 ਸਾਲ ਦਾ ਇਤਿਹਾਸ ਹੈ, ਮਾਣ ਕਰਕੇ ਸਹੀ ਤਰੀਕੇ ਦੇ ਨਾਲ ਅੱਗੇ ਵਧੇ ਅਕਾਲੀ ਦਲ। ਕਾਂਗਰਸ ਪਾਰਟੀ ਦੇ ਵਿੱਚ ਸਿੱਧੂ ਸਾਹਿਬ ਨੇ ਅਸਤੀਫਾ ਦੇ ਦਿੱਤਾ, ਕਾਂਗਰਸ ਦੇ ਮੈਂਬਰ ਪਾਰਲੀਮੈਂਟ ਚੁੱਪ ਕਰਕੇ ਜਾ ਕੇ ਬੀਬੀ ਸੋਨੀਆ ਗਾਂਧੀ ਦੇ ਘਰੇ ਬਹਿ ਗਏ, ਕਹਿੰਦੇ ਜੀ ਅਸੀਂ ਆਪੋ ਆਪਣੀ ਗੱਲ ਦੱਸਣੀ ਆ ਕਿ ਕਾਂਗਰਸ ਪਾਰਟੀ ਸੂਬੇ 'ਚ ਕਿਉਂ ਹਾਰੀ। ਠੀਕ ਹੈ, ਸਾਰਿਆਂ ਨੇ ਇਹੀ ਦੱਸਣਾ ਇਹਦੇ ਕਰਕੇ ਹਾਰੀ, ਇਹਦੇ ਕਰਕੇ ਹਾਰੀ, ਬੰਦੇ ਵੱਖਰੇ ਹੋ ਸਕਦੇ ਆ। ਉਧਰੋਂ ਜਿਹੜੇ ਬੰਦੇ ਬੀਬੀ ਸੋਨੀਆ ਗਾਂਧੀ ਦੀ ਪ੍ਰਧਾਨਗੀ ਤੋਂ ਖੁਸ਼ ਨਹੀਂ, ਉਹਨਾਂ ਦੇ ਵਿੱਚ ਅੱਜ ਕੱਲ੍ਹ ਬੀਬੀ ਪ੍ਰਨੀਤ ਕੌਰ ਵੀ ਨੇ, ਉਹਨਾਂ ਦੇ ਵਿੱਚ ਬੀਬੀ ਭੱਠਲ ਵੀ ਨੇ, ਉਹਨਾਂ ਦੇ ਵਿੱਚ ਭੁਪਿੰਦਰ ਹੁੱਡਾ ਵੀ ਨੇ, ਉਹਨਾਂ ਦੇ ਵਿੱਚ ਬੀਬੀ ਸ਼ੀਲਾ ਦੀਕਸ਼ਤ ਦਾ ਪੁੱਤ ਸੰਦੀਪ ਦੀਕਸ਼ਤ ਵੀ ਹੈ, ਉਹਨਾਂ ਦੇ ਵਿੱਚ ਯੂਪੀ ਤੋਂ ਰਾਜ ਬੱਬਰ ਵੀ ਹੈ, ਉਹਨਾਂ ਦੇ ਵਿੱਚ ਉਹ ਕਪਿਲ ਸਿੱਬਲ ਵੀ ਹੈ ਜਿਹੜਾ ਪਿਛਲੇ ਦਿਨ ਹੀ ਕਹਿ ਰਿਹਾ ਕਿ ਭਾਈ ਹੁਣ ਗਾਂਧੀ ਪਰਿਵਾਰ ਨੂੰ ਸੁਖਿਆ ਕਿ ਸਾਰੀ ਉਮਰ ਕਾਂਗਰਸ ਤੁਹਾਡੇ ਕੋਲ ਹੀ ਰਹਿਣੀ ਹੈ, ਪ੍ਰਧਾਨਗੀ ਤੁਹਾਡੇ ਕੋਲ ਹੀ ਰਹਿਣੀ ਹੈ, ਕਿਰਪਾ ਕਰਕੇ ਹੁਣ ਕਿਸੇ ਹੋਰ ਨੂੰ ਵੀ ਮੌਕਾ ਦੇ ਦਿਓ। ਤੇ ਉਹ ਬੰਦੇ ਸਾਰੇ ਇਕੱਠੇ ਹੁੰਦੇ ਆ, ਇਕੱਠੇ ਹੋ ਕੇ ਆਪਣੀ ਮੀਟਿੰਗ ਕਰਦੇ ਆ, ਤੇ ਮੀਟਿੰਗ ਕਰਕੇ ਇੱਕ ਪ੍ਰੈਸ ਨੋਟ ਜਾਰੀ ਕਰਦੇ ਆ। ਉਹ ਕਹਿੰਦੇ ਜੀ ਦੇਖੋ ਜੇ 2024 'ਚ ਭਾਜਪਾ ਦਾ ਤੁਸੀਂ ਮੁਕਾਬਲਾ ਕਰਨਾ ਹੈ
ਤਾਂ ਤੁਹਾਨੂੰ ਥੋੜਾ ਜਿਹਾ ਮਜ਼ਬੂਤ ਬਦਲ ਦੇਣਾ ਪਊਗਾ। ਮਾੜਾ ਮੋਟਾ ਠੰਡੇ ਪਾਣੀ ਦੇ ਛਿੱਟੇ ਅੱਖਾਂ 'ਚ ਮਾਰੋ, ਥੋੜੀ ਜੀ ਹਵਾ ਹਰੇ ਬੈਠੋ ਜੇ ਗਰਮੀ ਲੱਗਦੀ ਹੈ। ਜੇ ਆਹੀ ਹਾਲਾਤ ਰਹੇ ਤਾਂ ਜੋ ਯੂਪੀ 'ਚ ਹੋਇਆ ਉਹੀ 2024 'ਚ ਹੋਣੇ। ਨਹੀਂ, ਪਰ ਵੈਸੇ ਇੱਕ ਗੱਲ ਤਾਂ ਹੈਗੀ ਆ, ਜਿਹੜੀ ਕਾਂਗਰਸ ਹਾਈ ਕਮਾਂਡ ਹੈ ਨਾ ਜੀ, ਉਹਨੂੰ ਜ਼ਰੂਰ ਇਹਨਾਂ ਬੰਦਿਆਂ ਦੀ ਗੱਲ ਸੁਣਨੀ ਚਾਹੀਦੀ। ਨਹੀਂ ਤੁਸੀਂ ਇਹ ਦੇਖੋ ਵੀ ਖੁੱਲ੍ਹਮ ਖੁੱਲ੍ਹੇ ਆਫਰ ਨੇ, ਮਤਲਬ ਜੇ ਅੱਜ ਦੀ ਡੇਟ ਦੇ ਵਿੱਚ ਕੋਈ ਵੀ ਇੱਧਰੋਂ ABC ਲੀਡਰ ਉਹ ਛੱਡ ਕੇ ਚਲੇ ਜਾਵੇ ਤੇ ਕਾਂਗਰਸ ਪਾਰਟੀ ਨੇ ਕਿਹੜਾ ਵੀ ਉਹਨਾਂ ਨਾਲ ਕੰਟਰੈਕਟ ਕੀਤਾ ਵੀ ਤੂੰ ਜਾ ਨਹੀਂ ਸਕਦਾ ਭਾਈ। ਸੋਚਣ ਵਾਲੀ ਗੱਲ ਹੈ ਨਾ। ਤੇ ਅਗਲੇ ਬੰਦੇ ਤੇ ਖੁੱਲ੍ਹਾ ਆਫਰ ਦੇ ਕੇ ਬੈਠੇ ਹੁਣ। ਜੇ ਮੰਨ ਲਓ ਇਸ ਵਕਤ ਆਪਾਂ ਜਿੱਤੇ ਹੋਏ MP ਜਾਂ MP ਦੀ ਟਿਕਟ ਭਾਲਦੇ ਜਾਂ ਉਹ ਵਾਲੇ ਲੀਡਰ ਜਿਹੜੇ ਕਿ ਵੱਡੇ ਲੀਡਰ ਨੇ ਮੰਨੇ ਜਾਂਦੇ ਕਾਂਗਰਸ ਪਾਰਟੀ ਦੇ, ਅਗਲਾ ਆ ਕੇ ਵੀ ਮੈਂ ਬੜੀ ਕੋਸ਼ਿਸ਼ ਕੀਤੀ ਜੀ ਪਾਰਟੀ ਦੇ ਵਿੱਚ ਰਹਿ ਕੇ ਵੀ ਕੁਛ ਵੀ ਗੱਲ ਬਣ ਜਾਵੇ, ਇਹਨਾਂ ਮੇਰੀ ਮੰਨੀ ਨਹੀਂ, ਮੈਂ ਚੱਲਿਆ। ਤੇ ਅਗਲਾ ਕਹਿਣਾ ਵੀ ਕੋਈ ਗੱਲ ਨਹੀਂ ਆ ਜਾਓ। ਉਹ ਗੱਲ ਵੱਖਰੀ ਵੀ ਜਦੋਂ ਬੰਦਾ ਨਵਾਂ ਹੋਵੇ ਉਦੋਂ ਕੈਪਟਨ ਸਾਹਿਬ ਵਾਂਗੂ ਅਗਲੇ ਤਾਰੀਫ ਵੀ ਕਰਦੇ ਨੇ, ਜਦੋਂ ਪਾਰਟੀ ਹਾਰ ਜੇ ਫਿਰ ਕਹਿੰਦੇ ਕਸੂਰ ਹੀ ਸਾਰਾ ਕੈਪਟਨ ਸਾਹਿਬ ਦਾ। ਉਹ ਗੱਲ ਵੱਖਰੀ ਹੈ। ਪਰ ਮੈਨੂੰ ਇਹ ਲੱਗਦਾ ਵੀ ਜੇ ਅੱਜ ਵੀ ਅਗਲਿਆਂ ਕੋਲੇ ਬਦਲ ਖੁੱਲਾ, ਉਹਦੇ ਬਾਵਜੂਦ ਹੀ ਅਗਲੇ ਕਹਿੰਦੇ ਵੀ ਅਸੀਂ ਕਾਂਗਰਸ ਪਾਰਟੀ 'ਚ ਹੀ ਰਹਿਣਾ, ਯਾਰ ਤੁਸੀਂ ਇਹਨੂੰ ਸੁਧਾਰ ਲਓ। ਇਸ ਥਾਟ ਨੂੰ ਥੋੜਾ ਜਿਹਾ ਵਿਚਾਰਨਾ ਚਾਹੀਦਾ ਕਾਂਗਰਸ ਹਾਈ ਕਮਾਂਡ ਨੂੰ। ਨਹੀਂ ਤਾਂ ਪਾਰਟੀ ਉਹਨਾਂ ਦੀ ਭਾਈ ਸਾਹਿਬ, ਅਸੀਂ ਕੌਣ ਨੇ ਸਲਾਹ ਦੇਣੀ। ਮੈਂ ਲੀਡਰ ਦਾ ਨਾਂ ਨਹੀਂ ਲੈਣਾ, ਜਿੱਦਾਂ ਹੈ ਨਾ, ਮੈਂ ਲੀਡਰ ਦਾ ਨਾਂ ਨਹੀਂ ਲੈਣਾ, ਪਰ ਮੈਂ ਗੱਲ ਦੱਸਣੀ ਉਹ ਤੋਂ ਪਤਾ ਲੱਗਿਓ ਕਾਂਗਰਸ ਕਿੰਨੀ ਕੁ ਸੁਹਿਰਦ ਹੈ। ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੁੰਦੀ ਆ ਤੇ ਉਹਦੇ ਵਿੱਚ ਕਿਹਾ ਜਾਂਦਾ ਜੀ ਆਹ 3 ਬੰਦਿਆਂ ਦਾ ਕਸੂਰ ਨਹੀਂ ਹੈਗਾ, ਬਾਕੀ ਭਾਵੇਂ ਸਾਰੇ ਪਿੰਡ ਦਾ ਹੋਵੇ। ਬੀਬੀ ਸੋਨੀਆ ਗਾਂਧੀ, ਪ੍ਰਿਯੰਕਾ ਗਾਂਧੀ ਤੇ ਰਾਹੁਲ ਗਾਂਧੀ ਵੀ ਇਹ ਨਾ ਐਸੇ ਕੈਸੇ, ਇਹਨਾਂ ਦਾ ਕਸੂਰ ਨਹੀਂ। ਕਪਿਲ ਸਿੱਬਲ ਦਾ ਬਿਆਨ ਆ ਗਿਆ, ਕਾਂਗਰਸ ਪਾਰਟੀ ਦਾ ਇੱਕ ਬੜਾ ਹੀ ਸੀਨੀਅਰ ਲੀਡਰ, ਗਾਂਧੀ ਪਰਿਵਾਰ ਦੇ ਬੜਾ ਹੀ ਨੇੜੇ, ਬਹੁਤ ਸਾਰੇ ਫੈਸਲਿਆਂ ਦੇ ਵਿੱਚ ਉਹਦਾ ਦਖਲ ਹੁੰਦਾ ਹੈ। ਉਹ ਪਤਾ ਕਹਿੰਦਾ ਕਪਿਲ ਸਿੱਬਲ ਪੱਤਰਕਾਰ ਨੇ ਪੁੱਛਿਆ ਹੀ ਨਾ ਕਪਿਲ ਸਿੱਬਲ ਵਕੀਲ ਅੱਛੇ ਹੈ, ਨੇਤਾ ਨਹੀਂ ਅੱਛੇ, ਜਨਾਧਾਰ ਨਹੀਂ ਹੈ। ਫਿਰ ਤੁਸੀਂ ਅੱਜ ਤੱਕ ਸਿਰ ਤੇ ਕਾਹਤੋਂ ਚੱਕੀ ਫਿਰਦੇ ਰਹੇ? ਜੇ ਉਹ ਚੰਗਾ ਵਕੀਲ ਨਹੀਂ ਉਹਨੂੰ ਵਕਾਲਤ ਕਰਨ ਦਿਓ। ਜਿਹੜਾ ਵੱਡਾ ਅਹੁਦਾ ਉਹ ਕਪਿਲ ਸਿੱਬਲ ਕੋਲ, ਕਦੇ ਲੋਕ ਸਭਾ ਦੀ ਟਿਕਟ, ਕਦੇ ਰਾਜ ਸਭਾ ਦੀ ਮੈਂਬਰੀ, ਯਾਨੀ ਕਿਹੜਾ ਅਹੁਦਾ ਜਿਹੜਾ ਕਾਂਗਰਸ ਪਾਰਟੀ ਨੇ ਕਪਿਲ ਸਿੱਬਲ ਨੂੰ ਨਹੀਂ ਦਿੱਤਾ। ਤੇ ਜੇ ਅੱਜ ਉਸ ਬੰਦੇ ਨੇ ਕਹਿਤਾ ਕਿ ਭਾਈ ਪ੍ਰਧਾਨਗੀ ਕਿਸੇ ਹੋਰ ਨੂੰ ਵੀ ਦੇ ਦਿਓ ਕਿ ਸਾਰਾ ਪਿੰਡ ਹਾਰ ਨਹੀਂ, ਤੇ ਉਦੋਂ ਵਕੀਲ ਚੰਗਾ, ਲੀਡਰ ਨਹੀਂ ਚੰਗਾ। ਨਹੀਂ, ਇਹ ਵੀ ਨਾ ਇੱਕ ਕੰਮ ਹੋ ਗਿਆ ਜੀ। ਕਾਂਗਰਸ ਪਾਰਟੀ ਵਿੱਚ ਤਾਂ ਵਾਹਵਾ ਲੀਡਰ ਨੇ, ਬੀਜੇਪੀ 'ਚ ਵੀ ਹੋ ਗਏ, ਹੁਣ ਅਕਾਲੀ ਦਲ 'ਚ ਵੀ ਹੈਗੇ, ਪੁਰਾਣੀਆਂ ਸਾਰੀਆਂ ਪਾਰਟੀਆਂ 'ਚ ਹੈਗੇ। ਉਹ ਵਾਲੇ ਲੀਡਰ ਸਾਹਿਬਾਨ ਜਿਹੜੇ ਨੂੰ ਲੱਗਦਾ ਵੀ ਯਾਰ ਹੁਣ ਇਹ ਵੋਟਾਂ ਵਾਲਾ ਜਿਹੜਾ ਝਨਾਅ ਆ ਨਾ ਜੀ, ਇਹ ਪਾਰ ਨਹੀਂ ਹੁੰਦਾ ਇਹਨਾਂ ਕੋਲ। ਉਹ ਕਹਿੰਦੇ ਫਿਰ ਕਹਿੰਦੇ ਨਹਿਰ ਵਾਲੇ ਪੁਲ ਤੋਂ ਬੁਲਾ ਲਈਦਾ, ਮਤਲਬ ਰਾਜ ਸਭਾ ਵਾਲੀ ਜਿਹੜੀ ਨੁਮਾਇੰਦਗੀ ਹੋ ਜਾਂਦੀ ਹੈ। ਬੜੇ ਲੀਡਰ ਨੇ ਜਿਹੜੇ ਪੁਰਾਣੇ ਅਜੇ ਵੀ ਬੈਠੇ ਨੇ ਉੱਥੇ, ਉਹ ਮੇਰਾ ਖਿਆਲ ਸ਼ੁਰੂ ਤੋਂ ਲੋਕ ਸਭਾ 'ਚ ਕਿਤੇ ਇੱਕ ਅੱਧੀ ਇਲੈਕਸ਼ਨ ਲੜੀ, ਉਦੋਂ ਬਾਅਦ ਉਹ ਕਹਿੰਦੇ ਹੋ ਅੱਛਾ ਡੱਬੇ 'ਚੋਂ ਨਿਕਲੇ ਕੁਛ ਨਹੀਂ। ਉਹ ਕਹਿੰਦੇ ਚਿੰਤਾ ਨਹੀਂ ਕਰਨੀ, ਸਾਰਾ ਕੁਛ ਮਿਲੇਗਾ, ਬਸ ਰਾਜ ਸਭਾ ਦੀ ਸੀਟ ਤਾਂ ਦੇ ਦੇਣੀ। ਉਹ ਜਿਹੜੀ ਰਾਜ ਸਭਾ ਦੀ ਸੀਟ ਉਹਨਾਂ ਬੰਦੇ ਨੂੰ ਆਪਾਂ ਦੇਖ ਕੇ ਰੱਖ ਲੈਣੇ। ਹੋ ਸਕਦਾ ਪਾਰਟੀ ਨੂੰ ਲੱਗਦਾ ਵੀ ਯਾਰ ਸਾਡੇ ਸੀਨੀਅਰ ਨੇ, ਪਰ ਕਿਤੇ ਇਦਾਂ ਤਾਂ ਨਹੀਂ ਵੀ ਯਾਰ ਬਹੁਤ ਸਾਰੇ ਡਿਜ਼ਰਵਿੰਗ ਲੋਕ ਹੋ ਸਕਦਾ ਤੁਹਾਡੀ ਆਪਣੀ ਪਾਰਟੀ 'ਚ ਹੀ ਹੋਣ, ਚੰਗੇ ਦਿਮਾਗ ਹੋਣ, ਚੰਗੇ ਰੋਸ਼ਨ ਦਿਮਾਗ ਹੋਣ, ਉਹਨਾਂ ਬੰਦਿਆਂ ਨੂੰ ਸਿਰਫ ਤੇ ਸਿਰਫ ਇਸੇ ਕਰਕੇ ਜਗ੍ਹਾ ਨਹੀਂ ਮਿਲਦੀ ਕਿਉਂਕਿ ਸੀਟ ਖਾਲੀ ਨਹੀਂ। ਤੇ ਕਿਉਂ ਨਾ ਇੱਕ ਵਾਰ ਸਾਰਿਆਂ ਨੂੰ ਚੈੱਕ ਹੀ ਕਰ ਲਿਆ ਕਰੋ ਵੀ ਯਾਰ ਐਤਕੀ ਸਾਰਿਆਂ ਨੇ ਇਲੈਕਸ਼ਨਾਂ ਲੜਨੀਆਂ ਭਾਈ, ਉਹ ਲੋਕ ਸਭਾ ਦੇ ਵਿੱਚ ਜਿਹੜਾ ਜਿੱਤਿਆ ਉਹ ਲੀਡਰ, ਨਹੀਂ ਜਿੱਤਿਆ ਤੇ ਰਾਜ ਸਭਾ ਨਹੀਂ ਮਿਲਣੀ ਸਾਨੂੰ ਨਾ ਆਖਿਓ ਮੁੜ ਕੇ। ਉਹਦੇ ਨਾਲ ਫਰਕ ਤੇ ਪਊਗਾ ਐਟਲੀਸਟ ਕਿ ਨਹੀਂ? ਨਹੀਂ, ਫਰਕ ਪਊਗਾ ਸੰਧਾਲੀਆ ਸਾਹਿਬ, ਜੇ ਇਹਨਾਂ ਨੇ ਨਾ ਫਾਰਮੂਲਾ ਨਾ ਅਪਣਾਇਆ। ਇੱਕ ਗੱਲ ਇਹ ਪੰਜਾਬੀ 'ਚ ਸੁਣ ਲੈਣ, ਜੇ ਸਮਝ ਆਉਂਦੀ ਕਿਸੇ ਨੂੰ, 2 ਸਾਲਾਂ ਦੇ ਅੰਦਰ ਇਹਨਾਂ ਤੋਂ ਰਾਜਸਥਾਨ ਵੀ ਖੁੱਸ ਸਕਦਾ। ਤੇ ਜ਼ਰੂਰੀ ਨਹੀਂ ਕਿ ਛੱਤੀਸਗੜ੍ਹ ਨੂੰ ਪੇਟੈਂਟ ਕਰਾ ਕੇ ਲਿਆਏ ਆ ਕਿ ਉੱਥੇ ਸਰਕਾਰ ਭਪੇਸ਼ ਬਘੇਲਦੀ ਰਹਿਣੀ ਹੈ। 2 ਹੀ ਸੂਬੇ ਨੇ ਜਿੱਥੇ ਪੂਰੀਆਂ ਸਰਕਾਰਾਂ ਕਾਂਗਰਸ ਦੀਆਂ, ਬਾਕੀ ਸਾਰੇ ਦੇਸ਼ ਦੇ ਵਿੱਚ ਜਾਂ ਹੈ ਨਹੀਂ ਜਾਂ ਗੱਠਜੋੜ ਦੇ ਵਿੱਚ ਦੂਸਰੇ ਤੀਸਰੇ ਦਰਜੇ ਦੇ ਹਾਂਡੀ ਨੇ। ਤੇ ਜੇ ਉਹ ਦੋਨੇ ਸੂਬੇ ਵੀ ਹਰ ਗਏ ਤੇ ਕੱਲ ਨੂੰ ਘਰ ਦੇ ਨਕਸ਼ੇ ਦੇ ਰੰਗ ਕਰਕੇ ਕਿਤੇ ਦਿਖਾਉਣਗੇ ਵੀ ਸਾਡੀ ਇੱਥੇ ਸਰਕਾਰ ਹੈ ਵੀ। ਵਿਸਾਖੀ ਜਿਹੜੀ ਆਉਣੀ ਨਾ ਆ ਅਪ੍ਰੈਲ ਮਹੀਨੇ ਵਾਲੀ, ਉਦੋਂ ਤੱਕ ਲਗਭਗ ਜਿਹੜੇ ਨਵੇਂ ਚੁਣੇ ਰਾਜ ਸਭਾ ਮੈਂਬਰ ਆ ਪੰਜਾਬ ਵਾਲੇ ਪਾਸਿਓਂ ਉਹ ਚਲੇ ਜਾਣੇ। ਐ ਨਾ ਕਰੋ ਯਾਰ ਤੁਸੀਂ। ਨਹੀਂ, ਮੈਂ ਯਾਦ ਕਰਾਉਣ ਡਿਆ, ਜਦੋਂ ਪਹਿਲਿਆਂ ਨੇ ਰਹਿ ਲਿਆ ਤੇ ਜਿੱਦਾਂ ਦਾ ਇਹ ਆਮ ਆਦਮੀ ਪਾਰਟੀ ਵਾਲਾ ਕੰਮ ਚੱਲਣ ਡਿਆ ਜਿਸ ਹਿਸਾਬ ਨਾਲ, ਤੇ ਉਹ ਜਦੋਂ ਆਉਂਦੇ ਵੀ ਅੱਛਾ ਜੀ ਲੈ ਗਏ, ਉਹ ਕਿ ਸਿਕਿਉਰਿਟੀ ਵਾਪਸ ਬੁਲਾ ਲਈ ਜਾਵੇ ਤੇ ਘਰ ਕਹਿ ਦਿਓ ਵੀ ਖਾਲੀ ਕਰ ਦਿਓ, ਪਰਦੇ ਪੁਰਦੇ ਵੇਖ ਲਿਓ ਵੀ ਸਰਕਾਰੀ ਲੱਗਿਆ, ਜੇ ਚੇਂਜ ਕੀਤੇ ਤੇ ਮੋੜ ਦਿਓ। ਇਹ ਨਾ ਹੋਵੇ ਵੀ ਵੱਡੇ ਵੱਡੇ ਚਿਹਰੇ ਜਿਹੜੇ ਇੱਧਰੋਂ ਨੇ ਜਦੋਂ ਉਹਨਾਂ ਨੂੰ ਲੱਗੇ ਵੀ ਯਾਰ ਅੱਛਾ ਇਸ ਕੋਠੀ 'ਚ ਯਾਰ ਇੰਨਾ ਚਿਰ ਕੱਢ ਛੱਡਿਆ ਤੇ ਅੱਜ ਹੀ ਕਹਿੰਦੇ ਨੇ ਇਹਨਾਂ ਨੂੰ ਖਾਲੀ ਕਰ, ਉਦੋਂ ਮਹਿਸੂਸ ਹੋਵੇ। ਦੇਖੋ ਕਾਰਨ ਇਹ ਆ ਵੀ ਉਹ ਜਿਹੜਾ ਸਮਾਂ ਨਾ ਉਹ ਹੋ ਸਕਦਾ ਪਹਿਲਾਂ ਚੱਲ ਗਿਆ। ਹੁਣ ਤੇ ਇਹ ਆ ਵੀ ਲੋਕ ਅਗਲਾ ਕਹਿੰਦਾ ਵੀ ਯਾਰ ਜੇ ਹੁਣ ਬਾਹਰਲੇ ਮੁਲਕਾਂ ਦੇ ਅਗਲਾ ਕਹਿੰਦਾ ਭਰਾਵਾ 2-2 3-3 ਸ਼ਿਫਟਾਂ ਕਰਕੇ ਰੋਟੀ ਖਾਈ ਦੀ। ਹੁਣ ਉਸ ਥਾਟ ਦੇ ਵਿੱਚ ਉਹ ਪਿੱਛੇ ਵੀ ਤੇ ਗੱਲ ਹੁੰਦੀ ਹੋ ਨਾ ਪਰਿਵਾਰ ਦੇ ਨਾਲ, ਬਾਪੂ ਬੜੇ ਤੰਗ ਆ ਇੱਥੇ ਤੂੰ ਘਾਲ ਤੇ ਦਿੱਤਾ ਈ, ਉਹ ਬਾਪੂ ਨੂੰ ਸਮਝ ਆਉਂਦੀ ਵੀ ਯਾਰ ਐਡਾ ਸੌਖਾ ਨਹੀਂ ਵੀ ਮੈਂ ਇਥੋਂ ਜ਼ਮੀਨ ਗਹਿਣੇ ਪਾ ਕੇ ਨਿਆਣੇ ਬਾਹਰ ਇਕੱਲੇ, ਉੱਥੇ ਜਾ ਕੇ ਉਹ ਵੀ ਤੰਗ ਨੇ, ਤੇ ਇੱਥੇ ਜਦੋਂ ਮੈਂ ਉਂਗਲ ਤੇ ਸਿਆਹੀ ਲਵਾ ਕੇ ਤੇ ਵੋਟ ਪਾਉਣ ਜਾਣਾ ਅਗਲੇ ਕਹਿੰਦੇ ਨੇ ਵੀ ਕੋਈ ਗੱਲ ਨਹੀਂ ਦਹਾਕਿਆਂ ਤੋਂ ਤੁਰੇ ਆ ਰਹੇ ਹਾਂ। ਇੱਦਾਂ ਨਹੀਂ, ਮਤਲਬ ਲੋਕਾਂ ਦਾ ਜਿਹੜਾ ਉਹ ਮਾਈਂਡ ਸੈਟ ਚੇਂਜ ਹੋਇਆ, ਉਹਨੂੰ ਥੋੜ੍ਹਾ ਜਿਹਾ ਸਮਝਣ ਦੀ ਲੋੜ ਹੈ। ਕਿਸੇ ਵੀ ਪੋਲੀਟੀਕਲ ਪਾਰਟੀ ਮਾੜਾ ਕੋਈ ਵੀ ਨਹੀਂ, ਜਿਹਨੂੰ ਵੀ ਲੱਗਦਾ ਅਸੀਂ ਸਿਆਸਤ ਕਰਨੀ, ਅਸੀਂ ਸੁਧਾਰਨਾ, ਸਗੋਂ ਉਹਨਾਂ ਕੋਲੇ ਤਜਰਬਾ ਪੁਰਾਣੀਆਂ ਪਾਰਟੀਆਂ ਕੋਲੇ
ਬਸ ਆਪਣੇ ਆਪ ਦਾ ਥੋੜਾ ਇਹ ਕਹਿੰਦਾ ਇੰਜਣ ਓਵਰਹਾਲ ਕਰਨ ਦੀ ਲੋੜ ਆ, ਥੋੜਾ ਜਿਹਾ ਤੇਲ ਤੂਲ ਬਦਲਣ ਉਹਦਾ, ਰੇਸ ਰੂਸ ਉਹਦੀ ਚੈੱਕ ਕਰਨ ਤੇ ਫੇਰ ਗੱਡੀ ਚੱਲੂਗੀ। ਜੇ ਕਿਸੇ ਵੀ ਪੰਜਾਬ ਦੇ ਲੀਡਰ ਨੂੰ, ਚਾਹੇ ਉਹ ਆਪ ਦਾ, ਖਾਸ ਦਾ, ਭਾਜਪਾ ਦਾ, ਅਕਾਲੀ ਦਲ ਦਾ, ਕਾਂਗਰਸ ਦਾ, ਜਿਹਦਾ ਮਰਜ਼ੀ ਹੈ, ਜੇ ਅਜੇ ਵੀ ਕਿਸੇ ਨੂੰ ਭੁਲੇਖਾ ਹੈ, 1966 ਤੋਂ ਲੈ ਕੇ ਹੁਣ ਤੱਕ ਇੱਕ ਅੱਧ ਮੌਕੇ ਨੂੰ ਛੱਡ ਕੇ ਅਖਬਾਰਾਂ ਦੀ ਸੁਰਖੀ ਬਣਦੀ ਹੁੰਦੀ ਸੀ ਵਿਧਾਨ ਸਭਾ ਜਾਂ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ। ਨਤੀਜਾ ਆਇਆ, ਕਈ ਦਿੱਗਜ ਹਾਰੇ, ਠੀਕ ਹੈ ਜੀ। ਹੁਣ ਐਤਕੀ ਕੀ ਹੈ ਨਤੀਜਾ ਆਇਆ, ਵਿਰਲਾ ਟਾਵਾਂ ਦਿੱਗਜ ਬਚਿਆ, ਬਾਕੀ ਸਾਰੀ ਡਿੱਗੇ, ਸਾਰੀਆਂ ਵੱਡੀਆਂ ਤੋਪਾਂ ਡਿੱਗੀਆਂ। ਇਹ ਲੋਕਾਂ ਨੇ ਹੁਣ ਮਨ ਬਣਾ ਲਿਆ ਕਿ ਭਾਈ ਆਪਾਂ ਘਰ ਨਹੀਂ ਲੈਣਾ, ਆਪਾਂ ਹੁਣ ਰੈਂਟ ਤੇ ਰਹਿਣਾ ਹੀ। ਤੇ ਜੇ ਐਂ ਲੱਗਾ ਕਿ ਭਾਈ ਮਾਲਕ ਮਕਾਨ ਜਾਣੀ ਸਾਡਾ ਚੁਣਿਆ ਲੀਡਰ ਚੰਗਾ ਵਿਹਾਰ ਨਹੀਂ ਕਰਦਾ, ਤੇ ਕੋਈ ਗੱਲ ਨਹੀਂ, ਆਪਾਂ ਭਾਈ ਕਹਿਣਾ ਠੀਕ ਹੈ ਭਾਈ ਆ ਚੱਕ ਮਹੀਨੇ ਦਾ ਕਿਰਾਇਆ ਤੇ ਅਸੀਂ ਚੱਲੇ ਜੀ। ਯੂਹਾਲ ਵਾਲਿਆਂ ਦਾ ਨਾ ਉਹ ਲੈ ਲੈਣਾ ਟਰੱਕ ਜਾ ਸਿੱਟ ਸਮਾਨ ਵੇਚ ਆਪਾਂ ਚੱਲੇ। ਮਤਲਬ ਇਹ ਇੱਕ ਫਰਕ ਪੈ ਗਿਆ। ਐਂਡ ਇਹਨੂੰ ਆਪਾਂ ਜੇ ਥੋੜਾ ਜਿਹਾ ਪੰਜਾਬ ਦੇ ਹਿਸਾਬ ਨਾਲ ਸਮਝਣਾ ਹੋਵੇ ਤੇ ਇਹ ਵਰਕਰਾਂ ਤੇ ਵੀ ਚੀਜ਼ ਕਿਤੇ ਨਾ ਕਿਤੇ ਆਉਂਦੀ ਹੈ। ਹੁਣ ਤੁਸੀਂ ਇਹ ਦੇਖੋ ਨਾ ਵੀ ਜਿਹੜੇ ਬੰਦੇ ਨੇ ਮੰਨ ਲਓ ਵੀ ਪਾਰਟੀ ਨਾਲ ਜੁੜਿਆ, ਹੋ ਸਕਦਾ ਕਿਸੇ ਕਾਰਨ ਕਰਕੇ ਜੁੜਿਆ ਹੋਵੇ, ਉਹ ਚਾਹੇ ਦੀ ਉਮਰ ਹੀ ਲੰਘ ਗਈ ਵੀ ਯਾਰ ਜਦੋਂ ਵੋਟਾਂ ਆਉਂਦੀਆਂ ਆਪਾਂ ਜੋ ਤਿਲ ਫੁੱਲ ਹੁੰਦਾ ਉਹ ਵੀ ਲੀਡਰ ਸਾਹਿਬ ਦੀ ਜੇਬ 'ਚ ਪਾਈਦਾ, ਔਖੇ ਸੌਖੇ ਲੱਡੂਆਂ ਨਾਲ ਤੋਲੀ ਦਾ ਵੀ ਆ, ਇੱਧਰੋਂ ਉੱਧਰੋਂ ਦਰੀਆਂ ਦੁਰੀਆਂ ਇਕੱਠੀਆਂ ਕਰਕੇ 5-4 ਬੰਦੇ ਵੀ ਬਿਠਾਈਦੇ ਆ, ਤੇ ਵੱਧ ਤੋਂ ਵੱਧ ਮਿਲਦਾ ਕੀ ਆ ਵੀ ਜਦੋਂ ਕਿਤੇ ਜਾਣਾ ਆਉਣਾ ਤੇ ਉਦੋਂ ਸਤਿ ਸ੍ਰੀ ਅਕਾਲ, ਅੱਛਾ ਤੁਸੀਂ ਵੀ ਆਏ ਹੋ, ਇੰਨੀ ਗੱਲ। ਤੇ ਗਾਂ ਨਿਆਣੇ ਕਹਿੰਦੇ ਵੀ ਬਾਪੂ ਤੂੰ ਬਸ ਚਪਲਾਂ ਤੜਾਉਣ ਦਾ ਹੀ ਕੰਮ ਰੱਖਿਆ ਸੀਗਾ ਜੀ, ਉਹ ਤੋਂ ਬਾਅਦ ਕੀ ਲੱਭਿਆ? ਇਹ ਹੈਗਾ। ਬਾਕੀ ਸੰਧਾਲੀਆ ਸਾਹਿਬ ਜਦੋਂ ਭਗਵੰਤ ਮਾਨ ਸਾਹਿਬ ਦਾ ਸਹੁੰ ਚੁੱਕ ਸਮਾਗਮ ਹੋਣਾ ਸੀ, ਉਹਦੇ ਵਿੱਚ ਹੀ ਇੱਕ ਸੁਨੇਹਾ ਆਇਆ, ਉਹ ਕਹਿੰਦੇ ਜੀ ਅਸੀਂ ਰਾਮਾ ਮੰਡੀ ਜਲੰਧਰ ਤੋਂ ਆ, ਸਹੁੰ ਚੁੱਕ ਸਮਾਗਮ 'ਚ ਜਾਣਾ ਸੀ, ਪਰ ਰਾਹ ਦੇ ਵਿੱਚ ਇੱਕ ਐਕਸੀਡੈਂਟ ਹੋਇਆ ਸੀ ਤਾਂ ਇੱਕ ਬੱਚਾ ਜ਼ਖਮੀ ਹੋ ਗਿਆ, ਤੇ ਅਸੀਂ ਉਹ ਬੱਚੇ ਨੂੰ ਜਿਹੜਾ ਅਸੀਂ ਕਿਹਾ ਫਿਰ ਹੁਣ ਖਟਖੜ ਕਲਾਂ ਨੂੰ ਨਹੀਂ ਜਾਣਾ, ਹੁਣ ਬੱਚਾ ਦਾਖਲ ਕਰਾਉਣੇ ਆ। ਮੁੱਢਲੀ ਸਹਾਇਤਾ ਦਿੱਤੀ, ਅੰਮ੍ਰਿਤਸਰ ਗੁਰੂ ਨਾਨਕ ਹਸਪੀਟਲ ਲੈ ਕੇ ਗਏ। ਉਹ ਕਹਿੰਦੇ ਜੀ ਦਾਖਲ ਕਰਾ ਕੇ ਫਿਰ ਅਸੀਂ ਤਾਂ ਘਰ ਨੂੰ ਮੁੜਨਾ ਸੀ, ਅਸੀਂ ਮੁੜਿਆ ਤੇ ਫਿਰ ਫੋਨ ਆਇਆ। ਹੁਣ ਗੁਰੂ ਨਾਨਕ ਹਸਪੀਟਲ ਕਿਹਨਾਂ ਦਾ ਹੈ ਆਪਾਂ ਸਾਰਿਆਂ ਨੂੰ ਪਤਾ ਹੈ। ਉਹ ਕਹਿੰਦੇ ਜੀ ਆਇਆ, ਉਹ ਕਹਿੰਦੇ ਮੇਰੀ ਜੇਬ 'ਚ 1500 ਰੁਪਈਆ ਹੀ ਸੀਗਾ, ਦਵਾਈਆਂ ਬਾਹਰੋਂ ਲਿਆਉਣੀਆਂ ਵੱਧ ਦੀਆਂ ਬਣਦੀਆਂ, ਉਹ ਕਹਿੰਦੇ ਆਪਣਾ ਮੋਬਾਈਲ ਰੱਖ ਜਾ। ਮੈਂ ਦੱਸੋ ਜੀ ਕੀ ਕਰਾਂ? ਉਹ ਕਹਿੰਦੇ ਅਸੀਂ ਫਿਰ ਗੱਡੀ ਚੱਕੀ, ਫਿਰ ਅੰਮ੍ਰਿਤਸਰ ਜਲੰਧਰੋਂ ਚਲੇ ਗਏ। ਤੁਸੀਂ ਦੇਖੋ ਕਿ ਇੱਕ ਬੰਦਾ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ 'ਚ ਜਾਣ ਦੇ ਲਈ ਜਿਹੜੇ ਰੰਗ ਦੀ ਪੱਗ ਕਿਹਾ ਸੀ ਉਹ ਪੱਗ ਬੰਨ੍ਹ ਕੇ ਤੁਰਿਆ ਹੋਵੇ, ਰਾਹ ਦੇ ਵਿੱਚ ਹਾਦਸਾ ਹੋ ਗਿਆ। ਪਹਿਲੀ ਗੱਲ ਹੈ ਕਿ ਆਮ ਬੰਦਾ ਕਹਿੰਦਾ ਨਹੀਂ ਯਾਰ ਸਾਡਾ ਉੱਥੇ ਜ਼ਰੂਰੀ ਹੈ। ਉਹ ਬੱਚੇ ਨੂੰ ਲੈ ਕੇ ਪਹਿਲਾਂ ਅੰਮ੍ਰਿਤਸਰ ਗਏ, ਦਾਖਲਾ ਕਰਾ ਕੇ ਘਰੇ ਆਏ, ਫਿਰ ਫੋਨ ਆਇਆ, ਫਿਰ ਉੱਥੇ ਗਏ। ਫਿਰ ਉਹਨਾਂ ਦੇ ਕਹਿਣ ਦਾ ਭਾਵ ਇਹ ਸੀ ਕਿ ਡਾਕਟਰ ਹੈਗੇ ਆ, ਬੈੱਡ ਹੈਗੇ ਆ, ਸਹੂਲਤਾਂ ਹੈਗੀਆਂ, ਦਵਾਈਆਂ ਹੈ ਨਹੀਂ। ਹੁਣ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਬਣ ਗਏ ਆ, ਸਹੁੰ ਚੁੱਕ ਲਈ। ਅਸੀਂ ਨਹੀਂ ਕਹਿੰਦੇ ਇੱਕ ਦਿਨ 'ਚ, ਅਸੀਂ ਇੱਕ ਹਫ਼ਤੇ 'ਚ ਵੀ ਨਹੀਂ ਕਹਿੰਦੇ, ਅਸੀਂ ਇੱਕ ਮਹੀਨੇ 'ਚ ਵੀ ਨਹੀਂ ਕਹਿੰਦੇ, ਤੁਸੀਂ ਥੋੜ੍ਹਾ ਸਮਾਂ ਲੈ ਲਓ। ਪਰ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਵੀ ਕੰਮ ਸਰਕਾਰੀ ਆ, ਉਹਨਾਂ ਸਰਕਾਰੀ ਹਸਪਤਾਲਾਂ ਦੇ ਵਿੱਚ ਦਵਾਈਆਂ ਖੁਣੋ ਨਾ ਕੋਈ ਰਹੇ। ਹੁਣ ਬਹੁਤ ਸਾਰੇ ਲੋਕ ਆਰਥਿਕ ਤੌਰ ਦੇ ਉੱਤੇ ਕਮਜ਼ੋਰ ਹੁੰਦੇ, ਮੰਨ ਲਓ ਇੱਕ ਬਜ਼ੁਰਗ ਘਰ 'ਚ ਇਕੱਲਾ ਰਹਿੰਦਾ, ਉਹਨੂੰ 2000 ਰੁਪਈਆ ਮਹੀਨੇ ਦੀ ਪੈਨਸ਼ਨ ਮਿਲਦੀ ਹੈ, ਉਹ 2000 ਦੇ ਵਿੱਚੋਂ ਸੰਧਾਲੀਆ ਸਾਹਿਬ 2000 ਤੱਕ ਖਰਚਾ ਹੀ ਹੁੰਦਾ ਨਾ, 100 ਬਚਾ ਲੂ, 200 ਬਚਾ ਲੂ, ਇਦੋਂ ਵੱਧ ਨਹੀਂ ਬਚਾ ਸਕਦਾ, ਬਚਣਾ ਵੈਸੇ 1 ਰੁਪਈਆ ਨਹੀਂ। ਹੁਣ ਮੰਨ ਲਓ ਕਿ ਉਹ ਬਜ਼ੁਰਗ ਦਾ ਐਕਸੀਡੈਂਟ ਹੋ ਗਿਆ, ਨਾ ਹੋਵੇ, ਉਹ ਹਸਪਤਾਲ ਚਲੇ ਗਏ, ਅਗਲੇ ਕਹਿੰਦੇ ਜੀ ਆ ਲਓ 2200 ਦੀਆਂ ਦਵਾਈਆਂ ਆਉਣੀਆਂ, ਬਜ਼ੁਰਗ ਕਿੱਥੋਂ ਲੈ? ਇਹਦਾ ਮਤਲਬ ਕਿ ਉਹ ਜ਼ਖਮੀ ਪਿਆ ਰਹੂ, ਇਹਦਾ ਮਤਲਬ ਉਹ ਜਹਾਨੋਂ ਕੂਚ ਕਰ ਜੂ। ਜਾਣੀ ਇਹ ਇੱਕ ਬਹੁਤ ਵੱਡਾ ਮਸਲਾ, ਤੇ ਅਸੀਂ ਜ਼ਰੂਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਭਾਈ ਇਹ ਤੁਹਾਡੇ ਹੀ ਬੰਦੇ ਸੀ, ਕੋਈ ਮੈਂ ਹੁਣ ਨਾਂ ਨਹੀਂ ਲੈਣਾ। ਉਹਨਾਂ ਨੇ ਕਿਹਾ ਜੀ ਸਾਡੇ ਵਿਧਾਇਕਾਂ ਤੱਕ ਗੱਲ ਅੱਪੜਦੀ ਕਰੋ। ਇੱਕ ਐਮਐਲਏ ਨਾਲ ਉਹਨਾਂ ਨੇ ਗੱਲ ਵੀ ਕੀਤੀ ਕਿ ਭਾਈ ਇਦਾਂ ਹਾਲਾਤ ਨੇ, ਉਹਨਾਂ ਨੇ ਅੱਗੇ ਸੁਣਵਾਈ ਵੀ ਕੀਤੀ। ਪਰ ਇਹ ਵੱਡਾ ਮਸਲਾ ਹੈ ਤਾਂ ਜੋ ਕਿਸੇ ਵੀ ਬੰਦੇ ਨੂੰ ਭਲਕ ਨੂੰ ਦਵਾਈਆਂ ਖੁਣੋਂ ਤੜਫੜਾ ਨਾ ਪਵੇ। ਇਹਦੇ 'ਚ ਆਪਾਂ ਇੱਕ ਚੀਜ਼ ਹੋਰ, ਆਪਣਾ ਕੰਮ ਤੇ ਸਲਾਹਾਂ ਦਾ ਹੀ ਹੈ, ਕੋਈ ਮੰਨ ਲੂ ਤੇ ਉਹਦਾ ਭਲਾ, ਨਾ ਮੰਨੂ ਤੇ ਤਾਂ ਵੀ ਭਲਾ। ਜੇ ਮੰਨ ਲੂ ਤਾਂ ਲੋਕਾਂ ਦਾ ਭਲਾ ਨਹੀਂ, ਉਹਨਾਂ ਦਾ ਵੀ ਤੇ ਨਾਲ ਹੀ ਹੈ ਨਾ, ਜਿਨ੍ਹਾਂ ਨੇ ਪਹਿਲਾਂ ਨਹੀਂ ਮੰਨੀਆਂ ਉਹ ਹੁਣ ਮੇਰੇ ਯਾਰ, ਤਾਂ ਲੋਕਾਂ ਨੇ ਫਿਰ ਕਮਰਾ ਬਦਲ ਲੈਣੇ। ਅੱਛਾ, ਪਿਛਲੇ ਸਮੇਂ ਦੇ ਵਿੱਚ ਆਪਾਂ ਬੜਿਆਂ ਥਾਵਾਂ ਤੇ ਸੁਣਿਆ ਦੇਖਿਆ ਸੀਗਾ ਵੀ ਯਾਰ ਬਹੁਤ ਸਾਰੇ ਲੋਕ ਨਾ ਜਨੈਰਿਕ ਦਵਾਈਆਂ ਦੀਆਂ ਦੁਕਾਨਾਂ ਖੋਲ੍ਹਦੇ। ਮਤਲਬ ਜਦੋਂ ਆਪਾਂ ਆਮ ਤੌਰ ਤੇ ਦਵਾਈ ਲੈਣ ਜਾਂਦੇ ਵੀ ਉਹ ਕਹਿੰਦੇ ਵੀ ਆਹ ਕਿੰਨੇ ਦੀ ਜੀ, ਉਹ ਕਹਿੰਦੇ 500 ਦੀ ਜੀ, ਉਹ ਕਹਿੰਦੇ ਆਹ ਕਿੰਨੇ ਦੀ ਜੀ, ਕਹਿੰਦੇ 50 ਦੀ ਜੀ। ਇਹਦੇ ਦਵਾਈ ਕਹਿੰਦੇ ਦਵਾਈ ਸੇਮ, ਬਸ ਮਾਰਕੇ ਦਾ ਫਰਕ ਹੈ ਵੀ ਜੇ ਤਾਂ ਬ੍ਰਾਂਡਡ ਲੈਣੀ ਆ ਮਹਿੰਗੀ, ਨੋਰਮਲ ਲੈਣੀ ਆ ਤੇ ਇੰਨੇ ਦੀ। ਫਿਰ ਉਹਦੇ 'ਚੋਂ ਕਈ ਤਰ੍ਹਾਂ ਦੀਆਂ ਕੁੰਡੀਆਂ ਨੇ। ਆਪਾਂ ਇਹ ਨਹੀਂ ਕਹਿੰਦੇ ਵੀ ਉਹ ਜੋ ਕੁਛ ਵੀ ਹੈਗਾ ਭਾਈ ਸਾਹਿਬ ਹਰੇਕ ਬੰਦਾ ਠੱਗੀ ਜਾਂਦਾ, ਕੋਈ ਕਾਨੂੰਨ ਬਣਿਆ ਹੋਊਗਾ ਉੱਪਰੋਂ ਸਾਰਾ ਕੁਛ, ਇਹਦੇ ਹਿਸਾਬ ਨਾਲ ਹੀ ਕੰਮ ਚੱਲਦਾ। ਪਰ ਜੇ ਉਹ ਕਿਤੇ ਝੋਲ ਹੈਗਾ ਤੇ ਆਪਾਂ ਨੇ ਆਂਦੇ ਵੀ ਜਿਹਦੀ ਦੁਕਾਨ ਤੇ ਅਗਲੇ ਨੂੰ ਤੁਸੀਂ ਆ ਕੇ ਵੀ ਤੂੰ ਸਸਤੀ ਦੇ ਉਹਨਾਂ ਵੀ ਤੂੰ ਠੀਕ ਆ ਵੀਰ, ਤੂੰ ਆਪਣੇ ਹਿਸਾਬ ਨਾਲ ਕਰ, ਪਰ ਸਰਕਾਰ ਤੇ ਚਲਾ ਸਕਦੀ ਹੈ ਨਾ। ਉਹ ਜਿਹੜੀਆਂ ਵੀ ਕੰਪਨੀਆਂ ਜਨੈਰਿਕ ਦਵਾਈਆਂ ਬਣਾਉਂਦੀਆਂ ਨੇ, ਉਹ ਜਨੈਰਿਕ ਦਵਾਈਆਂ ਤਾਂ ਮੇਰੇ ਖਿਆਲ ਐਟਲੀਸਟ ਲੈ ਕੇ ਉੱਥੇ ਰੱਖੀਆਂ ਜਾ ਸਕਦੀਆਂ। ਇੱਕ ਤੇ ਕੰਮ ਸਸਤਾ ਪੈ ਗਿਆ, ਤੇ ਦੂਸਰਾ ਇਹ ਹੋ ਗਿਆ ਵੀ ਆਮ ਲੋਕਾਂ ਨੂੰ ਅਵੇਲੇਬਿਲਿਟੀ ਹੋ ਗਈ।
ਤੀਸਰੀ ਚੀਜ਼ ਇਹ ਹੋ ਗਈ ਵੀ ਜਿਹੜੇ ਉਹ ਹਸਪਤਾਲ ਨੇ ਉਹਨਾਂ ਹਸਪਤਾਲਾਂ ਦੇ ਬਾਹਰ ਵੀ ਤੇ ਮੈਡੀਕਲ ਸ਼ਾਪ ਖੋਲੀ ਜਾਂਦੀ ਸਰਕਾਰੀ ਵੀ ਵੀਰ ਮੇਰੇ ਕੋਈ ਲੋੜ ਨਹੀਂ ਤੁਹਾਨੂੰ ਮਹਿੰਗੀ ਲੈਣ ਦੀ, ਤੁਸੀਂ ਆਪਣੇ ਜਿਹੜਾ ਵੀ ਤੁਹਾਡਾ ਸਿਹਤ ਕੇਂਦਰ ਆ ਉਹਦੇ ਲਾਗੇ ਮੈਡੀਕਲ ਸਟੋਰ ਆ, ਜਨੈਰਿਕ ਦਵਾਈ ਉੱਥੋਂ ਮਿਲਦੀ, ਸਸਤੀ ਮਿਲਦੀ, ਸਰਕਾਰ ਵਾਲੇ ਪਾਸਿਓਂ ਤੁਹਾਨੂੰ ਰਿਆਇਤ ਤੇ ਮਿਲਦੀ ਹੈ, ਲੈ ਲਓ ਜਾ ਕੇ। ਇਹ ਤੇ ਆਪਾਂ ਯਾਦ ਕਰਾ ਦਿੰਦੇ ਹਾਂ, ਸ਼ਾਇਦ ਪਤਾ ਕਰ ਲੈਣ। ਅਕਾਲੀ ਭਾਜਪਾ ਸਰਕਾਰ ਵੇਲੇ ਸੀਗੇ ਜਦੋਂ ਜਾਂਦੀ ਸਰਕਾਰ ਨੇ ਨਾ ਔਸ਼ਧੀ ਕੇਂਦਰ ਜੇ ਟਾਈਪ ਖੋਲ੍ਹੇ ਸੀ, ਉਹ ਪਤਾ ਨਹੀਂ ਖੁੱਲੇ ਕਿ ਨਹੀਂ ਖੁੱਲੇ, ਹਾਂ ਇੱਕ ਅੰਦਰ ਜੇ ਨੂੰ ਕੋਠੇ ਜੇ ਨੂੰ ਰੰਗ ਜਿਹਾ ਕਰਕੇ ਬੋਰਡ ਜਿਹਾ ਲਾਇਆ ਸੀ, ਲਿਖਿਆ ਸੀ ਬਕਾਇਦਾ, ਉਹਨੂੰ ਜ਼ਰੂਰ ਇੱਕ ਨਾਲ ਝਾੜ ਪੂੰਝ ਕੇ ਦੁਬਾਰਾ ਸੈੱਟ ਕਰ ਲੈਣ। ਹੋ ਸਕਦਾ ਬਾਰੀਆਂ ਬੂਰੀਆਂ ਲੋਹੇ ਦੀਆਂ ਅੰਦਰ ਹੀ ਹੋਣ, ਮਾੜਾ ਮੋੜ ਕੁਰਲੀਆਂ ਬਾਹਰ ਕੱਢ ਕੇ ਵੇਠਾਂ ਮੁੱਠਾਂ ਝਾੜ ਕੇ ਸ਼ਾਇਦ ਗੱਲ ਬਣ ਜੇ। ਸੰਧਾਲੀਆ ਸਾਹਿਬ ਗੱਲ ਇਦਾਂ ਕਿ ਦਿੱਲੀ ਤੋਂ ਰਾਜਸਥਾਨ ਦਾ ਬਾਰਡਰ ਦੂਰ ਨਹੀਂ, ਦਿੱਲੀ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਸਿੱਧੀ ਗੱਡੀ ਉਧਰਲੇ ਪਾਸੇ ਨੂੰ ਪਾਉਣ, ਰਾਘਵ ਚੱਡਾ ਸਾਹਿਬ ਪਾਲਣ, ਜਾਂ ਇਧਰਲੇ ਪਾਸਿਓਂ ਜਿਹੜੇ ਆਮ ਆਦਮੀ ਪਾਰਟੀ ਵਾਲੇ ਪੰਜਾਬ 'ਚੋਂ ਜਿੱਤੇ ਆ ਤੇ ਉਹ ਬਾਰਡਰ ਲੱਗਦਾ ਰਾਜਸਥਾਨ ਨਾਲ, ਉਹ ਇੱਕ ਚੱਕਰ ਮਾਰੇ ਹੁਣ ਭਗਵੰਤ ਮਾਨ ਸਾਹਿਬ ਉਹਨਾਂ ਦੀ ਡਿਊਟੀ ਲਾਉਣ, ਜਾਂ ਰਾਜਸਥਾਨ ਦੇ ਵਿੱਚ ਵੀ ਆਮ ਆਦਮੀ ਪਾਰਟੀ ਹੁਣ ਪੈਰ ਚੱਕਦੀ ਹੈ, ਉੱਥੇ ਵੀ ਉਹਨਾਂ ਦੇ ਬੰਦੇ ਆ। ਰਾਜਸਥਾਨ ਦੇ ਵਿੱਚ ਆ ਜਿਹੜੀਆਂ ਤੁਸੀਂ ਘੱਟ ਮੁੱਲ ਦੀਆਂ ਜਿਹੜੀਆਂ ਦਵਾਈਆਂ ਜੈਨਰਿਕ ਕਹਿੰਦੇ ਹੋ, ਕਈ ਜੈਨਰਿਕ ਕਹਿ ਦਿੰਦੇ ਆ, ਸ਼ਬਦ ਕੁਛ ਕਹਿ ਲਓ, ਜਾਣੀ ਉਹ ਦਵਾਈਆਂ ਜਿਹੜੀਆਂ ਅਸਰ ਪੂਰਾ ਕਰਦੀਆਂ ਪਰ ਉਹਨਾਂ ਦੀ ਕੀਮਤ ਘੱਟ ਹੁੰਦੀ ਹੈ। ਹੁਣ ਹੋ ਸਕਦਾ ਕਿ ਕਿਸੇ ਨੂੰ ਲੱਗੇ ਕਿ ਬਹੁਤ ਵਧੀਆ ਕੰਪਨੀ ਦੀ ਨਹੀਂ, ਪਰ ਭਾਈ ਉਹ ਦਵਾਈ ਹੈ, ਉਹਨੂੰ ਕਬੂਲ ਕੀਤਾ ਗਿਆ, ਉਹ ਪ੍ਰਮਾਣਿਤ ਹੈ, ਉਹਦਾ ਲਾਇਸੈਂਸ ਹੈ, ਉਹ ਉਸ ਬਿਮਾਰੀ ਦੇ ਇਲਾਜ ਲਈ ਹੈਗੀ ਹੈ, ਹੁਣ ਉਹਦੇ ਵਿੱਚੋਂ ਕਮਿਸ਼ਨ ਘੱਟ ਮਿਲਦਾ ਹੈ। ਹੁਣ ਉੱਥੇ ਰਾਜਸਥਾਨ ਦੇ ਵਿੱਚ ਬੜੀ ਸਫਲਤਾਪੂਰਵਕ ਚੱਲਦੀਆਂ ਕੱਲੀਆਂ ਇਹਨਾਂ ਦਵਾਈਆਂ ਦੀਆਂ ਦੁਕਾਨਾਂ ਨੇ, ਤੇ ਉੱਥੇ ਠੋਕ ਵਜਾ ਕੇ ਕਈ ਸਾਲਾਂ ਤੋਂ ਚੱਲਦੀਆਂ, ਕਿਉਂਕਿ ਆਪਾਂ ਪਿਛਲੇ ਦਿਨ ਵੀ ਕਿਹਾ ਸੀ ਕਿ ਜਿੱਥੋਂ ਵੀ ਕਿਤੋਂ ਜੇ ਖੇਡਾਂ ਦਾ ਸਿਸਟਮ ਲੈਣਾ ਹਰਿਆਣੇ ਤੋਂ ਲੈ ਲਓ, ਜੇ ਸਟੋਰੇਜ ਕਪੈਸਿਟੀ ਵਾਲਾ ਸਿਸਟਮ ਲੈਣਾ ਥੋੜਾ ਜਿਹਾ ਨਕਲੀ ਜੀ ਕਾਪੀ ਪੇਸਟ ਉੜੀਸਾ ਵਾਲੇ ਜਿਹੜੇ ਉਹ ਸ਼ੈਲਟਰ ਹੋਮ ਬਣਾਏ ਉਹਨਾਂ ਨੇ ਤੂਫਾਨ ਤੋਂ ਬਚਣ ਲਈ, ਉੱਥੋਂ ਲੈ ਲਓ। ਜੇ ਤੁਸੀਂ ਪੜ੍ਹਾਈ ਦਾ ਸਿਸਟਮ ਲਾਇਬ੍ਰੇਰੀਆਂ ਦਾ ਸਿਸਟਮ ਲੈਣਾ ਕੇਰਲਾ ਤੋਂ ਲੈ ਲਓ, ਟੂਰਿਜ਼ਮ ਵਾਲਾ ਕੰਮ ਰਾਜਸਥਾਨ ਤੇ ਹਿਮਾਚਲ ਤੋਂ ਲੈ ਲਓ, ਇਸੇ ਤਰੀਕੇ ਰੇਤ ਬਜਰੀ ਤੇਲੰਗਾਨਾ ਤੋਂ ਲੈ ਲਓ। ਨਹੀਂ ਦੇਖੋ ਮਹਾਰਾਜ ਉਹ ਤਾਂ ਰੋਜ਼ ਗੱਲ ਚੱਲਦੀ, ਮੈਂ ਤਾਂ ਕਿਹਾ ਵੀ ਹੁਣ ਤਾਂ ਵਿਚਾਰੇ ਅਸਤੀਫਾ ਵੀ ਦੇ ਕੇ ਹੋਣੀ ਰੇਤ ਬਜਰੀ ਨਹੀਂ ਉਹਨਾਂ ਤੋਂ ਲੈ ਲਓ, ਰੇਤ ਬਜਰੀ ਸਾਡੇ ਵੀ ਸਿਸਟਮ ਲੈ ਸਿਸਟਮ ਹੀ ਮਤਲਬ ਰੇਤ ਬਜਰੀ ਵਾਲਾ ਸਿਸਟਮ ਤੇਲੰਗਾਨਾ ਤੋਂ ਲੈ ਲਓ, ਜਿਹੜਾ ਦਾਰੂ ਵਾਲਾ ਤਾਮਿਲਨਾਡੂ ਤੋਂ ਲੈ ਲਓ, ਜਿੱਥੋਂ ਜੋ ਮਿਲਦਾ ਲੈ ਲਓ। ਪਰ ਜਦੋਂ ਤੁਸੀਂ ਰਾਜਸਥਾਨ ਦੀ ਗੱਲ ਕੀਤੀ ਨਾ, ਮੈਨੂੰ ਐਂ ਲੱਗਾ ਵੀ ਯਾਰ ਸ਼ਾਇਦ ਬਾਠ ਸਾਹਿਬ ਕਿਤੇ ਗੱਲ ਕਰਨ ਲੱਗੇ, ਰੋਜ਼ ਤੇ ਆਪਾਂ ਨੂੰ ਮੈਸੇਜ ਆਉਂਦਾ ਯਾਰ ਵੀਰ ਗੱਲ ਕਰ ਦੋ ਯਾਰ ਸਾਡੀ, ਮੈਂ ਉਹ ਨਹੀਂ ਕਰਨ ਲੱਗਾ, ਉੱਥੋਂ ਮਿਲ ਉਹ ਗੱਲ ਕਰਦੇ ਟੈਲੀਵਿਜ਼ਨ ਤੇ ਬਹਿ ਕੇ ਸਾਡੇ ਵੀ ਸੁਣ ਲਓ ਆਵਾਜ਼ ਨਿਕਲਣ ਅੜ ਗਈ। ਆਵੇ ਕੋ ਗੱਲ ਆ, ਉਹ ਵੀ ਭਰਾ ਨੇ ਦੇਖੋ ਕਾਰਨ ਆ ਵੀ ਇਹ ਵੀ ਇੱਕ ਮਸਲਾ ਬਣ ਗਿਆ ਵੀ ਯਾਰ ਪੰਜਾਬ 'ਚ ਖੇਤੀ ਹੁੰਦੀ ਆ, ਉੱਥੇ ਇਹਦੀ ਖੇਤੀ ਜਿਹੜੀ ਉਹ ਨਹੀਂ ਕੀਤੀ ਜਾ ਸਕਦੀ, ਰਾਜਸਥਾਨ 'ਚ ਹੁੰਦੀ ਆ। ਆਪਾਂ ਨੇ ਇਹਦੇ ਕਰੂ ਜੀ, ਪਰ ਇੱਕ ਵਾਰ ਭਗਵੰਤ ਮਾਨ ਸਾਹਿਬ ਨੂੰ ਇਹ ਵੀ ਚਾਹੀਦਾ ਵੀ ਫਾਈਲ ਵੀ ਵਿਚਾਰ ਹੀ ਲੈਣ ਵੀ ਯਾਰ ਜੇ ਕੁਝ ਇਹਦੇ 'ਚ ਹੋ ਸਕਦਾ ਤੇ ਕਰ ਲਓ, ਹਰਜ ਕੀ ਹੈ, ਜ਼ਰੂਰੀ ਗੰਗਾ ਨਗਰੋਂ ਲਿਆਉਣਾ। ਮੈਨੂੰ ਸੁਣਨੋਂ ਹਟ ਗਿਆ, ਨਹੀਂ ਮੈਂ ਤਾਂ ਜਸਟ ਗੱਲ ਹੀ ਕੀਤੀ, ਮੈਨੂੰ ਪਤਾ ਗੱਲ ਇਹ ਹੁਣ ਇਹ ਵੀਰ ਨੋਟ ਕਰਿਓ ਵੀ ਇਹ ਬੰਦੇ ਨੂੰ ਤੁਹਾਡੀ ਗੱਲ ਸੁਣਨੋਂ ਹਟੀ ਆ ਹੁਣ। ਓਏ ਇਦਾਂ ਕਿਉਂ ਆਈ ਕਿਹੜਾ ਵੀ ਮੈਂ ਕਿਹੜਾ ਵੀ ਭਾਈ ਕਰਾ ਦੇਣ ਲੱਗਾ, ਮੈਂ ਤਾਂ ਗੱਲ ਹੀ ਕੀਤੀ ਵੀ ਖੋਲ ਲਓ ਭਾਈ ਜੇ ਤੁਹਾਨੂੰ ਜਾਪਦਾ ਵੀ ਤੁਸੀਂ ਬਹਿ ਕੇ ਸੁਹਿਰਦ ਹੋ ਕੇ ਵਿਚਾਰੋ ਸਾਰਾ ਕੁਝ। ਡਾਕਟਰ ਗਾਂਧੀ ਤੋਂ ਸਲਾਹ ਲੈ ਲਓ, ਜਾਨੀ ਡਾਕਟਰ ਨੇ ਕਹਿੰਦੇ ਹੁੰਦੇ, ਅਸੀਂ ਨਹੀਂ ਕਹਿੰਦੇ ਭਰਾ ਕੋਈ ਗੱਲ ਨਾ ਪੈ ਜਿਓ, ਜਾਨੀ ਟਿੱਪਣੀਆਂ ਥੱਲੇ ਇੰਨੀਆਂ ਆਉਂਦੀਆਂ ਕੀ ਕਰੀਏ, ਉਹ ਵੀ ਤਾਂ ਪ੍ਰਤੀਨਿਧ ਨੇ, ਉਹਨਾਂ ਦੀਆਂ ਵੀ ਵੋਟਾਂ ਨੇ। ਅੱਛਾ ਸੰਧਾਲੀਆ ਸਾਹਿਬ ਸਹੁੰ ਚੁੱਕ ਲਈ ਭਗਵੰਤ ਮਾਨ ਹੋਰਾਂ ਨੇ, ਮੈਂ ਉਹਨਾਂ ਸਿੱਧਾ ਭਾਰਤੀ ਜਨਤਾ ਪਾਰਟੀ ਦੇ ਇੱਕ ਲੀਡਰ ਸਾਹਿਬ ਨੇ ਤਰੁਣ ਚੁੱਗ ਸਾਹਿਬ, ਉਹ ਕਹਿੰਦੇ ਰਾਜਿਆਂ ਨੂੰ ਸਹੁੰ ਚੁੱਕੀ ਹੈ, 3 ਕਰੋੜ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਚਲੋ ਦੁਸ਼ਯੰਤ ਚੌਟਾਲਾ ਸਾਹਿਬ ਉਹ ਕਹਿੰਦੇ ਜੀ ਸਵਾਗਤ ਕਰਦੇ, ਉਮੀਦ ਕਰਦੇ ਹਾਂ ਕਿ ਭਗਵੰਤ ਮਾਨ, ਦੁਸ਼ਯੰਤ ਚੌਟਾਲਾ ਉਪ ਮੁੱਖ ਮੰਤਰੀ ਹਰਿਆਣੇ ਦਾ, ਕਿ ਭਗਵੰਤ ਮਾਨ ਲੋਕਾਂ ਦੀਆਂ ਆਸਾਂ ਤੇ ਖਰਾ ਉਤਰੇ। ਅਨਿਲ ਵਿਜ ਸਾਹਿਬ ਕਹਿੰਦੇ ਧੋਖੇ 'ਚ ਜਨਮ ਹੋਇਆ ਪਾਰਟੀ ਦਾ, ਹਾਲਾਂਕਿ ਗੱਠ ਜੋੜਿਆ, ਇਹ ਪਾਰਟੀ ਨੇ ਕੀ ਕਰਨਾ, ਧੋਖੇ 'ਚ ਜਨਮ ਹੋਇਆ ਹੀ। ਮੈਨੂੰ ਸਭ ਤੋਂ ਵਧੀਆ ਬਿਆਨ ਲੱਗਾ ਦਲਬੀਰ ਗੋਲਡੀ ਦਾ, ਹੁਣ ਧੂਰੀ ਤੋਂ ਭਗਵੰਤ ਮਾਨ ਤੋਂ ਹਾਰੇ ਨੇ, ਚੰਗੀਆਂ ਵੋਟਾਂ ਨਾਲ ਹਾਰਿਆ, MLA ਸੀ ਉੱਥੋਂ। ਉਹ ਕਹਿੰਦੇ ਜੀ ਦੇਖੋ, ਪੱਤਰਕਾਰ ਨੇ ਪੁੱਛ ਲਿਆ ਜੀ ਵੀ ਤੁਹਾਡੀ ਧਰਮ ਪਤਨੀ ਬੀਬੀ ਸਿਮਰਤ ਕੌਰ ਨੇ ਵੀ ਉਹਨਾਂ ਨੂੰ ਕਿਹਾ ਸੀ ਕਿ ਕੌਣ ਹੈ ਭਗਵੰਤ ਮਾਨ, ਉਹ ਕਹਿੰਦੇ ਜੀ ਦੇਖੋ ਇਲੈਕਸ਼ਨ ਸੀ, ਬੁਰਾ ਲੱਗਿਆ ਮੈਂ ਮਾਫੀ ਮੰਗਦਾ। ਕਹਿੰਦੇ ਜੀ ਮੈਂ ਤਾਂ ਧੂਰੀ ਦੇ ਲੋਕਾਂ ਨੂੰ ਵਧਾਈ ਦਿੰਦਾ ਕਿ ਤੁਸੀਂ ਪਿਛਲੀ ਵਾਰੀ MLA ਜਿਤਾਇਆ ਸੀ, ਐਤਕੀ ਤੁਸੀਂ ਮੁੱਖ ਮੰਤਰੀ ਜਿਤਾਇਆ, ਜਿਹੜਾ ਕੰਮ ਮੇਰੇ ਕੋਲੋਂ ਨਹੀਂ ਹੋਇਆ ਮੈਂ ਕਹਿੰਦੇ ਕੋਸ਼ਿਸ਼ ਕੀਤੀ, ਤੇ ਜਿਹੜਾ ਕੰਮ ਮੇਰੇ ਕੋਲੋਂ ਨਹੀਂ ਹੋਇਆ ਉਹ ਭਗਵੰਤ ਮਾਨ ਸਾਹਿਬ ਹੁਣ ਮੁੱਖ ਮੰਤਰੀ ਬਣ ਗਿਆ, ਕਰ ਦੇਣ 5-7 ਕੰਮ ਗਣਾਏ ਕਿ ਆ ਹਲਕੇ ਦੇ ਰਹਿੰਦੇ ਆ। ਬਾਕੀ ਉਹ ਕਹਿੰਦੇ ਕੋਈ ਬੰਦਾ ਮੇਰੇ ਤੋਂ ਆਸ ਨਾ ਰੱਖੇ ਕਿ ਮੈਂ ਧਰਨੇ ਦਊਂਗਾ, ਮੈਂ ਦਰੀ ਚੱਕੀ ਫਿਰੂ, ਕਹਿੰਦੇ ਨਾ ਮੈਂ ਮੁੱਖ ਮੰਤਰੀ ਤੋਂ ਟਾਈਮ ਲੈ ਕੇ ਮੀਟਿੰਗ ਕਰੂੰਗਾ ਕਿ ਭਾਈ ਹਲਕੇ ਦਾ ਕੰਮ ਆ ਪਾ ਕਰ ਹੁਣ ਤੂੰ। ਮੈਨੂੰ ਚੰਗਾ ਲੱਗੀ ਉਹਦੀ ਗੱਲ, ਵਧੀਆ ਗੱਲ ਜੀ। ਇਹ ਦੇਖੋ ਆਪਾਂ ਹੋਰ ਵੀ ਇੱਕ ਜ਼ਿਕਰ ਕਰ ਲਈਏ, ਮਨੀਸ਼ ਤਿਵਾੜੀ ਸਾਹਿਬ ਜੀ ਹੈ ਤੇ MP ਨੇ ਕਾਂਗਰਸ ਪਾਰਟੀ ਦੇ ਹੋ,
ਪਰ ਉਹਨਾਂ ਨੂੰ ਮਲਾਲ ਬੜਾ ਸੀ। ਉਹਨਾਂ ਨੇ ਨਾਲੇ ਤੇ ਸੱਦਾ ਪੱਤਰ ਸਾਂਝਾ ਕੀਤਾ, ਕਹਿੰਦੇ ਮੈਂ ਬੜਾ ਧੰਨਵਾਦੀ ਹਾਂ ਵੀ ਭਗਵੰਤ ਮਾਨ ਹੋਰਾਂ ਦਾ, ਆਮ ਆਦਮੀ ਪਾਰਟੀ ਦਾ, ਘੱਟੋ ਘੱਟ ਉਹਨਾਂ ਨੇ ਮਾਣ ਤੇ ਰੱਖਿਆ ਵੀ ਚੁਣੇ ਹੋਏ ਨੁਮਾਇੰਦੇ ਆ। ਉਹਨਾਂ ਨੇ ਸਹੁੰ ਚੁੱਕ ਸਮਾਗਮ ਦਾ ਸੱਦਾ ਪੱਤਰ ਦਿੱਤਾ ਵੀ ਆਇਓ, ਵੀ ਸਰਕਾਰ ਬਣਨੀ ਹੈ। ਇਹੋ ਜਿਹੇ ਮੌਕੇ ਤੁਹਾਡੇ ਵਰਗੇ ਸੱਜਣਾ ਨਾਲ ਸ਼ੋਭਦੇ ਨੇ, ਸੱਜਣਾ ਨਾਲ ਸਵਾਗਤ ਕਰਤਾ, ਸ਼ੁਭ ਚਿੰਤਕ ਥੱਲੇ ਸਾਰਾ ਕੁਝ ਲਿਖਿਆ। ਉਹ ਕਹਿੰਦੇ ਵੀ ਤੁਸੀਂ ਆਇਓ ਜ਼ਰੂਰ, ਪਰ ਕਾਰਨ ਇਹ ਆ ਵੀ ਅਫਸੋਸ ਤਾਂ ਇਸ ਗੱਲ ਦਾ ਵੀ ਚੰਨੀ ਸਾਹਿਬ ਹੀ ਮੁੱਖ ਮੰਤਰੀ ਬਣੇ ਸੀ, ਨਾ ਤੇ ਉਹਨਾਂ ਨੇ ਸੱਦਾ ਪੱਤਰ ਹੀ ਦਿੱਤਾ ਜੀ, ਨਾ ਮੁੜ ਕੇ ਪੁੱਛਿਆ ਹੀ ਕਿਸੇ ਨੇ, ਤੇ ਫਿਰ ਮੁੜ ਕੇ ਤੁਸੀਂ ਇਹ ਪੁੱਛਦੇ ਹੋ ਵੀ ਪਾਰਟੀ ਹਾਰੀ ਕਿਉਂ। ਹੁਣ ਵੀ ਨਹੀਂ ਪਤਾ ਲੱਗਾ ਵੀ ਕਿਉਂ ਹਾਰੀ। ਨਹੀਂ, ਤਿਵਾੜੀ ਸਾਹਿਬ ਜਿਹੜੇ ਆ ਨਾ, ਦੇਖੋ ਅੱਜ ਕੱਲ ਉਹ ਥੋੜੇ ਜਿਹਾ ਅਸੰਤੁਸ਼ਟ ਨੇ। ਉਹ ਕਹਿੰਦੇ ਜੀ ਜਾਣੀ ਕਈ ਕੁਛ ਹੁੰਦਾ ਪਾਰਟੀਆਂ ਦੇ ਵਿੱਚ, ਪਰ ਤੁਸੀਂ ਦੇਖੋ ਕਿ ਉਹ ਖਾਸ ਤੌਰ ਤੇ ਮੈਂ ਵੀ ਸੋਚਦਾ ਸੀ ਕਿ ਆਪਣੀ ਪਾਰਟੀ ਦਾ ਬੰਦੇ ਨੇ ਮੁੱਖ ਮੰਤਰੀ ਬਣਨਾ ਹੋਵੇ, ਸੱਦਾ ਹੀ ਨਾ ਭੇਜਣ। ਜਾਂ ਤਾਂ ਕਹੋਗੇ ਅਸੀਂ 5 ਹੀ ਬੰਦੇ ਸੱਦੇ ਆ, ਅਸੀਂ ਹੋਰ ਕੋਈ ਬੰਦਾ ਸੱਦਿਆ ਨਹੀਂ। ਜੇ ਸੱਦਿਆ ਹੀ ਤਾਂ ਮੈਂਬਰ ਪਾਰਲੀਮੈਂਟ ਨੇ 15 16 18 ਲੱਖ ਵੋਟਰਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਨੇ, ਤੁਹਾਡੀ ਪਾਰਟੀ ਦੇ ਨੇ, ਤੁਸੀਂ ਸੱਦਾ ਹੀ ਨਾ ਭੇਜੋ। ਅੱਜ ਦਾ ਚੁਣ ਕੇ ਵਾਲਾ ਕੰਮ ਆ ਨਾ, ਇਹ ਫਿਰ ਤੰਗ ਬਹੁਤ ਕਰਦਾ। ਹੁਣ ਫਿਰ ਮੁੜ ਕੇ ਚੁਟਕਲੇ ਬਣੀ ਜਾਂਦੇ ਆ। ਨਹੀਂ, ਉਹ ਤਾਂ ਫਿਰ ਬਣਨੇ ਆ, ਪਰ ਇਹਦੋਂ ਗੱਲ ਨੂੰ ਬੰਦੇ ਵਧੀਆ ਰਹਿ ਗਏ। ਮੁਹੰਮਦ ਸਦੀਕ ਸਾਹਿਬ ਹਾਲਾਂਕਿ MP ਨੇ ਜੀ, MP ਕਾਂਗਰਸ ਪਾਰਟੀ ਦੇ ਨੇ, ਤੇ ਇੱਧਰ ਸੋਨੀਆ ਗਾਂਧੀ ਨਾਲ ਮੁਲਾਕਾਤ ਵੀ ਕਰਨੀ ਸੀ, ਪਤਾ ਨਹੀਂ ਉੱਥੇ ਗਏ ਕਿ ਨਹੀਂ ਗਏ ਮੈਨੂੰ ਪਤਾ ਨਹੀਂ, ਪਰ ਹਾਂ ਭਗਵੰਤ ਮਾਨ ਹੋਰਾਂ ਦੇ ਸਹੁੰ ਚੁੱਕ ਸਮਾਗਮ ਤੇ ਗਏ ਉੱਥੇ ਜਾ ਕੇ, ਕਿਉਂਕਿ ਹਰੇਕ ਪੱਤਰਕਾਰ ਭਾਈ ਜਿਹੜੇ ਨਿਗਾਹ ਤੇ ਪੈਂਦੇ ਆ ਵੀ ਤੇਰਾ ਭਲਾ ਜੋ ਚਿੱਟੀ ਪੱਗ ਵਾਲੇ ਹੈ ਬੈਠੇ ਸਦੀਕ ਸਾਹਿਬ ਇੱਧਰ ਕਿੱਦਾਂ ਮਾਰਾ ਕਾਂਗਰਸ ਪਾਰਟੀ ਤੁਹਾਡੀ। ਹੁਣ ਦੇਖੋ ਸੋਚਣ ਵਾਲੀ ਗੱਲ ਇਹ ਹੈ ਵੀ ਭਦੌੜ ਹਲਕੇ 'ਚ ਬਹੁਤ ਪ੍ਰਚਾਰ ਕੀਤਾ ਉਹਨਾਂ ਨੇ, ਚੰਨੀ ਸਾਹਿਬ ਦੇ ਜਮਾ ਨਾਲ ਦਰਬਾਰਾ ਸਿੰਘ ਗੁਰੂ ਸਾਹਿਬ ਵੀ ਵਿਰੋਧੀ ਵੀ ਇਕੱਠੇ ਹੋ ਗਏ। ਹੁਣ ਸਦੀਕ ਸਾਹਿਬ ਉੱਥੇ ਬੈਠੇ ਆ ਤੇ ਸਾਹਮਣੇ ਇੱਕ ਉਹ 35 ਸਾਲਾਂ ਦਾ ਮੁੰਡਾ ਬੈਠਣਾ ਲਾਭ ਜੀ, ਉਹ MLA ਬਣ ਗਿਆ। ਉਹਨੂੰ ਹਰਾਉਣ ਦੇ ਲਈ ਉਹ ਪ੍ਰਚਾਰ ਕਰਦੇ ਰਹੇ ਸੀ, ਪਰ ਫਿਰ ਵੀ ਪਾਰਟੀ ਭਾਵੇਂ ਵੱਖਰੀ, ਉਹਦੇ ਬਾਵਜੂਦ ਜਦੋਂ ਉਹਨਾਂ ਨੂੰ ਸੱਦਾ ਪੱਤਰ ਆਇਆ ਤੇ ਪਹੁੰਚੇ ਤੇ ਪੁੱਛ ਲਿਆ ਸਦੀਕ ਸਾਹਿਬ ਕਿੱਦਾਂ। ਉਹ ਕਹਿੰਦੇ ਰਾਜਨੀਤੀ ਛੱਡੋ ਯਾਰ, ਕਲਾਕਾਰ ਭਰਾ ਸਾਡਾ, ਅਸੀਂ ਤੇ ਇਕੱਠੇ ਕੰਮ ਕਰਦੇ ਰਹੇ ਵੀ ਬੰਦਾ ਹੀਰਾ ਅੱਜ ਉਹ ਆਪਣੀ ਥਾਂ ਤੇ ਜਿੱਥੇ ਪਹੁੰਚਣਾ ਚਾਹੀਦਾ ਨਾ ਸਿਖਰ ਤੇ, ਉੱਥੇ ਪਹੁੰਚ ਗਿਆ। ਮੈਨੂੰ ਬੜੀ ਖੁਸ਼ੀ। ਦੇਖੋ ਸਦੀਕ ਸਾਹਿਬ ਦਾ ਕੰਮ ਸਿੱਧਾ, ਉਹ ਜਦੋਂ MLA ਬਣ ਗਿਆ ਸੀ ਉਦੋਂ ਜੇ ਵੱਡੇ ਬਾਦਲ ਸਾਹਿਬ ਨੇ ਕਿਹਾ ਕਿ ਭਾਈ ਗੀਤ ਸੁਣਾ ਦਿਓ, ਉਹਨਾਂ ਨੇ ਸੁਣਾ। ਤੁਸੀਂ ਇਹ ਦੇਖੋ ਕਿ ਸਦੀਕ ਸਾਹਿਬ ਨੇ ਗੀਤ ਸੁਣਾਤਾ, ਭਾਰਤ ਹੈ ਵਾਂਗ ਮੁੰਦਰੀ ਵਿੱਚ ਨਗ ਪੰਜਾਬ ਦਾ, ਤੇ ਵੱਡੇ ਬਾਦਲ ਸਾਹਿਬ ਕਹਿੰਦੇ ਇਹ ਗਾਉਣ ਵੀ ਆਉਣ ਵਾਲੀ ਜਗ੍ਹਾ ਥੋੜ੍ਹਾ। ਅੱਜ ਵੱਡੇ ਬਾਦਲ ਸਾਹਿਬ ਵਿਧਾਨ ਸਭਾ 'ਚ ਵੀ ਨਹੀਂ ਗਏ, ਉਹ ਲੋਕ ਸਭਾ 'ਚ ਨਹੀਂ। ਹਾਂ, ਉਹ ਲੋਕ ਸਭਾ 'ਚ ਨੇ ਤੇ ਜਿਹੜੇ ਗਾਉਣ ਵਜਾਉਣ ਵਾਲੇ ਬੰਦਿਆਂ ਦੀ ਗੱਲ ਕਰਦੇ, ਬਹੁਤੇ ਬੰਦੇ ਇੱਥੇ ਉਹ ਸੀ ਕਿਉਂਕਿ ਉਹ ਕਹਿੰਦੇ ਸਾਡੇ ਗਾਉਣ ਵਜਾਉਣ ਵਾਲਾ ਬੰਦਾ ਮੁੱਖ ਮੰਤਰੀ ਬਣ ਗਿਆ। ਇੱਥੇ ਇੱਕ ਹੋਰ ਚੇਂਜ ਹੁੰਦਿਆਂ ਪਤਾ ਨਹੀਂ ਲੱਗਦਾ। ਗੁਰਦਾਸ ਮਾਨ ਹੋਰੀ ਵੀ ਆਏ, ਉਹਨਾਂ ਨੇ ਵੀ ਕਿਹਾ ਕਿ ਭਗਵੰਤ ਮੈਨੂੰ ਪਿਆਰਾ ਬਹੁਤ ਹੈ ਤੇ ਮੈਨੂੰ ਆਸ ਬੜੀ ਹੈ ਕਿ ਜੋ ਕੰਮ ਪੰਜਾਬ 'ਚ ਨਹੀਂ ਹੋਇਆ ਹੁਣ ਭਗਵੰਤ ਮਾਨ ਕਰੇ। ਬਾਬੂ ਸਿੰਘ ਮਾਨ ਹੋਰੀ ਆਏ, ਕਰਮਜੀਤ ਅਨਮੋਲ ਆਏ, ਹੋਰ ਬਹੁਤ ਸਾਰੇ ਕਲਾਕਾਰ ਆਏ। ਮੇਰਾ ਖਿਆਲ ਨਹੀਂ ਵੀ ਕੋਈ ਚਿਹਰਾ ਕੋ ਵੱਡਾ ਰਿਹਾ ਹੋਵੇ, ਖਾਸ ਕਰਕੇ ਉਸ ਵੇਲੇ ਦੇ ਜਿਹੜੇ ਪੁਰਾਣੇ ਕਲਾਕਾਰ ਸੀਗੇ, ਲੀਜੈਂਡ। ਤੇ ਜਿਹੜੀ ਚੰਗੀ ਗੱਲ ਉੱਥੇ ਦੇਖੋ ਖਰਚ ਹੋਇਆ, ਕਣਕ ਵੱਢ ਹੋਈ, ਉਹ 2-4 ਦਿਨਾਂ ਤਾਈਂ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਣੀਆਂ, ਜਿਹੜੀਆਂ ਬਹੁਤ ਜ਼ਰੂਰੀ ਆ। ਆਪਾਂ ਤਾਂ ਬੇਨਤੀ ਕਰ ਰਹੇ ਹਾਂ ਵੀ 10 ਰੁਪਏ ਖਰਚੇ ਕੋ ਫਟਾਫਟ RTI ਪਾ ਕੇ ਜਾਣੀ ਆਥੈਂਟਿਕ ਚੀਜ਼ ਜਿਹੜੀ ਆ ਵੀ ਸਰਕਾਰ ਖੁਦ ਲਿਖ ਕੇ ਦੇਵੇ ਵੀ ਇੰਨੇ ਕਰੋੜ ਜਾਂ ਇੰਨੇ ਲੱਖ ਇੰਨੇ ਰੁਪਏ ਖਰਚ ਕੀਤੇ। ਅਸੀਂ ਠੋਕ ਕੇ ਗੱਲ ਕਰਾਂਗੇ। ਹੁਣ ਸੰਧਾਲੀਆ ਸਾਹਿਬ ਦੇਖੋ, ਭਗਵੰਤ ਮਾਨ ਹੋਰਾਂ ਨੇ ਸਹੁੰ ਚੁੱਕੀ, ਮਾਤਾ ਜੀ ਉਹਨਾਂ ਦੇ ਬੈਠੇ ਸੀ, ਉਹਨਾਂ ਦੀ ਧੀ ਤੇ ਉਹਨਾਂ ਦਾ ਪੁੱਤਰ ਅਮਰੀਕਾ ਤੋਂ ਖਾਸ ਤੌਰ ਤੇ ਵਿਸ਼ੇਸ਼ ਤੌਰ ਦੇ ਉੱਤੇ ਗਏ ਸੀ, ਉਹ ਆਪਣੀ ਦਾਦੀ ਦੇ ਆਸ-ਪਾਸ ਬੈਠੇ ਸੀ, ਮਾਤਾ ਉਹਨਾਂ ਦੀ ਹੱਥ ਜੋੜ ਕੇ ਬੈਠੀ ਜਿੰਨੀ ਦੇਰ ਪੁੱਤ ਨੇ ਸਹੁੰ ਨਹੀਂ ਚੁੱਕੀ। ਹੁਣ ਭਗਵੰਤ ਮਾਨ ਹੋਰਾਂ ਨੇ ਉੱਥੇ 3 ਚੀਜ਼ਾਂ ਕਹੀਆਂ, ਕਹਿੰਦੇ ਜੀ ਇੱਕ ਤਾਂ ਪਹਿਲੇ ਦਿਨ ਤੋਂ ਕੰਮ ਸ਼ੁਰੂ ਕਰਨਾ ਪੈਣਾ, ਹੰਕਾਰ 'ਚ ਆਇਓ ਨਾ, ਮਾੜਾ ਸ਼ਬਦ ਕਿਸੇ ਨੂੰ ਬੋਲਿਓ ਨਾ, ਸਤਿਕਾਰ ਸਾਰਿਆਂ ਦਾ ਕਰਨਾ, ਆਪਾਂ ਸਾਰੇ ਪੰਜਾਬ ਦੀ ਸਰਕਾਰ ਚਲਾਉਣੀ ਆ, ਆਪਣੀ ਪਾਰਟੀ ਦੀ ਸਰਕਾਰ ਨਹੀਂ ਚਲਾਉਣੀ। ਤੇ ਉਹਨਾਂ ਨੇ ਵੀ ਕਿਹਾ ਕਹਿੰਦੇ 60-70 ਸਾਲ ਤਾਂ ਪਹਿਲਾਂ ਪਿੱਛੇ ਪੈ ਗਿਆ, ਹੁਣ ਲੇਟ ਨਹੀਂ ਹੋ ਸਕਦੇ। ਇਹਦੇ ਤੋਂ ਆਮ ਆਦਮੀ ਪਾਰਟੀ ਦੇ ਸਥਾਨਕ ਵਰਕਰਾਂ ਨੂੰ ਜ਼ਰੂਰ ਸਿੱਖ ਲੈਣਾ ਚਾਹੀਦਾ। ਉਹ ਕਹਿੰਦੇ ਜੀ ਚੰਗੇ ਸ਼ਬਦ ਬੋਲਣੇ ਆ, ਹੰਕਾਰ ਨਹੀਂ ਕਰਨਾ, ਰਿਸਪੈਕਟ ਸਾਰਿਆਂ ਦੀ ਕਰਨੀ ਆ, ਤੇ ਕੋਈ ਜੇ ਦੂਸਰੀ ਪਾਰਟੀ ਦਾ ਬੰਦਾ ਵੀ ਉਹਦੇ ਘਰ ਮੂਹਰੇ ਜਾ ਕੇ ਲਲਕਰਾ ਬਿਲਕੁਲ ਨਹੀਂ ਮਾਰਨਾ, ਕਿਉਂਕਿ ਹੁਣ ਤਾਂ ਅੱਗੇ ਵਧਣ ਦਾ ਵੇਲਾ ਹੈ। ਇਕੱਠ ਲੋੜੇ ਦਾ ਸੀ ਤੇ ਪੱਗਾਂ ਤੇ ਚੁੰਨੀਆਂ ਦਾ ਰੰਗ ਤਾਂ ਆਪਾਂ ਨੂੰ ਪਤਾ ਹੀ ਹੈ। ਨਹੀਂ ਹੈਗਾ। ਦੇਖੋ ਇਹ ਜਿਹੜੀ ਗੱਲ ਉਹਨਾਂ ਨੂੰ ਵਾਰ-ਵਾਰ ਕਹੀ ਨਾ ਕਿ ਵੀ ਯਾਰ ਜਿੰਨਾ ਵੋਟਾਂ ਨਹੀਂ ਪਾਈਆਂ ਸਰਕਾਰ ਉਹਨਾਂ ਦੀ ਵੀ ਬਣੀ ਹੈ ਜੀ। ਇਹ ਚੀਜ਼ ਪਹਿਲੇ ਦਿਨ ਜਦੋਂ ਉਹਨਾਂ ਦੀ ਵਿਧਾਨਕਾਰ ਦੀ ਮੀਟਿੰਗ ਹੁੰਦੀ, ਜਦੋਂ ਉਹਨਾਂ ਨੂੰ ਨੇਤਾ ਚੁਣਿਆ ਜਾਂਦਾ, ਉਦਣ ਵੀ ਇਹ ਗੱਲ ਕਹੀ। ਜਿੱਦਣ ਬੰਦਾ ਮੁੱਖ ਮੰਤਰੀ ਦੀ ਸਹੁੰ ਚੁੱਕਦਾ ਉਦਣ ਵੀ ਇਹ ਗੱਲ ਕਹਿੰਦਾ। ਇਹ ਗੱਲ ਸਭ ਤੋਂ ਵੱਧ ਨੋਟ ਕਰਨ ਵਾਲੀ ਹੈ ਵੀ ਹੁਣ ਆਪਾਂ ਅੱਗੇ ਵੀ ਕਹਿੰਦੇ ਹੁੰਦੇ ਆ ਵੀ ਯਾਰ ਸਰਕਾਰ ਜਿਹਦੀ ਮਰਜ਼ੀ ABC ਬਣ ਜਾਵੇ, ਜਿਹੜਾ ਇਹ ਰਿਵਾਜ ਚੱਲ ਪਿਆ ਨਾ ਵੀ ਜਿਹੜੇ ਹਲਕੇ ਦਾ MLA ਨਹੀਂ ਤੇ ਉਸ ਹਲਕੇ ਨੂੰ ਦੇਖਣਾ ਹੀ ਨਹੀਂ ਵੀ ਕੋਈ ਗੱਲ ਨਹੀਂ ਵੀ ਤੁਸੀਂ ਪੁੱਤ ਵੋਟਾਂ ਨਹੀਂ ਪਾਈਆਂ ਤੇ ਹੁਣ ਵੀ ਤੁਹਾਨੂੰ ਦੱਸਾਂਗੇ। ਇਹ ਜਿਹੜਾ ਪੰਜਾਬੀ ਵਾਲਾ ਰਿਵਾਜ ਹੈ ਹੈਗਾ ਆਪਣੇ 'ਚ, ਆਪਾਂ ਇਹ ਨਹੀਂ ਕਹਿੰਦੇ ਵੀ ਨਹੀਂ ਹੈਗਾ, ਇਹ ਸੁਭਾਅ ਹੀ ਆ, ਪਤਾ ਨਹੀਂ ਕਿਉਂ। ਉਹਨੂੰ ਜੇ ਬਦਲਣ 'ਚ ਕਾਮਯਾਬ ਹੋ ਜਾਂਦੇ ਆ ਭਗਵੰਤ ਮਾਨ ਹੋਣੀ ਤੇ ਬਹੁਤ ਵਧੀਆ ਗੱਲ ਹੈ ਜੀ। ਪਰ
ਇਹਨੂੰ ਆਸ ਮੈਨੂੰ ਘੱਟ ਲੱਗਦੀ, ਕਿਉਂਕਿ ਰੋਜ਼ ਹੀ ਆਪਣੇ ਤੱਕ ਕੋਈ ਨਾ ਕੋਈ ਵੀਡੀਓ ਪਹੁੰਚ ਜਾਂਦੀ ਜਿੱਥੇ ਕੋਈ ਕਿਸੇ ਨਾਲ ਫਸਿਆ ਹੁੰਦਾ, ਕੋਈ ਸਕੂਲੇ ਵੜਿਆ ਹੁੰਦਾ, ਕੋਈ ਹਸਪਤਾਲ 'ਚ ਗਿਆ ਹੁੰਦਾ, ਕੋਈ ਕਿਸੇ ਪੁਲਿਸ ਵਾਲੇ ਨਾਲ ਖਿਬੜੀ ਜਾਂਦਾ, ਕੋਈ ਕਹਿੰਦਾ ਮੈਂ ਫਲਾਣੇ ਥਾਂ ਦੇ ਪਟਵਾਰੀਆਂ ਨੂੰ ਐਂ ਕਰ ਦੂੰ ਜੀ। ਹੁਣ ਤਾਂ ਮੇਰੇ ਖਿਆਲ ਨਾਲ ਵੱਖ-ਵੱਖ ਜਥੇਬੰਦੀਆਂ ਵਾਲੇ ਪਾਸਿਓਂ ਬਿਆਨ ਵੀ ਆਉਣ ਲੱਗ ਪਏ ਵੀ ਮਾਲਕੋ ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਵੀ ਪਹਿਲਾਂ ਸਰਕਾਰ ਆਪਣਾ ਕੰਮ ਪੂਰਾ ਕਰ ਦੇਵੇ ਜੀ। ਮੰਗਾਂ ਸਾਡੇ ਕੋਲੇ ਲਿਖੀਆਂ ਪਈਆਂ ਵੀ ਕਿੰਨੀਆਂ ਸਾਡੀਆਂ ਅਸਾਮੀਆਂ ਘੱਟ ਹੈ, ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਕਮੀ ਜਿਹਦਾ ਕਰਕੇ ਕੰਮ ਰੁਕਿਆ। ਜਿੱਦਣ ਤੁਸੀਂ ਪੂਰੀਆਂ ਕਰਦੇ ਹੋ ਉਦਣ ਬਾਅਦ ਤੁਹਾਨੂੰ ਪੁੱਛਣ ਦਾ ਵੀ ਹੱਕ ਹੈਗਾ ਜੀ। ਤੇ ਜੇ ਤੁਸੀਂ ਐਂ ਹੀ ਆਖੋ ਵੀ ਆਪਾਂ ਹੁਣ ਵੀ ਡੰਡੇ ਨੇ ਕਰਨਾ ਹੀ, ਇਦਾਂ ਨਹੀਂ। ਚਲੋ ਸੰਧਾਲੀਆ ਸਾਹਿਬ ਪਿੰਡ 'ਚ ਸਕੂਲ ਹੈ, ਉੱਦਾਂ ਵੀ ਤਾਂ ਪਿੰਡਾਂ ਵਾਲੇ ਸਕੂਲ 'ਚ ਜਾਂਦੇ ਆ, ਪਰ ਜਾ ਕੇ ਸਤਿਕਾਰ ਕਰਨਾ ਹੀ, ਹੱਥ ਜੋੜ ਕੇ ਪੁੱਛਣਾ ਭੈਣ ਜੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ, ਸਾਨੂੰ ਪਤਾ ਤੁਸੀਂ ਵਧੀਆ ਨਿਆਣੇ ਪੜ੍ਹਾਉਂਦੇ ਹੋ, ਕਿਉਂਕਿ ਮਸ਼ੀਨਾਂ ਨਾਲ ਸਕੂਲ ਨਹੀਂ ਚੱਲਦੇ, ਬੰਦਿਆਂ ਨਾਲ ਚੱਲਦੇ ਆ। ਤੇ ਉਹਨਾਂ ਨੇ ਬੱਚਿਆਂ ਨੂੰ ਪੜ੍ਹਾਉਣਾ ਹੈ, ਬੱਚਿਆਂ ਦੇ ਨਾਲ ਖੁੰਦਕਾਂ ਥੋੜੀ ਰੱਖਣੀਆਂ। ਅਧਿਆਪਕ ਦਾ ਕੰਮ ਹੀ ਪੜ੍ਹਾਉਣਾ, ਉਹਨੂੰ ਤਨਖਾਹ ਮਿਲਦੀ ਹੈ। ਤੁਸੀਂ ਤਾਂ ਸਗੋਂ ਰੌਲਾ ਪਾਓ ਕਿ ਭਾਈ ਅਸੀਂ ਗੈਰ ਵਿਦਿਅਕ ਕੰਮ ਨਹੀਂ ਲੈਣੇ ਤੁਹਾਡੇ ਤੋਂ, ਅਸੀਂ ਸਰਕਾਰ ਨੂੰ ਕਹਿੰਦੇ ਆ ਤੁਸੀਂ ਦੱਸੋ ਭੈਣ ਜੀ ਹੋਰ ਕੀ ਚਾਹੀਦਾ। ਹਾਂ ਜੇ ਜਾ ਕੇ ਆਪਾਂ ਐਂ ਕਹਾਂਗੇ ਕਿ ਭਾਈ ਆਪਾਂ ਵੀਡੀਓ ਬਣਾ ਲਈ, 2-4-10 ਦਿਨ ਦਿਓ, ਪਹਿਲਾਂ ਇੱਕ ਵਾਰੀ ਜਾ ਕੇ ਧੀਏ ਪੁੱਤ ਇਦਾਂ ਕਰਕੇ ਕਹਿ ਕੇ ਉਹ ਮੁੜ ਕੇ ਫਿਰ ਦੇਖੀ ਜਾਊ, ਜੇ ਨਹੀਂ ਕੋਈ ਹਟੂਗਾ ਫਿਰ ਤਾਂ ਰਾਹ ਤੁਹਾਡੇ ਕੋਲੇ ਹੈਗੇ ਹੀ ਹੈ। ਇੱਕ ਸੰਧਾਲੀਆ ਸਾਹਿਬ ਇੱਥੇ ਜਿਹੜੀ ਬਹੁਤ ਜ਼ਰੂਰੀ ਚੀਜ਼ ਵਿਚਾਰਨ ਵਾਲੀ ਹੈ ਉਹ ਇਹ ਹੈ ਕਿ ਹੁਣ ਹੋ ਗਿਆ 2 ਇਕੱਠ, ਅੰਮ੍ਰਿਤਸਰ ਰੋਡ ਸ਼ੋਅ ਹੋ ਗਿਆ, ਸਮਝ ਆ ਗਈ। ਖਟਕੜ ਕਲਾਂ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੀ ਧਰਤੀ ਦੇ ਉੱਤੇ ਸਹੁੰ ਚੁੱਕ ਲਈ, ਬਹੁਤ ਇਕੱਠ ਹੋਇਆ, ਪਤਾ ਲੱਗ ਗਿਆ ਕਿ ਲੋਕਾਂ ਨੇ ਬਹੁਤ ਵੋਟਾਂ ਪਾਈਆਂ, ਹੁਣ ਕੰਮ ਕਰਨ ਦਾ ਵੇਲਾ ਹੈ। ਹੁਣ ਇਕੱਠ ਹੋਣੇ ਸੀ, ਹੋ ਗਏ। ਆਮ ਆਦਮੀ ਪਾਰਟੀ ਦੇ ਵਰਕਰ ਆਪੋ ਆਪਣੇ ਹਲਕਿਆਂ 'ਚ ਸਰਗਰਮ ਹੋਣ, ਆਪਣੇ ਘਰ-ਬਾਰ ਵੀ ਦੇਖਣ, ਜਿਹੜੀ ਵੀ ਸੁਧਾਰ ਦੀ ਲੋੜ ਹੈ, ਜੇ ਤੁਹਾਨੂੰ ਲੱਗਦਾ ਕਿ ਕਿਤੇ ਕਮਜ਼ੋਰੀ ਹੈ, ਆਪੋ ਆਪਣੇ ਵਿਧਾਇਕ ਨੂੰ ਦੱਸੋ। ਹੁਣ ਤਾਂ ਉਹਨਾਂ ਨੂੰ ਚੰਡੀਗੜ੍ਹ ਬੈਠ ਕੇ ਕੰਮ ਕਰਨ ਦਿਓ, ਕਿਤੇ ਉਹੀ ਧੰਨਵਾਦੀ ਦੌਰਿਆਂ ਵਾਲਾ ਮਸਲਾ ਨਾ ਸ਼ੁਰੂ ਹੋ ਜਾਵੇ, ਕਿਉਂਕਿ ਕੰਮ ਕਰਨ ਦਾ ਵੇਲਾ ਆ। ਹੁਣ ਬਾਰ-ਬਾਰ ਆਪੋ ਆਪਣੇ ਥਾਵਾਂ ਦੇ ਉੱਤੇ ਸਮਾਗਮ ਰੱਖਣ ਦੀ ਲੋੜ ਨਹੀਂ, ਐਮਐਲਏ ਨਾ ਕਰੀ ਜਾਓ ਕਰਨਾ। ਉਹ ਬੜਾ ਜ਼ਰੂਰੀ ਆ। ਇੱਕ ਆਪਾਂ ਹੋਰ ਬੇਨਤੀ ਕਰੀਏ, ਮੇਰਾ ਖਿਆਲ ਜੇ ਕੱਲ ਦੇ ਦਿਨ 'ਚ ਵੀ ਆਪਾਂ ਵੇਖਿਆ ਹੋਵੇ, ਭਗਵੰਤ ਮਾਨ ਹੋਣੀ ਜਦੋਂ ਸਹੁੰ ਚੁੱਕ ਕੇ ਉਸ ਤੋਂ ਬਾਅਦ ਵਾਪਸ ਜਾਂਦੇ ਆ ਜੀ ਆਪਣਾ ਉਹਦਾ ਸੰਭਾਲਣ ਦੇ ਲਈ ਸਕੱਤਰੇ 'ਚ, ਤੇ ਉੱਥੇ ਉਹ ਵੀਡੀਓ ਜਿੱਦਾਂ ਪੂਰੀਆਂ ਉੱਪਰ ਤੱਕ ਗੈਲਰੀਆਂ, ਪੰਜਾਬ ਵਾਲੇ ਹਰਿਆਣੇ ਵਾਲੇ ਸਾਰੇ ਮੁਲਾਜ਼ਮ ਹੈ ਨਾ, ਉਹ ਜਿੱਦਾਂ ਉਹਨਾਂ ਨੇ ਵੀ ਉਹਨਾਂ ਦਾ ਸਵਾਗਤ ਕੀਤਾ ਹੈ ਨਾ, ਜਾਂ ਕਹਿ ਲਓ ਵੀ ਉਹਨਾਂ ਨੂੰ ਇਹ ਲੱਗਿਆ ਵੀ ਯਾਰ ਕੁਛ ਨਵੀਂ ਚੀਜ਼ ਹੋਈ ਆ। ਐਂਡ ਉੱਥੇ ਜਿਸ ਹਿਸਾਬ ਨਾਲ ਭਗਵੰਤ ਮਾਨ ਹੋਰੀ ਗਏ, ਉਸ ਤੋਂ ਬਾਅਦ ਜਿਹੜਾ ਵੀ ਉਹਨਾਂ ਦਾ ਕੋਈ ਮਤਲਬ ਸਬੋਰਡੀਨੇਟ ਕੋਈ ਮੁਲਾਜ਼ਮ ਉਹਨਾਂ ਨੂੰ ਮਿਲਣ ਆਇਆ, ਐਂਡ ਹਰੇਕ ਦੀ ਸਤਿ ਸ੍ਰੀ ਅਕਾਲ ਦਾ ਜਵਾਬ ਬੰਦਾ ਦਿੰਦਾ ਨਜ਼ਰ ਆਇਆ। ਕਿਸੇ ਵੇਲੇ ਹੁੰਦਾ ਨਾ ਵੀ ਓਕੇ ਠੀਕ ਹੈ ਕੋਈ ਗੱਲ ਨਹੀਂ, ਓਕੇ ਸਤਿ ਸ੍ਰੀ ਅਕਾਲ, ਉਹ ਕਹਿੰਦਾ ਤੇਰਾ ਕੰਮ ਸਤਿ ਸ੍ਰੀ ਅਕਾਲ ਬੁਲਾਉਣੀ, ਜਵਾਬ ਦੇਣਾ ਨਹੀਂ ਦੇਣਾ ਉਹ ਮਾਲਕਾਂ ਦਾ ਕੰਮ। ਇਦਾਂ ਨਹੀਂ ਹੋਇਆ ਜੀ। ਆਪਾਂ ਸਿਰਫ ਇਹ ਬੇਨਤੀ ਕਰਦੇ ਹਾਂ ਵੀ ਜਿੰਨੇ ਵੀ ਉਹਨਾਂ ਦੇ ਚੁਣੇ ਹੋਏ ਨੁਮਾਇੰਦੇ ਆ, ਪਲੱਸ ਜਿਹੜੀ ਉਹਨਾਂ ਦੀ ਥੱਲੇ ਵਾਲੀ ਲੀਡਰਸ਼ਿਪ ਆ, ਜੇ ਤੇ ਉਹਨਾਂ ਨੇ ਆਪਣੇ ਨੇਤਾ ਨੂੰ ਫੋਲੋ ਕਰ ਲਿਆ ਨਾ ਇੰਨੀ ਗੱਲ ਦੇ ਵਿੱਚ ਹੀ ਵੀ ਯਾਰ ਹਰੇਕ ਬੰਦੇ ਨੂੰ ਰਿਸਪੈਕਟ ਦਿਓ, ਉਹਦੇ ਨਾਲ ਹੀ ਬੜਾ ਫਰਕ ਪੈਣਾ। ਹੁਣ ਜਿਹੜਾ ਬੰਦਾ ਮਾਤੜ ਆ, ਉਹਨੇ ਕਿਤੇ ਡਾਂਗ ਥੋੜਾ ਮਾਰ ਦੇਣੀ ਲੀਡਰ ਦੇ, ਜੇ 2 ਦਬਕੇ ਮਾਰ ਵੀ ਦਊ ਤੇ ਉਹਦੇ ਨਾਲ ਚੰਗਾ ਵੀ ਜੇ ਉਹਨੂੰ ਸ਼ਾਬਾਸ਼ੀ ਦੇ ਦੇਵੋਗੇ ਤੇ ਅਗਲਾ ਯਾਰ ਕਮਾਲ ਹੋ ਗਈ, ਆਹ ਹੋਈ ਨਾ ਚੇਂਜ। ਬਿਲਕੁਲ ਸੰਧਾਲੀਆ ਸਾਹਿਬ, ਬਾਕੀ ਸਾਰੇ ਮਸਲੇ ਕੁਝ ਕੁ ਲੋਕਾਂ ਨਾਲ ਸੰਬੰਧਿਤ ਹੁੰਦੇ ਆ। ਹੁਣ ਉਹਨਾਂ ਦਾ ਹਰਾ ਪੈਨ ਕਾਹਦੇ ਲਈ ਚੱਲਦਾ ਹੈ, ਉਹ ਆਪ ਸਿਆਣੇ ਨੇ ਜਿਨ੍ਹਾਂ ਨੂੰ ਲੋਕਾਂ ਨੇ ਵੋਟਾਂ ਪਾ ਕੇ ਚੁਣਿਆ। ਪਰ ਸਰਕਾਰੀ ਦਫ਼ਤਰਾਂ ਦੇ ਵਿੱਚ ਫਾਈਲਾਂ ਨਾ ਅਟਕਣ, ਅਧਿਕਾਰੀ ਬੇਲੋੜੇ ਦੌਰਿਆਂ ਦੇ ਦੌਰਾਨ ਨਾਲ ਨਾ ਚਿਪਕੇ ਰਹਿਣ, ਦਫ਼ਤਰਾਂ ਦੇ ਵਿੱਚ ਬੈਠਣ, ਲੋਕਾਂ ਨੂੰ ਮਿਲਣ, ਰਿਸ਼ਵਤਖੋਰੀ ਨਾ ਚੱਲੇ, ਇਹ ਇੱਕ ਹੁਕਮ ਦੇ ਉੱਤੇ ਹੀ ਨਿਰਭਰ ਕਰ ਜਾਂਦਾ। ਇੱਕ ਹੁਕਮ ਨਿਕਲਿਆ ਨਾ, ਦੇਖਿਓ ਕਿੱਦਾਂ ਸਿੱਧੇ ਹੁੰਦੇ ਆ। ਤੇ ਜਿਹੜੇ ਇਮਾਨਦਾਰੀ ਦੇ ਨਾਲ ਕੰਮ ਕਰਨਾ ਚਾਹੁੰਦੇ ਆ, 15 ਮਿੰਟ ਪਹਿਲਾਂ ਆਉਂਦੇ ਆ ਤੇ 5 ਮਿੰਟ ਬਾਅਦ 'ਚ ਜਾਂਦੇ ਛੁੱਟੀ ਤੋਂ, ਉਹ ਖੁਸ਼ ਹੋਣਗੇ ਕਿ ਭਾਈ ਚੰਗਾ ਹੋਇਆ ਕਿ ਆਹ ਸਾਰਾ ਕੰਮ ਕਰ ਜਿਹੜਾ ਉਹ ਹੋਣ ਲੱਗ ਪਿਆ। ਫੌਰੀ ਤੌਰ ਦੇ ਉੱਤੇ ਪ੍ਰਬੰਧਕੀ ਢਾਂਚਾ, ਦਫ਼ਤਰ ਹੈਗੇ ਆ, ਕਰਮਚਾਰੀ ਹੈਗੇ ਆ, ਕਰਮਚਾਰੀਆਂ ਨੂੰ ਕਮਾਂਡ ਦੇਣ ਵਾਲੇ ਹੈਗੇ ਆ, ਬਸ ਉਹ ਕਮਾਂਡ ਦੇਣ ਦੀ ਲੋੜ ਆ। ਕੰਪਿਊਟਰ ਤੋਂ ਕਮਾਂਡ ਦੇ ਦੀ ਨਾ, ਕੀ ਹੋਇਆ ਉਹ ਪਰਲੇ ਪਾਸੇ ਚੱਕ ਲਿਓ ਯਾਰ, ਪ੍ਰਿੰਟਰ 'ਚੋਂ ਪ੍ਰਿੰਟ ਨਿਕਲਦੇ ਹੋਣੇ, ਕਈ ਵਾਰੀ ਨਾਲ ਦੇ ਕਮਰੇ 'ਚ ਹੁੰਦਾ ਹੈ, ਇੱਕ ਕਮਾਂਡ ਦੇ ਦਿਓ, ਪ੍ਰਿੰਟ ਸਾਰੇ ਪੰਜਾਬ 'ਚ ਨਿਕਲਣਗੇ। ਹਾਂ ਨਹੀਂ, ਇਹ ਬੜਾ ਜ਼ਰੂਰੀ ਹੈ। ਚਲੋ ਆਸ ਕਰਦੇ ਹਾਂ ਹੁਣ, ਮੇਰਾ ਖਿਆਲ ਹੁਣ ਤੇ ਸਰਕਾਰ ਬਣ ਗਈ, ਕੁਰਸੀ ਤੇ ਬਹਿ ਗਏ, ਅੱਜ ਸਹੁੰ ਚੁੱਕ ਵੀ ਸਮਾਗਮ ਹੋ ਜਾਣਾ, ਫਿਰ ਉਸ ਤੋਂ ਬਾਅਦ ਆ ਮੇਰਾ ਖਿਆਲ ਅਗਲਾ ਹਫ਼ਤਾ ਸ਼ੁਰੂ ਹੁੰਦਿਆਂ ਤੱਕ ਜਿਹੜਾ ਹੁਣ ਬੜੀ ਤਮੰਨਾ ਉਹ ਕਿਹੜਾ ਫਿਰ ਮੰਤਰੀ ਬਣ ਲੱਗਾ ਵੀ ਫਲਾਣੇ ਦੀ ਗੱਲ ਚੱਲਦੀ ਫਿਰ ਮੜੀ ਉਹ ਵੀ ਗੱਲ ਕਲੀਅਰ ਹੋ ਜਾਣੀ, ਇਹ ਵੀ ਪਤਾ ਲੱਗ ਜਾਣਾ ਵੀ ਆਹ ਮੁੱਖ ਮੰਤਰੀ ਹੈ, ਆਹ ਉਹਨਾਂ ਦੇ ਮੰਤਰੀ ਨੇ। ਅਜੇ ਤੇ ਚਰਚਾ ਇਹ ਚੱਲਦੀ ਵੀ ਸ਼ਾਇਦ ਪਹਿਲੀ ਸੱਟੇ 18 ਦੇ 18 ਮੰਤਰੀ ਬਣਾਏ ਨਾ ਜਾਣ, ਅੱਧੇ ਕੁ ਬਣਾ ਲੈਣ ਪਹਿਲਾਂ ਉਹ, ਉਸ ਤੋਂ ਬਾਅਦ ਜਿੱਦਾਂ ਕੁਝ ਸਮੇਂ ਬਾਅਦ ਹੁੰਦਾ ਵੀ ਮੰਤਰੀ ਮੰਡਲ ਦਾ ਵਿਸਥਾਰ ਜਲਦ ਹੋਵੇਗਾ, ਉਹ ਹੋ ਸਕਦਾ ਮੰਤਰੀ ਮੰਡਲ ਦਾ ਵਿਸਥਾਰ ਬਾਅਦ ਜਲਦ ਕਰ ਦੇਣ, ਪਰ ਇਹਨਾਂ ਵੀ ਕੰਮ ਤੁਰ ਪਊਗਾ ਜੇ ਕੰਮ ਤੁਰ ਪਊਗਾ। ਬਾਕੀ ਸੰਧਾਲੀਆ ਸਾਹਿਬ, ਯੂਕਰੇਨ ਤੇ ਰੂਸ ਦਾ ਮਸਲਾ 21 ਦਿਨ ਹੋ ਗਿਆ ਯੁੱਧ ਲੱਗਾ, ਅਜੇ ਪੁਸ਼ਟੀ ਨਹੀਂ ਕੀਤੀ ਕਿਸੇ ਨੇ, ਪਰ ਲੱਗਦਾ ਹੈ ਕਿ ਉਹ ਜੰਗ ਬੰਦ ਹੋ ਸਕਦੀ ਹੈ। ਇਹ ਵੀ ਪਤਾ ਲੱਗਾ ਕਿ ਅੰਦਰ ਖਾਤੇ, ਕਿਉਂਕਿ ਕੁਝ ਦੇਸ਼ ਵਿਚਾਲੇ ਪਏ ਆ, ਬਹੁਤ ਸਾਰੀਆਂ ਚੀਜ਼ਾਂ ਬਾਅਦ ਵਿੱਚ ਨਿਕਲਦੀਆਂ ਹੁੰਦੀਆਂ ਕਿ ਸ਼ਾਇਦ ਰੂਸ ਇਸ ਗੱਲ ਦੇ ਉੱਤੇ ਸਹਿਮਤ ਹੈ ਕਿ ਜੇ ਯੂਕਰੇਨ ਲਿਖ ਕੇ ਦੇਵੇ ਕਿ ਅਸੀਂ ਨਾਟੋ ਦਾ ਹਿੱਸਾ ਨਹੀਂ ਬਣਦੇ ਤੇ ਹਥਿਆਰ ਜਿਹੜੇ ਬਾਹਰਲੇ ਮੁਲਕਾਂ ਤੋਂ ਲੈਣੇ ਆ ਉਹਦੀ ਗਿਣਤੀ ਸੀਮਤ ਕਰੇ ਕਿ ਅਸੀਂ ਇੰਨੇ ਕੁ ਹੀ ਹਥਿਆਰ ਖਰੀਦਾਂਗੇ, ਤਾਂ ਹੋ ਸਕਦਾ ਕਿ ਰੂਸ ਯੂਕਰੇਨ ਦੇ ਉੱਤੇ ਹਮਲੇ ਬੰਦ ਕਰਦਾ। ਹਾਂ,
ਭਾਰਤ ਸਰਕਾਰ ਨੇ ਜਿਹੜਾ ਆਪਰੇਸ਼ਨ ਗੰਗਾ ਚਲਾਇਆ ਸੀ ਉਹਦੇ ਵਿੱਚੋਂ ਕਹਿੰਦੇ ਜੀ 22,000 ਤੇ 500 ਬੰਦੇ ਅਸੀਂ ਯੂਕਰੇਨ ਤੋਂ ਕੱਢ ਕੇ ਭਾਰਤ ਲਿਆਂਦੇ ਆ। ਹੁਣ ਤਾਂ ਸਗੋਂ ਕੁਝ ਬੰਦੇ ਜਿਹੜੇ ਕਿ ਰੂਸ ਵਾਲੇ ਕਬਜ਼ੇ ਵਾਲੇ ਯੂਕਰੇਨ 'ਚ ਸੀ ਉਹਨਾਂ ਨੂੰ ਵਾਇਆ ਮਾਸਕੋ ਵੀ ਕੱਢ ਕੇ ਲਿਆਏ ਆ। ਨਹੀਂ ਤਾਂ ਪਹਿਲਾਂ 4 ਦੇਸ਼ ਸਲੋਵਾਕੀਆ, ਹੰਗਰੀ, ਨਾਲ ਦੀ ਨਾਲ ਪੋਲੈਂਡ ਤੇ ਇਹਨਾਂ ਸਾਰੇ ਦੇਸ਼ਾਂ ਦੇ ਵਿੱਚੋਂ ਕੱਢ ਕੇ ਲਿਆਉਂਦੇ ਸੀ ਕਿ ਭਾਈ ਆਪਾਂ ਉਧਰਲੇ ਪਾਸੇ ਲੈ ਆਈਏ। ਪਰ ਹੁਣ ਕਿਉਂਕਿ ਉੱਥੇ ਰੂਸ ਦੀਆਂ ਫੌਜਾਂ ਪਹੁੰਚ ਗਈਆਂ ਸੀ, ਰੂਸ ਨਾਲ ਵੀ ਭਾਰਤ ਦੀ ਠੀਕ ਹੈ, ਹੁਣ ਉੱਥੋਂ ਉਹ ਮਾਸਕੋ ਲੈ ਕੇ ਆਏ, ਉੱਥੋਂ ਫਲਾਈਟ ਭਾਰਤ ਦੀ ਜਿਹੜੀ ਉਹ ਹੋਈ ਹੈ। ਉਮੀਦ ਕਰਦੇ ਹਾਂ ਕਿ ਸਾਰਾ ਕੁਝ ਛੇਤੀ ਦੇਣੀ ਜਿਹੜਾ ਉਹ ਨਿਬੜ ਜਾਏ। ਜਿੰਨੇ ਦਿਨ ਲੰਘੀ ਜਾਂਦੇ ਆ ਸ਼ਰਨਾਰਥੀਆਂ ਦੀ ਗਿਣਤੀ ਵਧੀ ਜਾਂਦੀ ਹੈ। ਇਹ ਉਹ ਤਾਂ ਗੱਲ ਹੈਗੀ। ਹੁਣ ਦੇਖੋ ਮੇਰਾ ਖਿਆਲ 30 ਲੱਖ ਤੋਂ ਵੱਧ ਹੋ ਗਈ ਗਿਣਤੀ ਵੀ ਜਿਹੜੇ ਲੋਕ ਆਪਣੇ ਦੇਸ਼ ਛੱਡ ਗਏ ਨੇ। ਹੁਣ ਇੱਕ ਚਰਚਾ ਇਹ ਵੀ ਚੱਲ ਪਈ ਹੁਣ ਜਿੱਦਾਂ ਜ਼ੈਲੈਂਸਕੀ ਹੋਰਾਂ ਉਹ ਬਿਆਨ ਜਿਆਦਾ ਦਿੱਤਾ ਕਿ ਵੀ ਅਸੀਂ ਨਾਟੋ ਦਾ ਹਿੱਸਾ ਨਹੀਂ ਬਣਾਂਗੇ, ਪਰ ਕਾਰ ਨੇ ਭੇਜੇ ਤਾਂ ਬਿਆਨ ਹੀ ਹੈ ਨਾ, ਜਦ ਤੱਕ ਉਹ ਲਿਖਤ ਪੜਤ ਨਹੀਂ ਹੁੰਦੀ ਜਾਂ ਰੂਸ ਨੂੰ ਵੀ ਨਹੀਂ ਜਾਪਦਾ ਵੀ ਹਾਂਜੀ ਹੁਣ ਇਹ ਕਨਫਰਮ ਹੋ ਗਈ ਗੱਲ, ਉਨੀ ਦੇਰ ਤੱਕ ਕਿਹਾ ਕੁਝ ਨਹੀਂ ਜਾ ਸਕਦਾ। ਪਰ ਜੇ ਆਹੀ ਕੁਛ ਹੀ ਕਰਨਾ ਸੀਗਾ, ਜੇ ਰੇੜਕਾ ਇਸੇ ਗੱਲ ਦਾ ਹੀ ਸੀਗਾ ਤੇ ਫਿਰ ਉਹ ਜਿਹੜੇ 30 ਲੱਖ ਲੋਕ ਘਰੋਂ ਬੇਘਰ ਹੋ ਗਏ ਉਹ ਤੇ ਪਲੱਸ ਜਿਹੜੇ ਵਿਚਾਰੇ ਮਾਰੇ ਗਏ ਜਾਂ ਜਿਹੜੀ ਪ੍ਰਾਪਰਟੀ ਦਾ ਨੁਕਸਾਨ ਹੋ ਗਿਆ, ਉਹ ਕਰਨ ਦੀ ਲੋੜ ਕੀ ਸੀ? ਨਹੀਂ, ਲੋੜ ਨਹੀਂ ਸੀ। ਦੇਖੋ ਜ਼ੈਲੈਂਸਕੀ ਹੋਰਾਂ ਨੇ ਜਿਹੜੀ US ਦੀ ਪਾਰਲੀਮੈਂਟ ਹੈ ਅਮਰੀਕਾ ਦੀ, ਆਨਲਾਈਨ ਉਹਨੂੰ ਸੰਬੋਧਨ ਕੀਤਾ, ਇੱਕ ਪ੍ਰੈਜੈਂਟੇਸ਼ਨ ਵੀ ਨਾਲ ਦਿੱਤੀ ਤੇ ਉੱਥੇ ਜਦੋਂ ਉਹ ਸੰਬੋਧਨ ਕਰਨ ਆਏ ਯੂਕਰੇਨ ਦੇ ਰਾਸ਼ਟਰਪਤੀ, ਸਾਰੇ ਅਮਰੀਕਾ ਦੇ ਜਿਹੜੇ ਮੈਂਬਰ ਪਾਰਲੀਮੈਂਟ ਉੱਠ ਕੇ ਖੜੇ ਹੋਏ ਕਿ ਭਾਈ ਤੁਸੀਂ ਯੁੱਧ ਲੜ ਰਹੇ ਹੋ, ਯੋਧੇ ਹੋ ਤੁਸੀਂ। ਤੇ ਉੱਥੇ ਫਿਰ ਉਹਨਾਂ ਨੇ ਸੰਬੋਧਨ ਕਰਦੇ ਇੱਕ ਗੱਲ ਕਹੀ, ਕਹਿੰਦੇ ਜੀ ਤੁਸੀਂ ਠੀਕ ਹੈ ਦੁਨੀਆ ਦੀ ਅਗਵਾਈ ਕਰਦੇ ਹੋ, ਵਧੀਆ, ਅਮਨ ਪਸੰਦ ਮੁਲਕਾਂ ਦੀ ਵੀ ਅਗਵਾਈ ਕਰੋ। ਜਾਣੀ ਕਿਤੇ ਨਾ ਕਿਤੇ ਉਹ ਦਰਦ ਝਲਕਦਾ ਸੀ ਕਿ ਭਾਈ ਅਸੀਂ ਇਕੱਲੇ ਹੀ ਆ, ਵੀ ਸਾਨੂੰ ਠੀਕ ਹੈ ਕੋਈ ਪੈਸੇ ਦਿੰਦਾ ਹੈ, ਕੋਈ ਹਥਿਆਰ ਦਿੰਦਾ ਹੈ, ਪਰ ਮੰਨ ਲਓ ਕਿ ਇਹ ਤਾਂ ਜਾਣੀ ਜਿਹੜਾ ਹੁੰਦਾ ਜਿੱਥੇ ਘੋਲ ਕੁਸ਼ਤੀ ਹੁੰਦੀ ਹੈ, ਉਹ ਰਿੰਗ ਦੇ ਅੰਦਰ ਤਾਂ ਉਹ ਬੰਦਾ ਆਪ ਹੀ ਜਾਂਦਾ, ਬਾਹਰ ਬਦਾਮ ਕੋਈ ਕਿੰਨੇ ਖਿਲਾਉਂਦਾ ਹੈ, ਕਿੰਨੀਆਂ ਕਹਿੰਦਾ 25 ਡੰਡ ਬੈਠਕਾਂ ਮਾਰਨੀਆਂ, ਸਵੇਰੇ ਤੜਕੇ ਉੱਠਣਾ, ਆ ਘਰੜ ਪੀਣੀ ਆ। ਉਹ ਵੱਖਰੀ ਗੱਲ ਹੈ ਕਿ ਉਹ ਘਰੜ ਦਿੰਦੇ ਨੇ, ਉਹ ਬਦਾਮ ਵੀ ਦਿੰਦੇ ਨੇ, ਉਹ ਸ਼ਰਦਾਈ ਘੋਟ ਕੇ ਦਿੰਦੇ ਆ, ਪਰ ਅਗਲੇ ਨੂੰ ਪਤਾ ਕਿ ਭਾਈ ਰਿੰਗ ਦੇ ਵਿੱਚ ਜਾ ਕੇ ਤਾਂ ਲੋਹਾ ਮੈਨੂੰ ਆਪ ਹੀ ਲੈਣਾ ਪੈਂਦਾ ਹੈ। ਇਹ ਮੇਰੇ ਖਿਆਲ ਨਾਲ ਹੋਣੀ ਜੇ ਆਪਾਂ ਪਹਿਲਾਂ ਤੋਂ ਵੀ ਗੱਲ ਇਹ ਕਹਿੰਦੇ ਨੇ ਨਾ ਵੀ ਇਸ ਕੇਸ ਦੇ ਵਿੱਚ ਇਹ ਗੱਲ ਕਲੀਅਰ ਆ ਵੀ ਅਗਲੇ ਦੇ ਘਰੇ ਲੜਾਈ ਲੱਗ ਗਈ ਜਾਂ ਅਗਲੇ ਦਾ ਪੇਚਾ ਪੈ ਗਿਆ, ਉਹ ਕਹਿੰਦਾ ਨੇਰੇ ਸਵੇਰੇ ਗੰਡਾਸੀ ਫੜਾ ਆਈ, ਆਪਾਂ ਤਿੱਖੀ ਕੀਤੀ ਆ। ਉਹ ਕਹਿੰਦਾ ਫਿਰ ਤੁਸੀਂ ਉਹ ਇਦਾਂ ਕਰੋ ਨਾ ਵੀ ਹੋਰ ਕੁਝ ਨਹੀਂ ਤਾਂ ਕੋਠੇ ਉਹਨਾਂ ਦੇ ਰੋੜੇ ਰੱਖਿਆ, ਉਹ ਰੋੜੇ ਕਹਿੰਦਾ ਉੱਤੋਂ ਮਾਰਨੇ ਸੌਖੇ। ਇਹਦਾ ਵੀ ਕਹਿੰਦੇ ਕੋਠੇ ਤੇ ਪੈਣਾ ਹੀ, ਨਿਗਾਹ ਰੱਖਿਓ, ਨਿਗਾਹ ਮਤਲਬ ਸਲਾਹਾਂ ਇਦਾਂ ਦੀਆਂ, ਬਿੜਕ ਰੱਖਿਓ, ਬਿੜਕ। ਇਹ ਨੀਗਾ ਵੀ ਮਤਲਬ ਵੀ ਜੇ ਉਹਨਾਂ ਨੂੰ ਜਾਪਦਾ ਵੀ ਯਾਰ ਵੀ ਇਹਨਾਂ ਦੇ ਘਰੇ ਲੜਾਈ ਆ ਤੇ ਲੜਾਈ ਤੋਂ ਬਚ ਕੇ ਕੋਈ ਹੋਰ ਕੁਝ ਨਹੀਂ, ਵੀ ਯਾਰ ਤੂੰ ਇਦਾਂ ਕਰ, ਮੁੰਡਾ ਕਰਦਾ ਵਿਹਲਾ, ਇਹਨੂੰ ਮੱਝਾਂ ਪਾ ਦੇ, ਦੁੱਧ ਪਾ ਕੇ ਆਇਆ ਕਰੇ, ਜਿਹੜੇ ਤੁਹਾਡੇ ਘਰੇ ਰੋਟੀ ਆਵੇ ਨਾ, ਮੁੰਡੇ ਨੂੰ ਆਖਣਾ ਵੀ ਤੂੰ ਗੰਡਾਸੀ ਰੱਖ, ਇਦਾਂ ਕਿਦਾਂ ਤੇਰੇ ਲਾਗੋਂ ਦੀ ਲੰਘ, ਕੋਈ ਗੱਲ ਨਹੀਂ, ਤੇਰੇ ਮਗਰ ਹੈਗੇ ਆ। ਉਦੋਂ ਬਾਅਦ ਮੁੰਡੇ ਦੇ ਮਗਰ ਵੀ ਨਹੀਂ ਜਾਣਾ ਠਾਣੇ, ਤੇ ਅਗਲੇ ਬੰਦੇ ਉਹ ਤਰੀਕਾ ਭੁਗਤਦੇ ਫਿਰਨ ਦੇ ਬਾਅਦ ਆਖਣ ਵੀ ਅੱਛਾ ਜੇ ਲੋੜ ਲਾੜ ਹੋਈ ਪੈਸਿਆਂ ਦੀ ਫਿਰ ਦੱਸੀ, ਨਿਆਈ ਵਾਲਾ ਦੇ ਜੇ ਨਹੀਂ ਨਾ ਦਿੱਤਾ ਗਹਿਣੇ ਕਿਸੇ ਨੂੰ। ਜੇ ਤੇ ਇਹੋ ਜਿਹੀ ਰਾਜਨੀਤੀ ਕਰ, ਇਹ ਆਪਾਂ ਲੋਕਲ ਰਾਜਨੀਤੀ ਦੀ ਉਦਾਹਰਨ ਤਾਂ ਦਿੱਤੀ ਵੀ ਇਹ ਦੁਨੀਆ ਲੈਵਲ ਤੇ ਵੀ ਇਹੋ ਕੁਝ ਚੱਲਦਾ ਜੀ। ਇਸ ਚੱਕਰ ਦੇ ਵਿੱਚੋਂ ਮੈਨੂੰ ਸਮਝ ਨਹੀਂ ਆਉਂਦੀ ਹੁੰਦੀ ਵੀ ਬੰਦੇ ਦੇ ਵਿੱਚ ਕੀ ਆ, ਕੁਝ ਪਤਾ ਨਹੀਂ ਵੀ ਸਵੇਰੇ ਕਿਹਦੀ ਹਵਾ ਨਿਕਲ ਜਾਣੀ, ਪਰ ਉਹਦੀ ਜਿਹੜੀ ਆਹ ਕੰਮ ਆ ਜੇ ਇਹਦੇ ਮਾੜੇ ਕਰ ਗਿਆ, ਮੰਨ ਲਓ ਉਹਨੇ ਕਿਸੇ ਦੇ ਮੁੰਡੇ ਨੂੰ ਗੰਡਾਸੀ ਦੇ ਕੇ ਤੇ ਮਰਵਾ ਕੇ ਅੰਦਰ ਕਰ ਦਿੱਤਾ, ਉਹ ਵੀ ਉੱਥੇ ਰਹਿ ਜਾਣਾ। ਤੇ ਜੇ ਕਿਸੇ ਨੂੰ 2 ਮੱਝਾਂ ਪਾ ਦੀਆਂ ਤੇ ਕੀ ਪਤਾ ਅਗਲੇ ਦੇ ਨਿਆਣੇ ਬਾਅਦ ਵਿੱਚ ਸੁਖੀ ਬਸਣ, ਤਾਂ ਆਖਣ ਯਾਰ ਬਾਪੂ ਚੰਗਾ ਹੁੰਦਾ ਹੈ, ਉਦੋਂ ਬਾਂਹ ਫੜੀ ਹੁੰਦੀ। ਦੋਨੇ ਦੇਸ਼ ਥੋੜੀ ਜੀ ਹੁਣ ਸਿਆਣਪ ਕਰਨ, ਯੂਕਰੇਨ ਵਾਲੇ ਵੀ ਤੇ ਰੂਸ ਵਾਲੇ ਵੀ ਸਿਆਣਪ ਕਰਨ, ਉਹਨਾਂ ਦੇ ਵੀ ਮਹਿੰਗਾਈ ਸਿਖਰ ਦੇ ਉੱਤੇ ਪੁੱਜੀ ਹੈ, ਔਖੇ ਉਹ ਵੀ ਬਹੁਤ ਨੇ, ਸੌਖੇ ਨਹੀਂ ਹੈ। ਜੇ ਪੰਜਾਬ ਦੇ ਲੋਕ ਜਿਹੜੇ ਨੇ ਉਹ ਹੇਠਲੀ ਉੱਤੇ ਲਿਆ ਸਕਦੇ ਆ, ਦੁਨੀਆ ਦੇ ਲੋਕਾਂ ਨੂੰ ਵੀ ਪਤਾ ਲੱਗ ਜਾਣਾ ਕਿ ਕਹਾਣੀ ਕੀ ਹੈ ਬਾਈ, ਕੋਈ ਪਤਾ ਨਹੀਂ ਹੁੰਦਾ ਸਮੇਂ ਦਾ। ਹਾਂ ਨਹੀਂ ਸਮੇਂ ਦਾ ਤੇ ਪੰਜਾਬ ਵਾਲਿਆਂ ਨੂੰ ਤਾਂ ਅੱਗੇ ਪਤਾ ਲੱਗਣ ਡਿਆ ਵੀ ਕੁਛ ਨਹੀਂ ਪਤਾ ਹੁੰਦਾ ਵੀਰ। ਚਲਿਏ ਫਿਰ ਹੁਣ ਆਪਾਂ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ ਫਿਰ ਇਹਦੇ ਨਾਲ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਉਹ ਲਾਈਕ ਵਾਲਾ ਤੇ ਸ਼ੇਅਰ ਵਾਲਾ ਬਟਨ ਦੱਬ ਦਿੰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।